श्री नानक अंगद गुरु अमरदास पद बंद रामदास अर्जन गुरु बाल श्री हर गोबिंद हर राय हर कृष्ण गुर तेग बहादुर चंद दसवें गोविंद सिंह गुरु नमो चरण अरविंद जिसमें अमृत ज्ञान है मानक भगत वैराग श्री गुरु ग्रंथ साहिब उदद बंदों कर अनुराग श्री गुरु शब्द कमाए जिना जीते पंच विकार तिन संतन को बंदना सिर चरणन पर तार एक ओंकार सतगुरु ते प्रसाद सच होए वाहिगुरु जी की फतेह विघ्न विनाशन सोए एक ओंकार सतगुरु ते प्रसाद सच होए वाहिगुरु जी की फतेह विघ्न विनाशन सोए। संवत विक्रम निरपको कहिए सोलह सहत चेत सुध लहिए पंचम सवा जाम दिन चरे तन गुर को संस्कार न करे सम्मत विक्रम निरपको कहिए वाहिगुरु जी का खालसा वाहिगुरु जी की फतेह। परम सम्मान जोग चवर छत्र तखत दे मालक गुरता गदी दे तखत ते सुभाए मान जुगो जुग अटल प्रगट गुरां की देह प्रताख हार तन तन सतगुरु श्री गुरु ग्रंथ साहिब महाराज दे परम पवित्र सत संगत हजूरी दे अंदर तन तन श्री गुरु तेग बहादुर साहिब महाराज शहीद सतगुरु तिन्हां दे पावन बंदगी स्थान गुरुद्वारा श्री भोरा साहिब जी विखे पिछले पैर दे सजे हुए दीवाना च हाजरियां भर रहे सतगुरां दे स्थानां दी यात्रा करके दर्शन दिदारे कर रहे गुरु प्यारी खालसा साध संगत जी सतगुरां दी बख्शिश दा सदका जो असीं परम पवित्र गुर इतिहास श्रवण कर रहे हाँ। आप जी ने पिछले समय साखी श्रवण की है गुरु हरगोबिंद साहिब महाराज छेवें पातशाह जी का सचखंड नूं गमन होया है। पिछों महाराज साहिब जी के पावन शरीर का संस्कार श्री गुरु हरराज साहिब जी की आग्या दे नाल बहुत ही अद्भुत सत्कार दे नाल चंदन का अंगीठा तैयार करके किया गया है। जदों संस्कार वास्ते महाराज की देह नूं अगन भेंट किया उस वेले समूह परिवार सिख संगतां गुरु के सूरमे माई भाई वैराग करन लग पे भी हे महाराज तुहाडे बिना हुण असीं की करांगे। सब वैराग करदिआं नूं गुरु हरराज साहिब जी के इशारे नाल भाई भाना जी ने उपदेश दिता भी रोईदा उन्हां नूं हुंदा है जिहड़े जीवन खराब करके गए होण गुरु हरगोबिंद साहिब जी ने अनेकों के जीवन सवारे ने, इस करके वैराग न करो।
ਸਤਨਾਮ ਜਪੋ, ਗੁਰਾਂ ਦੀ ਆਗਿਆ ਵੀ ਇਹੀ ਹੈ। ਇਸ ਤਰ੍ਹਾਂ ਰੋਂਦਿਆਂ ਨੂੰ ਕਹਿ ਕੇ ਚੁੱਪ ਕਰਾਇਆ। ਮਹਾਰਾਜ ਸਾਹਿਬ ਜੀ ਦੇ ਪਾਵਨ ਦੇਹ ਦਾ ਸੰਸਕਾਰ ਹੋਇਆ। ਇਸ਼ਨਾਨ ਕਰਕੇ ਸਭ ਨੇ ਮਹਾਰਾਜ ਦੇ ਨੇੜੇ ਹੀ ਦੀਵਾਨ ਸਜਾ ਕੇ ਸੋਹਲਾ ਸਾਹਿਬ ਦਾ ਪਾਠ, ਗੁਰਬਾਣੀ ਦੇ ਸ਼ਬਦ ਗਾਇਨ ਹੋਏ ਨੇ। ਸਭ ਸੰਗਤਾਂ ਨੇ ਸਰਵਣ ਕੀਤੇ ਹਨ। ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸੱਚਖੰਡ ਜਾਣ ਦੀ ਅਰਦਾਸ ਸੰਸਕਾਰ ਤੋਂ ਬਾਅਦ ਕੀਤੀ ਗਈ। ਇੱਥੋਂ ਤੱਕ ਆਪਾਂ ਸਾਖੀ ਸਰਵਣ ਕੀਤੀ ਹੈ। ਇਸ ਤੋਂ ਅੱਗੇ ਜਿਵੇਂ ਪ੍ਰਸੰਗ ਆ ਰਹੇ ਨੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੀਵਨ ਦੇ ਵਿੱਚੋਂ ਕਥਾ ਸਮਾਪਤ ਹੋ ਕੇ ਜਿਵੇਂ 7ਵੇਂ ਪਾਤਸ਼ਾਹ ਦੇ ਜੀਵਨ ਦੀ ਆਰੰਭਤਾ ਹੁੰਦੀ ਹੈ, ਇਹ ਪਾਵਨ ਪ੍ਰਸੰਗ ਸਰਵਣ ਕਰਨ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ। ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਝੁਕਾਓ ਸੀਸ, ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੰਮਤ ਬਿਕਰਮ ਨਿਰਪਕੋ ਕਹੀਐ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਜਦੋਂ ਸੰਸਕਾਰ ਹੋਇਆ, ਸਾਰੇ ਘਰ ਨੂੰ ਆ ਗਏ ਆਪੋ ਆਪਣੇ ਥਾਵਾਂ ਤੇ। ਸੰਮਤ ਬਿਕਰਮ ਨਿਰਪਕੋ ਕਹੀਐ। ਬਿਕਰਮਾਂ ਦੱਤ ਰਾਜੇ ਤੋਂ ਆਰੰਭ ਹੋਈ ਬਿਕਰਮੀ ਸੰਮਤ। ਕਹਿੰਦੇ ਵੀ ਉਸ ਵੇਲੇ 1606 16 ਸਹਸ ਚੇਤ ਸੁਧ ਲਹੀਐ। 16 ਸਹਸ 1600 ਲਿਖਿਆ ਹੈ, ਪਰ ਆਮ ਮੰਨਦੇ ਨੇ 1700, ਪਰ 1695 ਬਿਕਰਮੀ ਸੰਮਤ ਸੀ। ਚੇਤ ਸੁਧੀ ਲਹੀ ਹੈ। ਚੇਤ ਸੁਧੀ 1695 ਬਿਕਰਮੀ ਸੰਮਤ ਨੂੰ ਮਹਾਰਾਜ ਸੱਚਖੰਡ ਗਏ ਹਨ। ਪੰਚਮ ਸਵਾ ਦਾ ਜਾਮ ਦਿਨ ਚਰੇ। ਪੰਚਮ ਸਵਾ ਜਾਮ ਦਿਨ ਚਰੇ। ਕਹਿੰਦੇ ਵੀ ਚੇਤ ਸੁਦੀ ਪੰਚਮੀ 1600 ਬਿਕਰਮੀ। ਇਹ ਕਵੀ ਜੀ ਨੇ ਲਿਖਿਆ ਹੈ, ਥੋੜਾ ਫਰਕ ਰਹਿ ਗਿਆ ਛਾਪੇ 'ਚ, ਪਰ ਉਹ ਮਹਾਰਾਜ ਸਾਹਿਬ 1695 ਦੇ ਵਿੱਚ ਸੱਚਖੰਡ ਨੂੰ ਗਏ ਹਨ। ਧੰਨ ਗੁਰ ਕੋ ਸੰਸਕਾਰਨ ਕਰੇ। ਗੁਰੂ ਹਰਗੋਬਿੰਦ ਸਾਹਿਬ ਜੀ ਜੋ ਜਗਤ ਦੇ ਮਾਲਕ ਨੇ, ਤਿਨਾਂ ਦੇ ਪਾਵਨ ਸਰੀਰ ਦਾ ਸੰਸਕਾਰ ਕੀਤਾ ਏ। ਜੇ ਸਿੱਖ ਮੁਖ ਸਭਨ ਸਮਝਾਵੈ। ਜਿੰਨੇ ਵੀ ਮੁਖੀ ਸਿੱਖ ਹਨ, ਉਹ ਵੈਰਾਗ ਕਰਦੀਆਂ ਸੰਗਤਾਂ ਨੂੰ ਸਮਝਾਉਂਦੇ ਨੇ, ਉਪਦੇਸ਼ ਦਿੰਦੇ ਨੇ ਵੀ ਸਤਨਾਮ ਜਪੋ। ਕਹਿ ਬਹੁ ਭਾਂਤਨ ਸ਼ੋਕ ਮਿਟਾਵੈ। ਫਿਰ ਬਹੁਤ ਭਗਤਾਂ ਦੇ ਨਾਲ ਤਰ੍ਹਾਂ ਤਰ੍ਹਾਂ ਦੇ ਬਚਨ ਕਰਕੇ, ਗੁਰੂ ਦੇ ਗੁਣ ਸੁਣਾ ਸੁਣਾ ਕੇ ਜਿਹੜੇ ਮੁੱਖ ਸਿੱਖ ਹਨ ਮਹਾਰਾਜ ਸਾਹਿਬ ਜੀ ਦੇ, ਉਹ ਬਚਨ ਕਰਕੇ ਸੰਗਤਾਂ ਦੇ ਸ਼ੋਕ ਨੂੰ ਦੂਰ ਕਰਦੇ ਹਨ। ਕਿਰਿਆ ਰੀਤ ਸੂਰਜ ਮਲ ਸਾਰੀ। ਇਸੇ ਪ੍ਰਕਾਰ ਜੋ ਵੀ ਮਰਿਆਦਾ ਸੀ ਮਹਾਰਾਜ ਦੇ ਅੰਤਮ ਸੰਸਕਾਰ ਦੀ, ਇਹ ਮਰਿਆਦਾ ਬਾਬਾ ਸੂਰਜਮਲ ਨੇ ਕੀਤੀ ਹੈ। ਕਰਤ ਭਇਓ ਵਿਦ ਜਥਾ ਉਚਾਰੀ। ਜਥਾ ਜਿਸ ਢੰਗ ਨਾਲ ਭਾਈ ਭਾਨਾ ਜੀ ਹੋਰ ਮੁਖੀ ਗੁਰਸਿੱਖ ਦੱਸਦੇ ਨੇ ਵੀ ਇਦਾਂ ਕਰੋ ਇਦਾਂ ਕਰੋ, ਉਸੇ ਤਰ੍ਹਾਂ ਕਰਦੇ ਹਾਂ ਬਾਬਾ ਸੂਰਜਮਲ। ਉਸ ਬਚਨਾਮ ਨਾਦਿਕ ਜੋਏ। ਫਿਰ ਜਦੋਂ ਅੰਗੀਠਾ ਮਹਾਰਾਜ ਸਾਹਿਬ ਦਾ ਠੰਡਾ ਹੋ ਗਿਆ ਤੇ ਜਿਵੇਂ ਫੁੱਲ ਚੁਣਦੇ ਹਨ, ਆਮ ਹੀ ਲੋਕ ਵਿੱਚੋਂ ਹੱਡ ਚੁਣ ਲੈਂਦੇ ਨੇ, ਪਰ ਜਦੋਂ ਕਿ ਮਹਾਰਾਜ ਸਾਹਿਬ ਦੀ ਆਗਿਆ ਹੋਈ ਹੈ ਸਿੱਖਾਂ ਨੂੰ ਵੀ ਕੋਈ ਪੁਰਾਣੀ ਚੜ੍ਹਾਈ ਕਰੇ, ਉਹਦਾ ਸਾਰਾ ਹੀ ਅੰਗੀਠਾ ਹੂੰਜ ਕੇ ਪਾ ਲੈਣਾ ਹੈ। ਸਮੇਤ ਰਾਖ ਦੇ ਵਿੱਚੋਂ ਫੋਲਾ ਫਾਲੀ ਨਹੀਂ ਕਰਨੀ। ਇਹ ਸਿੱਖ ਦੀ ਜੋ ਅੰਤਮ ਸੰਸਕਾਰ ਦੀ ਕਿਰਿਆ ਮਹਾਰਾਜ ਨੇ ਐਸੀ ਬੰਨੀ ਹੈ। ਤੇ ਫੁੱਲ ਚੁਗਣਾ ਜਿਹੜਾ ਇਹ ਮਨਮਤ ਜੀ ਐਵੇਂ ਵਿੱਚ ਫੁੱਲੇ ਜਾਣਾ, ਤੀਲੇ ਮਾਰਨੇ, ਸਾਰਾ ਹੀ ਅੰਗੀਠਾ ਮਹਾਰਾਜ ਅੱਗੇ ਅਰਦਾਸ ਕਰਕੇ ਸਾਂਭ ਲੈਣਾ ਚਾਹੀਦਾ। ਇਹੀ ਮਰਿਆਦਾ ਹੈ। ਤੇ ਇਹ ਮਰਿਆਦਾ ਬਹੁਤ ਘੱਟ ਸੰਸਥਾਵਾਂ ਕਰਦੀਆਂ, ਜਿਵੇਂ ਨਿਹੰਗ ਸਿੰਘਾਂ ਦੇ ਵਿੱਚ ਮਰਿਆਦਾ ਵੀ ਫੁੱਲ ਨਹੀਂ ਚੁਗਣ ਦਿੰਦੇ, ਕਿਉਂਕਿ ਮਹਾਰਾਜ ਸਾਹਿਬ ਜੀ ਦੇ ਪੰਥ ਚੱਲਿਆ ਆ ਰਿਹਾ। ਹੋਰ ਵੀ ਜਥੇਬੰਦੀਆਂ ਹਨ ਜਿਹੜੀਆਂ ਗੁਰਮਤਿ ਆਸੇ ਅਨੁਸਾਰ ਚੱਲਦੇ ਨੇ, ਪਰ ਬਹੁਤੇ ਲੋਕ ਸਿੱਖ ਹੋ ਕੇ ਵੀ ਜੇ ਕੋਈ ਪੁਰਾਣੀ ਚੜ੍ਹਾਈ ਕਰਦੇ, ਉਹਦੀਆਂ ਹੱਡੀਆਂ ਜੀਆਂ ਗਿਣ ਕੇ ਵਿੱਚੋਂ ਕੱਢੀ ਜਾਣਗੇ, ਜੋ ਕਿ ਮਨਮਤ ਹੈ। ਪੂਰਾ ਹੀ ਅੰਗੀਠਾ ਬਾਬਾ ਸੂਰਜਮਲ ਤੇ ਹੋਰ ਗੁਰਸਿੱਖ ਸ੍ਰੀ ਤੇਗ ਬਹਾਦਰ ਸਾਹਿਬ ਜੀ ਨੇ ਇਕੱਠਾ ਕੀਤਾ ਏ। 13 ਦਿਵਸ ਬਿਤਨ ਜਬ ਹੋਏ। ਸਤਲੁਜ ਦਰਿਆ ਦੇ ਵਿੱਚ ਹੀ ਪਤਾਲਪੁਰੀ ਜਿੱਥੇ ਮਹਾਰਾਜ ਨੇ ਰਚਿਆ, ਉੱਥੇ ਮਹਾਰਾਜ ਦਾ ਅੰਗੀਠਾ ਜਲ ਪ੍ਰਵਾਹ ਕਰ ਦਿੱਤਾ।
ਤੇ ਫਿਰ ਦੁਸਹਿਰੇ ਵਾਲੇ ਦਿਨ ਬਹੁਤ ਵੱਡਾ ਸਮਾਗਮ ਕੀਤਾ। ਭੋਜਨ ਅਨੇਕ ਪ੍ਰਕਾਰ ਕਰਾਏ। ਜਿੱਦਣ ਮਹਾਰਾਜ ਦਾ ਅਕਾਲ ਚਲਾਣਾ ਹੋ ਗਿਆ ਸੀ ਉਦਣ ਹੀ ਜੈਤ ਸ਼੍ਰੀ ਦੀ ਵਾਰ ਦੀ ਕਥਾ ਆਰੰਭ ਜ਼ਰੂਰ ਹੋਈ ਹੋਵੇਗੀ, ਕਿਉਂਕਿ ਮਹਾਰਾਜ ਦਾ ਹੁਕਮ ਹੈ ਵੀ ਕੋਈ ਸਿੱਖ ਚੜ੍ਹਾਈ ਕਰੇ ਉਹਦੇ ਨਾਲ ਹੀ ਜੈਤ ਸ਼੍ਰੀ ਦੀ ਵਾਰ ਜਿਹੜੀ ਹੈ ਇਹਦੀ ਕਥਾ ਸਵੇਰੇ ਸ਼ਾਮ ਜੋ ਹੈ 7 ਦਿਨਾਂ ਦੇ ਵਿੱਚ ਜਾਂ 10 ਦਿਨਾਂ ਵਿੱਚ ਸੰਪੂਰਨ ਕੀਤੀ ਜਾਵੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸੱਚਖੰਡ ਜਾਣ 'ਤੇ ਪੂਰੀ ਮਰਿਆਦਾ ਕੀਤੀ ਹੈ। ਬਾਣੀ ਪੜ੍ਹੀ, ਗੁਰਬਾਣੀ ਦੇ ਜਾਪ ਹੋਏ, ਅਨੇਕਾਂ ਪ੍ਰਕਾਰ ਦੇ ਲੰਗਰ ਦੇ ਵਿੱਚ ਭੋਜਨ ਤਿਆਰ ਹੋਏ ਹਨ। ਕਈ ਹਜ਼ਾਰਨ ਕੇ ਤ੍ਰਿਪਤਾਏ। ਕਈ ਹਜ਼ਾਰਾਂ ਦੀ ਗਿਣਤੀ 'ਚ ਗਰੀਬ ਗੁਰਬੇ ਲੋੜਵੰਦ ਗੁਰੂ ਦੀਆਂ ਸੰਗਤਾਂ ਨੂੰ ਤ੍ਰਿਪਤ ਕੀਤਾ। ਸਤਿਗੁਰ ਹੇਤ ਦਾਨ ਬਹੁ ਕੀਨੇ। ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਹਿੱਤ ਦਾਨ ਕੀਤਾ ਲੋੜਵੰਦਾਂ ਨੂੰ। ਸੇਜਾ ਬਸਤਰ ਸ਼ਸਤਰ ਕੋ ਦੀਨੇ। ਜਿਵੇਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਜੋ ਸੇਜਾ ਅਤੇ ਬਸਤਰ ਤੇ ਸ਼ਸਤਰ ਦਿੱਤੇ। ਹੁਣ ਇੱਥੇ ਫਰਕ ਹੈ ਇੱਕ ਵੀ ਇਹ ਚੀਜ਼ਾਂ ਨੂੰ ਕਈ ਮਨਮਤ ਮੰਨਦੇ ਆ, ਉਹਨਾਂ ਦਾ ਵੀ ਆਪਣਾ ਢੰਗ ਹੈ, ਕਿਉਂਕਿ ਜੋ ਬ੍ਰਾਹਮਣ ਨੂੰ ਦਾਨ ਦੇਣਾ ਹੈ ਨਾ, ਕਿਉਂਕਿ ਬ੍ਰਾਹਮਣ ਨੇ ਇਹ ਕਿਹਾ ਹੋਇਆ ਇਹ ਵੀ ਜੇ ਤੁਸੀਂ ਮੈਨੂੰ ਪੁਰਾਣੀ ਦੇ ਨਿਮਿਤ ਸੇਜਾ ਦਿਓਗੇ ਜਾਂ ਜੋ ਵੀ ਵਸਤੂ ਦਿਓਗੇ ਮੈਂ ਤੁਹਾਡੇ ਇੱਥੇ ਪਿਤਰਾਂ ਕੋ ਪਹੁੰਚਾ ਦਾਂਗਾ। ਉਹਦਾ ਇੱਦਾਂ ਦਾ ਦਾਅਵਾ ਹੈ। ਗੁਰਮਤਿ ਦੇ ਵਿੱਚ ਕੀ ਹੈ ਵੀ ਜੇ ਕੋਈ ਚੜ੍ਹਾਈ ਕਰ ਜੇ ਦਾਨ ਕਰੋ, ਪਰ ਕਰਨਾ ਕਿਹਨੂੰ ਹੈ? ਲੋੜਵੰਦਾਂ ਦੀ ਮਦਦ ਕਰ ਦਿਓ ਵੀ ਉਹਦੀ ਯਾਦ ਵਿੱਚ ਜਿਹੜੀ ਸੇਵਾ ਹੋ ਜਾਵੇ, ਯਾਦ ਵਿੱਚ ਕਿਸੇ ਦਾ ਭਲਾ ਕਰ ਦਿਓ। ਇਹ ਸੋਚ ਕੇ ਨਹੀਂ ਕਰਨਾ ਵੀ ਅੱਗੇ ਪਰਲੋਕ ਜਾਵੇਗਾ, ਨਹੀਂ, ਉਹਦੀ ਯਾਦ ਜਿਹੜਾ ਤੁਹਾਡਾ ਪਿਆਰਾ ਹੈ ਉਹਦੀ ਯਾਦ ਦੇ ਵਿੱਚ ਬਹੁਤ ਕੁਝ ਸੇਵਾ ਕੀਤੀ ਜਾ ਸਕਦੀ ਹੈ। ਲੋੜਵੰਦਾਂ ਨੂੰ ਉਸੇ ਭਾਵ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰੇਮ ਦੀ ਯਾਦ ਵਿੱਚ ਲੋੜਵੰਦਾਂ ਨੂੰ ਬਸਤਰ ਵੀ ਦਿੱਤੇ ਨੇ, ਸੇਜਾ ਭਾਵ ਕਿ ਬਿਸਤਰੇ ਆਦਿਕ ਦਿੱਤੇ ਹਨ, ਅਤੇ ਚੰਗੇ ਚੰਗੇ ਸੂਰਬੀਰ ਜਿਹੜੇ ਸ਼ਸਤਰ ਪਹਿਨਣ ਵਾਲੇ ਉਹਨਾਂ ਨੂੰ ਮਹਾਰਾਜ ਦੇ ਨਾਮ ਤੋਂ ਸ਼ਸਤਰ ਵੀ ਦਾਨ ਕੀਤੇ ਹਨ। ਬਹੁ ਮੋਲੇ ਗਨ ਦੀਏ ਤੁਰੰਗ। ਫਿਰ ਬਹੁਤ ਕੀਮਤੀ ਘੋੜੇ ਸੂਰਬੀਰ ਯੋਧਿਆਂ ਨੂੰ ਦਿੱਤੇ ਨੇ ਜਿਹੜੇ ਘੋੜਿਆਂ ਦੇ ਚਾਹਵਾਨ ਸੀ। ਅਲੰਕਾਰ ਸੁੰਦਰ ਸਰਬੰਗ। ਜੋ ਘੋੜਿਆਂ ਦੇ ਗਹਿਣੇ ਆਦਿਕ ਹੁੰਦੇ ਨੇ, ਘੋੜਸਵਾਰਾਂ ਨੂੰ ਹੁੰਦਾ ਵੀ ਅਸੀਂ ਆਪਣਾ ਘੋੜਾ ਫਵਾ ਕੇ ਸਜਾ ਕੇ ਰੱਖੀਏ, ਬਹੁਤ ਕੁਝ ਪਾਉਂਦੇ ਨੇ, ਤੇ ਉਹ ਸਾਰੇ ਹੀ ਗਹਿਣੇ ਅਲੰਕਾਰ ਘੋੜੇ ਤੇ ਪਹਿਨਣ ਵਾਲੇ ਵੀ ਨਾਲ ਹੀ ਦਾਨ ਕੀਤੇ। ਯਥਾ ਜੋਗ ਸਭ ਹੀ ਕਰਵਾਏ। ਜੋ ਵੀ ਜੋਗ ਬਣਦਾ ਸੀ ਮਰਿਆਦਾ ਸਭ ਕਹਿੰਦੇ ਵੀ ਲੋੜਵੰਦ ਵੱਧ ਤੋਂ ਵੱਧ ਤ੍ਰਿਪਤ ਕੀਤੇ ਗਏ। ਨਿਜ ਨਿਜ ਸਦਨ ਗਏ ਸਮੁਦਾਇ। ਮਹਾਰਾਜ ਸਾਹਿਬ ਦੇ ਦੁਸਹਿਰੇ ਤੋਂ ਬਾਅਦ ਫਿਰ ਜੋ ਵੀ ਸਿੱਖ ਸੰਗਤਾਂ ਦੂਰੋਂ ਚੱਲ ਕੇ ਆਈਆਂ ਸਨ, ਗੁਰੂ ਸਾਹਿਬ ਦੀ ਆਗਿਆ ਸੀ ਵੀ ਸਾਡੇ ਦੁਸਹਿਰੇ ਤੋਂ ਬਾਅਦ ਚਲੇ ਜਾਇਓ, ਆਪੋ ਆਪਣੇ ਘਰਾਂ ਨੂੰ ਚਲੇ ਗਏ। ਰਾਏ ਜੋਧ ਕਾਂਗੜ ਕੋ ਗਏ। ਰਾਏ ਜੋਧ ਆਪਣੀ ਨਗਰੀ ਕਾਂਗੜ ਦੇ ਵਿੱਚ 500 ਸੂਰਮਿਆਂ ਸਮੇਤ ਚਲਾ ਗਿਆ ਹੈ। ਸੰਗ ਆਪਣੇ ਰੂਪਾ ਲਇਓ। ਤੇ ਆਪਣੇ ਨਾਲ ਭਾਈ ਰੂਪਾ ਜੀ ਜੋ ਭਾਈ ਕੇ ਰੂਪੇ ਨਗਰ ਤੋਂ ਕਾਂਗੜ ਦੇ ਨੇੜੇ ਉਹਨਾਂ ਨੂੰ ਵੀ ਨਾਲ ਹੀ ਲੈ ਲਿਆ, ਕਿਉਂਕਿ ਲੈ ਕੇ ਵੀ ਨਾਲ ਹੀ ਆਏ ਸਨ। ਚਿਰੰਕਾਲ ਕੇ ਇਕੱਠੇ ਹੋਤੇ। ਕਹਿੰਦੇ ਬੜਾ ਲੰਮਾ ਸਮਾਂ ਸੀ ਵੀ ਇਕੱਠੇ ਹੀ ਗੁਰੂ ਘਰ ਦੇ ਵਿੱਚ ਮਹਾਰਾਜ ਦੇ ਹਜ਼ੂਰ ਰਹਿੰਦੇ ਆ, ਸੇਵਾ ਕਰਦੇ ਆ, ਲੰਘਿਆ ਸਮਾਂ। ਗਮਨੇ ਸਿੱਖ ਸੇਵਕ ਜਿਤ ਕਿਤੇ। ਇਸ ਤਰ੍ਹਾਂ ਹੋਰ ਜਿੰਨੇ ਵੀ ਗੁਰੂ ਮਹਾਰਾਜ ਦੇ ਸਿੱਖ ਸੇਵਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਸੱਚਖੰਡ ਜਾਣ ਤੋਂ ਬਾਅਦ ਮਹਾਰਾਜ ਦੇ 10ਵੇਂ ਤੋਂ ਬਾਅਦ ਆਪੋ ਆਪਣੇ ਘਰਾਂ ਨੂੰ ਚਲੇ ਗਏ ਨੇ। ਹਰ ਰਾਏ ਅਗਰ ਕਰ ਨਮੋ। ਸਾਰੇ ਗੁਰੂ ਹਰਿਰਾਏ ਸਾਹਿਬ ਅੱਗੇ ਨਮਸਕਾਰਾਂ ਕਰਦੇ ਨੇ। ਹੁਣ 7ਵੇਂ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਦਾ ਰੂਪ ਜਾਣਦੇ ਨੇ। ਗੁਰ ਸੁਤਨ ਸੋ ਮਿਲ ਤੈ ਸਮੋ। ਤੇ ਗੁਰੂ ਸਾਹਿਬ ਜੀ ਦੇ ਸੁਪੁੱਤਰ ਭਾਵ ਬਾਬਾ ਸੂਰਜਮਲ ਸ੍ਰੀ ਤੇਗ ਬਹਾਦਰ ਅਣੀ ਰਾਏ ਜੀ ਨੂੰ ਮਿਲ ਕੇ ਗੁਰੂ ਹਰਿਰਾਏ ਸਾਹਿਬ ਜੀ ਨੂੰ ਨਮਸਕਾਰਾਂ ਕਰ ਕਰਕੇ ਜੈ ਕਹਿ ਗਏ ਸਰਬ ਜੇ ਆਏ। ਜਹ ਕਹਿ ਜਿੱਥੋਂ ਕਿੱਥੋਂ ਆਏ ਸੀ ਸਾਰੇ ਹੀ ਆਪੋ ਆਪਣੇ ਘਰਾਂ ਨੂੰ ਚਲੇ ਗਏ। ਗੁਰ ਕੀਰਤ ਬਸ ਤੀਰਥ ਜਾਏ। ਜਿੱਥੇ ਵੀ ਸਿੱਖ ਜਾਂਦੇ ਨੇ ਚਾਰ ਇਕੱਠੇ ਹੁੰਦੇ ਆ, ਉੱਥੇ ਗੁਰੂ ਮਹਾਰਾਜ ਦੀ ਕੀਰਤੀ ਗੁਰੂ ਮਹਾਰਾਜ ਸਾਹਿਬ ਦਾ ਜਾਸੀ ਖਿਲਾਰਦੇ ਨੇ, ਸਤਿਗੁਰੂ ਦੇ ਗੁਣੀ ਫੈਲਾਉਂਦੇ ਹਨ ਸਿੱਖ। ਧੀਰ ਮਲ ਸੁਣ ਨਾਹੀ ਨਾ ਆਇਓ। ਧੀਰ ਮਲ ਨਹੀਂ ਮਹਾਰਾਜ ਸਾਹਿਬ ਜੀ ਦੇ ਚਲਾਣੇ ਤੇ ਆਇਆ ਸੁਣ ਕੇ ਵੀ, ਕਿਉਂਕਿ ਬਹੁਤੀ ਇੱਥੋਂ ਨਰਾਦਰੀ ਜੀ ਕਰਕੇ ਇੱਕ ਆਪਣੀ ਕਰਾ ਕੇ ਗਿਆ ਸੀ। ਮਹਾਰਾਜ ਨੇ ਇਸੇ ਕਰਕੇ ਇਹਨੂੰ
ਆਡੀ ਕਰਾ ਦਿੱਤਾ ਵੀ ਇਹ ਕਿਸੇ ਤਰ੍ਹਾਂ ਦੀ ਕਲੇ ਨਾ ਪਾਵੇ ਕੀਰਤਪੁਰ। ਗੁਰ ਅਨੁਜ ਪਾਕ ਸ਼ਹਿਰ ਖਾਇਓ। ਇੰਨਾ ਕੁ ਕਹਿੰਦੇ ਇਹਨੂੰ ਖੁਸ਼ੀ ਹੋਈ ਵੀ ਚਲੋ ਮੇਰਾ ਭਾਈ ਗੁਰਤਾ ਗੱਦੀ ਤੇ ਬੈਠਾ ਵੀ ਮੈਨੂੰ ਕੁਝ ਦੇਵੇਗਾ, ਕਿਉਂਕਿ ਧੀਰ ਮਲ ਲੈਣ ਦੇਣ ਤੋਂ ਬਾਅਦ ਇਹਨੂੰ ਕੁਝ ਨਹੀਂ ਪਤਾ ਇਹ ਗੁਰੂ ਮਹਾਰਾਜ ਦੀ ਗੱਦੀ ਤਾਂ ਜਗਤ ਦੇ ਕਲਿਆਣ ਵਾਸਤੇ ਹੈ, ਨਾ ਕਿ ਵੀ ਇਹ ਲੈਬੋ ਦੈਬੋ ਵਾਲਾ ਕੋਈ ਧੰਦਾ ਥੋੜਾ। ਗੁਰੂ ਤੇਗ ਬਹਾਦਰ ਸਾਹਿਬ ਨੇ ਇੱਥੇ ਕਹਿ ਹੀ ਦਿੱਤਾ ਸੀ ਨਾ, ਮਹਾਰਾਜ ਸਾਹਿਬ ਜੀ ਦੇ ਜਦੋਂ ਸਾਜੋ ਸਮਾਨ ਬਾਬਾ ਮੱਖਣ ਸ਼ਾਹ ਲੈ ਆਏ ਤੇ ਮਹਾਰਾਜ ਕਹਿੰਦੇ ਇੱਥੇ ਕੋਈ ਹੱਟੀ ਥੋੜਾ ਪਾਈ ਅਸੀਂ ਵੀ ਇਹ ਜੋ ਕੁਝ ਲਿਆਂਦਾ ਸਭ ਦੇ ਆ, ਸਾਨੂੰ ਇਹਦੀ ਲੋੜ ਹੀ ਨਹੀਂ ਹੈ। ਇਹ ਗੁਰੂ ਮਹਾਰਾਜ ਦੀ ਜੋ ਗੱਦੀ ਹੈ, ਗੁਰੂ ਸਾਹਿਬ ਦਾ ਸਥਾਨ ਹੈ, ਇਹ ਧੀਰ ਮਲ ਨੂੰ ਲੈਣ ਦੇਣ ਤੋਂ ਅੱਗੇ ਨਹੀਂ ਸੀ ਸੁਝਦਾ। ਇਸ ਲਈ ਖੁਸ਼ ਹੋਇਆ ਆਪਣੇ ਭਰਾ ਦੇ ਗੁਰੂ ਬਣ ਤੇ। ਨਾਨਕੇ ਕੀਨ ਵਿਚਾਰ। ਮਾਤਾ ਨਾਨਕੀ ਜੀ ਨੇ ਵੀ ਹੁਣ ਆਪਣੇ ਹਿਰਦੇ ਵਿੱਚ ਵਿਚਾਰ ਕੀਤਾ ਏ। ਸਿਮਰਿਓ ਬਾਕ ਜੋ ਕੰਤ ਉਚਾਰ। ਹਾਂ, ਜੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕਿਹਾ ਸੀ ਵੀ ਤੇਰੇ ਪੁੱਤਰ ਨੂੰ ਵਡਿਆਈ ਵੀ ਮਿਲੇਗੀ ਤੇ ਤੂੰ ਇੱਥੋਂ ਚਲੇ ਜਾਣਾ ਹੈ। ਮਮਸਤ ਭੀ ਪੈ ਹੈ ਵਡਿਆਈ। ਉਹ ਭਜਨ ਚੇਤੇ ਕਰਕੇ ਮਾਤਾ ਨਾਨਕੀ ਜੀ ਸੋਚਦੇ ਨੇ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਵੀ ਤੇਰਾ ਪੁੱਤਰ ਤੇਗ ਬਹਾਦਰ ਵਡਿਆਈ ਪਾਵੇਗਾ ਗੁਰਿਆਈ ਗੱਦੀ ਦੀ। ਸਮਾਂ ਪ੍ਰਤੀਖਤ ਰਹੋ ਕਿਸ ਥਾਈ। ਇਸ ਕਰਕੇ ਕਿੱਥੇ ਰਹਿ ਗਏ ਉਸ ਸਮੇਂ ਨੂੰ ਮੈਂ ਉਡੀਕਾਂ ਇਹ ਮਾਤਾ ਨਾਨਕੀ ਸੋਚਦੇ ਹਨ। ਇਹਾਂ ਸ਼ਰੀਕਾ ਵਧੇ ਦੁਹਿਲਾ। ਕਹਿੰਦੇ ਵੀ ਜੇ ਇੱਥੇ ਰਵਾਂ ਜਿਵੇਂ ਮਾਈਆਂ ਦਾ ਸੁਭਾਅ ਜਿਹਾ ਹੁੰਦਾ ਏ, ਉਹ ਕਹਿਣ ਲੱਗਾ ਵੀ ਇੱਥੇ ਦੇ ਸ਼ਰੀਕਾ ਜਿਹਾ ਹੀ ਵਧੂਗਾ, ਐਵੇਂ ਇੱਕ ਦੂਜੇ ਵੱਲ ਵੇਖਣਗੇ ਔਖਾ ਜਿਹਾ ਨਹੀਂ ਪਰਸਪਰ ਰਾਖੇ ਮੇਲਾ। ਤੇ ਇਹ ਨਾ ਹੋਵੇ ਵੀ ਆਪਸ ਵਿੱਚ ਮੇਲ ਮਿਲਾਪ ਹੀ ਨਾ ਰਵੇ, ਦੂਰ ਰਵਾਂਗੇ ਸਗੋਂ ਮਿਲਦੇ ਰਹਾਂਗੇ। ਜਾਤੇ ਪ੍ਰਿਥਕ ਹੋਣ ਭਲ ਮਾਨਾ। ਆਪਣਾ ਵੱਖਰਾ ਹੀ ਹੋਣ ਸ੍ਰੀ ਮਾਤਾ ਨਾਨਕੀ ਨੇ ਭਲਾ ਮੰਨਿਆ ਵੀ ਮੈਂ ਵੱਖਰੀ ਹੀ ਕਿਤੇ ਜਾ ਕੇ ਨਿਵਾਸ ਕਰਾਂ। ਗ੍ਰਾਮ ਬਕਾਲੇ ਬਸਨ ਸਥਾਨਾ। ਆਪਣੇ ਪੇਕੇ ਨਗਰ ਬਾਬਾ ਬਕਾਲਾ ਸਾਹਿਬ, ਉਦੋਂ ਬਕਾਲਾ ਹੀ ਨਾਮ ਸੀ, ਇਸ ਲਈ ਇਤਿਹਾਸ 'ਚ ਬਕਾਲਾ ਆਇਆ ਵੀ ਮਾਤਾ ਜੀ ਕਹਿੰਦੇ ਬਕਾਲੇ ਨਗਰ ਵਿੱਚ ਜਾ ਕੇ ਮੈਂ ਵਸਾਂ। ਗੁਰ ਕੀ ਭੀ ਆਏ ਸਤਬ ਹੋਈ। ਤੇ ਨਾਲੇ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਇਹ ਆਗਿਆ ਕੀਤੀ ਸੀ ਵੀ ਜਿੱਥੇ ਸਾਡੇ ਮਾਤਾ ਗੰਗਾ ਜੀ ਦਾ ਅਕਾਲ ਚਲਾਣਾ ਹੋਇਆ, ਜਿੱਥੇ ਤੁਹਾਡੇ ਪੇਕਿਆਂ ਦਾ ਘਰ ਹੈ ਬਕਾਲੇ ਨਗਰ, ਤੁਸੀਂ ਉੱਥੇ ਸਾਡੇ ਮਗਰੋਂ ਜਾ ਕਰਕੇ ਰਹਿਣਾ ਹੈ। ਇਸ ਤਰ੍ਹਾਂ ਕੀਰਤਪੁਰ ਮਾਤਾ ਨਾਨਕੀ ਜੀ ਵਿਚਾਰਦੇ ਨੇ ਵੀ ਬਕਾਲੇ ਨਗਰ ਹੀ ਜਾਣਾ ਚਾਹੀਦਾ ਏ। ਕਰਿਓ ਚਾਹਤੇ ਆਪਣੇ ਚਿਤ ਸੋਈ। ਤੇ ਆਪਣੇ ਚਿੱਤ ਵਿੱਚ ਉਸੇ ਤਰ੍ਹਾਂ ਹੀ ਕਹਿੰਦੇ ਕਰਨਾ ਸਾਨੂੰ ਬਣਦਾ ਜਿਵੇਂ ਛੇਵੇਂ ਪਾਤਸ਼ਾਹ ਨੇ ਹੁਕਮ ਕੀਤਾ ਏ। ਸਕਲ ਸਮਾਜ ਸੰਭਾਰਨ ਕਰਿਓ। ਇਸ ਤਰ੍ਹਾਂ ਮਾਤਾ ਜੀ ਨੇ ਕੁਝ ਕੁ ਦਿਨਾਂ ਬਾਅਦ ਜੋ ਵੀ ਆਪਣਾ ਸਮਾਨ, ਜੋ ਵੀ ਵਸਤੂਆਂ ਸੰਭਾਲ ਲਈਆਂ। ਸਦਨ ਵਿਖੇ ਜੇਤ ਕਥੋ ਧਰਿਓ। ਜੋ ਕੁਝ ਵੀ ਘਰ ਦੇ ਵਿੱਚ ਲੋੜ ਦੀਆਂ ਵਸਤੂਆਂ ਹੁੰਦੀਆਂ ਨੇ ਸਭ ਕੁਝ ਹੀ ਪੰਡਾਂ ਬੰਨ੍ਹ ਲਈਆਂ। ਮੈਂ ਸਭ ਸੋ ਬੋ ਹੋਏ ਦੁਖਾਰੀ। ਇਸ ਪ੍ਰਕਾਰ ਦੇ ਨਾਲ ਜਦੋਂ ਤਿਆਰੀ ਹੋ ਗਈ, ਮਿਲ ਸਭ ਸੋਂ ਸਾਰਿਆਂ ਦੇ ਨਾਲ ਮੇਲ ਮਿਲਾਪ ਕੀਤਾ। ਆਪਣੀ ਭੈਣ ਮਰਵਾਹੀ ਜੀ ਦੇ ਨਾਲ ਵੀ ਮਿਲੇ ਨੇ, ਹੋਰ ਵੀ ਸੰਗਤਾਂ ਕੀਰਤਪੁਰ ਨਿਵਾਸੀਆਂ ਨਾਲ ਦੁੱਖ ਤਾਂ ਬਹੁਤ ਹੋਇਆ ਵਿਛੜਨ ਲੱਗਿਆ, ਪਰ ਮਹਾਰਾਜ ਦੀ ਆਗਿਆ ਨੂੰ ਮੰਨ ਕੇ ਤੁਰ ਪਏ ਹਨ। ਹੁਣ ਏਕਾਕੀ ਹਿਰਦੈ ਵਿਚਾਰੇ। ਹਿਰਦੇ ਇਕੱਲਿਆਂ ਰਹਿਣਾ ਵਿਚਾਰਿਆ, ਕਿਉਂਕਿ ਛੇਵੇਂ ਪਾਤਸ਼ਾਹ ਦੀ ਆਗਿਆ ਸੀ ਵੀ ਤੁਸੀਂ ਬਾਬਾ ਬਕਾਲਾ ਸਾਹਿਬ ਹੀ ਨਿਵਾਸ ਕਰਨਾ ਹੈ। ਸੁਤ ਬੋਲਿਓ ਆਪਣੇ ਸਾਥ। ਮਾਤਾ ਸ਼੍ਰੀ ਨਾਨਕੀ ਜੀ ਆਪਣੇ ਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਨਾਲ ਲੈ ਕੇ ਸਿਮਰਨ ਕਰਕੇ ਜਗ ਗੁਰਨਾਥ। ਤੇ ਤੁਰਨ ਲੱਗੇ ਆ। ਜਗਤ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਚੇਤੇ ਕੀਤਾ। ਮਹਾਰਾਜ ਦੇ ਦੇਵਰੇ ਤੇ ਸਤਿਗੁਰਾਂ ਦੇ ਅੰਗੀਠੇ ਦੇ ਲਾਗੇ ਆ ਕੇ ਅਰਦਾਸ ਕੀਤੀ ਏ। ਰਹੇ ਹਟਾਏ ਨ ਮਾਨੀ ਕੋਏ। ਮਾਤਾ ਮਰਵਾਹੀ, ਸੂਰਜਮਲ, ਹੋਰ ਵੀ ਕਈ ਸਿੱਖ ਕਹਿੰਦੇ ਰਹੇ ਮਾਤਾ ਜੀ ਤੁਸੀਂ ਇੱਥੇ ਹੀ ਰਹੋ, ਪਰ ਮਾਤਾ ਨਾਨਕੀ ਜੀ ਮੰਨੇ ਨਾ, ਕਹਿੰਦੇ ਵੀ ਸਾਡੇ ਸਵਾਮੀ ਪਤੀ ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਸੱਚਖੰਡ ਜਾਣ ਤੋਂ ਪਹਿਲਾਂ ਹੀ ਹੁਕਮ ਕੀਤਾ ਵੀ ਤੁਸੀਂ ਇੱਥੇ ਨਹੀਂ ਬਕਾਲੇ ਨਗਰ 'ਚ ਵਸਣਾ ਹੈ, ਇਸ ਕਰਕੇ ਸਾਨੂੰ ਜਾਣਾ ਹੀ ਪਵੇਗਾ। ਤਿਆਰ ਕੇ ਰਾਈ ਸਿਮਦਨ ਜੋਏ। ਸੋ ਇਸ ਪ੍ਰਕਾਰ ਦੇ ਨਾਲ ਸਭ ਤਿਆਰੀ ਕੀਤੀ ਹੈ। ਆਪਣੇ ਸਵਾਰ ਹੋਣ ਲਈ ਰੱਥ ਤਿਆਰ ਕੀਤੇ, ਬਲਦਾਂ ਦੇ ਗੱਡਿਆਂ ਦੇ ਸਮਾਨ ਲੱਦ ਲਿਆ। ਸੱਟਨ ਪਰ ਸਮੱਗਰੀ ਧਰ ਕੇ। ਸਭ ਸਮੱਗਰੀ ਘਰ ਦੀ ਗੱਡਿਆਂ ਦੇ ਉੱਤੇ ਬਲਦਾਂ ਦੇ ਸਮੇਤ ਰੱਖ ਕੇ ਨਿਸੇ ਘਰ ਤੇ ਦ੍ਰਿਗ ਜਲ ਭਰ ਕੇ। ਸ੍ਰੀ ਕੀਰਤਪੁਰ ਸਾਹਿਬ ਮਹਿਲਾਂ ਦੇ ਵਿੱਚੋਂ ਮਾਤਾ ਨਾਨਕੀ ਬਾਬੇ ਬਕਾਲੇ ਸਾਹਿਬ ਨੂੰ ਚੱਲੇ ਹਨ ਤੇ ਤੁਰਦਿਆਂ ਵੈਰਾਗ ਆਇਆ ਅੱਖਾਂ 'ਚੋਂ।
ਨੀਰ ਭਰ ਆਇਆ ਵੀ ਕਿੱਧਰ ਆਏ ਸੀ ਤੇ ਕਿੱਦਾਂ ਚੱਲੇ ਆ। ਸਿਰ ਦੇ ਸਾਈਂ ਨਾ ਆਏ ਸਨ। ਸਾਈਂ ਦੇ ਜਾਣ ਤੋਂ ਬਾਅਦ ਬਾਕੀ ਪਰਿਵਾਰ ਨਾਲੋਂ ਵਿਛੜ ਕੇ ਉਹਨਾਂ ਦੀ ਆਗਿਆ ਵਿੱਚ ਜਾਣਾ ਪੈ ਰਿਹਾ ਸੁਤ ਏ। ਕੋ ਚਪਲ ਤੁਰੰਗ ਚੜਾਇਓ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੜੇ ਸੋਹਣੇ ਚਤੁਰ ਘੋੜੇ ਤੇ ਸਵਾਰ ਕੀਤਾ ਵੀ ਤੁਸੀਂ ਘੋੜੇ ਤੇ ਚੱਲੋ। ਕੀਰਤਪੁਰ ਸ਼ੋਰਨ ਮਨ ਭਾਇਓ, ਫਿਰ ਅਖੀਰ ਅਰਦਾਸਾ ਸੋਧ ਕੇ ਕੀਰਤਪੁਰ ਸਾਹਿਬ ਛੱਡਣਾ ਹੀ ਚੰਗਾ ਲੱਗਾ। ਪਰੇ ਪੰਥ ਕੋ ਗਏ ਬਕਾਲੇ, ਤੇ ਸ੍ਰੀ ਕੀਰਤਪੁਰ ਸਾਹਿਬ ਦੇ ਮਾਰਗ ਤੋਂ ਚੱਲਦਿਆਂ ਹੋਇਆਂ ਬਕਾਲੇ ਗਏ ਤੋਂ ਭਾਵ ਇੱਥੇ ਜਿੱਥੇ ਸਾਧ ਸੰਗਤ ਮਹਾਰਾਜ ਸਾਹਿਬ ਦਾ ਇਹ ਪਾਵਨ ਸਥਾਨ ਹੈ। ਸ੍ਰੀ ਮਾਤਾ ਨਾਨਕੀ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਲੈ ਕੇ ਇਸ ਪਾਵਨ ਧਰਤੀ ਤੇ ਆਣ ਪਹੁੰਚੇ। ਤਾਂ ਸਦਨ ਚਿਨਵਾਏ ਵਿਸਾਲੇ, ਕਿਉਂਕਿ ਇੱਥੇ ਪਹਿਲਾਂ ਹੀ ਬਹੁਤ ਸੋਹਣੇ ਘਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਸਹੁਰੇ ਅਤੇ ਮਾਤਾ ਨਾਨਕੀ ਜੀ ਦੇ ਪੇਕੇ ਪਰਿਵਾਰ ਨੇ ਤਿਆਰ ਕੀਤਾ ਸੀ। ਹਰੀ ਚੰਦ ਆਦਿਕ ਉਹਨਾਂ ਨੇ ਮਹਾਰਾਜ ਸਾਹਿਬ ਦੇ ਕਹਿਣ ਦੇ ਫਿਰ ਅੰਮ੍ਰਿਤਸਰ ਸਾਹਿਬ ਨਿਵਾਸ ਕਰ ਲਿਆ, ਜਿਹਦਾ ਕਰਕੇ ਇਹ ਜਿੱਥੇ ਮਹਾਰਾਜ ਜੀ ਦੇ ਸਹੁਰਾ ਘਰ ਹੈ ਇਹਨੂੰ ਜਿੰਦਰੇ ਵੱਜੇ ਹੋਏ ਸਨ, ਤਾਲੇ ਲੱਗੇ ਸੀ। ਤੇ ਮਾਤਾ ਨਾਨਕੀ ਜੀ ਆਪਣੇ ਪੁੱਤਰ ਸ੍ਰੀ ਤੇਗ ਬਹਾਦਰ ਸਾਹਿਬ ਆਪਣੀ ਨੂੰਹ ਸ੍ਰੀ ਗੁਜਰੀ ਜੀ ਨੂੰ ਨਾਲ ਲੈ ਕਰਕੇ ਪਹੁੰਚੇ ਨੇ। ਘਰ ਪਹਿਲਾਂ ਹੀ ਤਿਆਰ ਸਨ। ਕਰਿਓ ਬਾਸਤੈ ਸਮੋ ਬਿਤਾਵਨ, ਤੇ ਸਭ ਸਾਫ ਸਫਾਈ ਕਰਕੇ ਇੱਥੇ ਫਿਰ ਆਪਣਾ ਪੜਾ ਕੀਤਾ। ਮਾਤਾ ਨਾਨਕੀ ਜੀ ਨੇ ਬੜਾ ਲੰਮਾ ਸਮਾਂ ਇੱਥੇ ਬਿਤਾਉਣਾ ਕੀਤਾ ਸ੍ਰੀ ਏ। ਗੁਰੂ ਤੇਗ ਬਹਾਦਰ ਪਾਵਨ, ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੋ ਬਹੁਤ ਹੀ ਪਾਵਨ ਪਵਿੱਤਰ ਬੁੱਧੀ ਵਾਲੇ ਹਨ। ਪੁੱਤਰ ਬਧੂ ਗੁਜਰੀ ਸੁਖ ਪਾਏ, ਆਪਣੇ ਪੁੱਤਰ ਸ੍ਰੀ ਤੇਗ ਬਹਾਦਰ ਆਪਣੀ ਨੂੰਹ ਸ੍ਰੀ ਗੁਜਰੀ ਦੇ ਸਮੇਤ ਬਾਬਾ ਬਕਾਲਾ ਸਾਹਿਬ ਦੇ ਵਿੱਚ ਨਿਵਾਸ ਕਰਕੇ ਮਾਤਾ ਨਾਨਕੀ ਬਹੁਤ ਖੁਸ਼ ਹੋਏ। ਤੀਨੋਂ ਬਸੇ ਜਾਏ ਤਿਸ ਥਾਏ, ਤੇ ਕਹਿੰਦੇ ਤਿੰਨੇ ਉਸ ਥਾਂ ਤੇ ਜਾ ਕੇ ਵਸੇ। ਉਸ ਥਾਂ ਤੋਂ ਭਾਵ ਕਿ ਇਹ ਜਿੱਥੇ ਕਵੀ ਜੀ ਪ੍ਰਸੰਗ ਲਿਖ ਰਹੇ ਆ ਉਸ ਹਿਸਾਬ ਨਾਲ ਕਹਿ ਰਹੇ ਆ। ਆਪਾਂ ਕਿਉਂਕਿ ਇਸੇ ਨਗਰੀ ਦੇ ਵਿੱਚ ਮਹਾਰਾਜ ਦੇ ਪਾਵਨ ਸਥਾਨਾਂ ਦੇ ਹਾਜ਼ਰੀਆਂ ਭਰ ਰਹੇ ਆ, ਭਾਵ ਅਰਥ ਇਹ ਲੈਣਾ ਵੀ ਇਸ ਅਸਥਾਨ ਤੇ ਆ ਕਰਕੇ ਮਾਤਾ ਨਾਨਕੀ ਜੀ ਵਸੇ ਨੇ। ਤੇ ਉਦੋਂ ਸਾਧ ਸੰਗਤ ਜਦੋਂ ਫਿਰ ਸਤਿਗੁਰੂ ਸਾਹਿਬ ਤੇਗ ਬਹਾਦਰ ਸਾਹਿਬ ਮਹਾਰਾਜ ਆਏ ਤੇ ਇਹ ਜੋ ਭੋਰਾ ਸਾਹਿਬ ਵਾਲਾ ਸਥਾਨ ਹੈ ਇਹ ਵੱਡਾ ਸਥਾਨ ਤੇ ਪੱਕਾ ਹੋਇਆ। 1931 ਸੇਵਾ ਆਰੰਭ ਹੋਈ। ਉਹ ਤੋਂ ਪਹਿਲਾਂ ਕੱਚਾ ਕੋਠਾ ਦੇ ਭੋਰਾ ਸਾਹਿਬ ਸੀ। ਤੇ ਉਹ ਪੁਰਾਤਨ ਜਿਵੇਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ ਗੁਰੂ ਸਾਹਿਬ ਜੀ ਬੰਦਗੀ ਇੱਥੇ ਕਰਦੇ ਹੁੰਦੇ ਸਨ, ਉਦੋਂ ਤੋਂ ਬੰਦਗੀ ਮਹਾਰਾਜ ਨੇ ਆਰੰਭ ਕੀਤੀ। ਫਿਰ 27 ਸਾਲ ਚੌਂਕੜਾ ਇਸ ਪਾਵਨ ਧਰਤੀ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਾਰ ਛੱਡਿਆ। ਬਹੁਤੇ ਮਹਾਰਾਜ ਬੰਦਗੀ 'ਚ ਹੀ ਲੀਨ ਰਹਿੰਦੇ ਸਨ ਕੀਰਤਪੁਰ ਸਾਹਿਬ ਤੋਂ ਆਉਣ ਤੋਂ ਬਾਅਦ। ਇਸ ਪ੍ਰਕਾਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਮਾਤਾ ਨਾਨਕੀ ਜੀ ਇੱਥੇ ਬਾਬਾ ਬਕਾਲਾ ਸਾਹਿਬ ਨਗਰ ਵਿਖੇ ਆ ਗਏ। ਦੋਹਰਾ ਸਾਹਿਬ ਭਾਣੇ ਨਰ ਪਠਿਓ, ਉਧਰ ਭਾਈ ਭਾਣਾ ਜੀ ਨੂੰ ਜਿਵੇਂ ਛੇਵੇਂ ਪਾਤਸ਼ਾਹ ਦੀ ਆਗਿਆ ਹੋਈ ਸੀ ਵੀ ਆਪਣਾ ਪੁੱਤਰ ਛੱਡ ਕੇ ਤੇ ਫਿਰ ਤੂੰ ਚਲਿਆ ਜਾਈਂ, ਇਹਨੇ ਵੀ ਇੱਕ ਸਿੱਖ ਨੂੰ ਭੇਜਿਆ ਰਮਦਾਸ ਨਗਰ। ਆਪਣੋ ਪੁੱਤਰ ਹਕਾਰ, ਉਹਨੂੰ ਕਿਹਾ ਜਾ ਮੇਰੇ ਪੁੱਤਰ ਸਰਵਣ ਨੂੰ ਕਹੀਂ ਤੇਰਾ ਪਿਤਾ ਸੱਦਦਾ ਹੈ ਤੈਨੂੰ ਕੀਰਤਪੁਰ। ਸਰਵਣ ਨਾਮ ਤਿਸ ਕੋ ਹੈ, ਜਿਸ ਦਾ ਨਾਮ ਸ਼ਰਵਣ ਹੈ, ਸ਼ਰਵਣ ਨਾਮ ਆਪਣੇ ਪੁੱਤਰ ਨੂੰ ਬਾਬਾ ਬੁੱਢਾ ਸਾਹਿਬ ਦੇ ਪੁੱਤਰੇ ਨੂੰ ਜਾ ਕੇ ਬ੍ਰਿਜ ਕੇ ਬੰਸ ਉਦਾਰ, ਬਾਬਾ ਬੁੱਢਾ ਸਾਹਿਬ ਜੀ ਦੀ ਪ੍ਰਗਟੀ ਬੰਸ ਰਮਦਾਸ ਨਗਰ ਵਿੱਚ ਰਹਿੰਦੀ ਹੈ। ਚੌਪਾਈ ਕੀਰਤਪੁਰ ਮੈਂ ਸੋ ਚਲਿਆ। ਜਦੋਂ ਸਿੱਖ ਨੇ ਆ ਕੇ ਕਿਹਾ ਵੀ ਤੇਰੇ ਪਿਤਾ ਜੀ ਨਗਰ ਆਉਣਾ ਚਾਹੁੰਦੇ ਆ ਤੇ ਪਹਿਲਾਂ ਤੁਹਾਨੂੰ ਚਾਹੁੰਦੇ ਨੇ ਤੁਸੀਂ ਕੀਰਤਪੁਰ ਸਾਹਿਬ ਆਓ, ਤੇ ਆਪਣੇ ਪਿਤਾ ਦਾ ਸੁਨੇਹਾ ਸਿੱਖ ਦੇ ਰਾਹੀਂ ਸੁਣ ਕੇ ਤੁਰੰਤ ਹੀ ਭਾਈ ਸਰਵਣ ਕੀਰਤਪੁਰ ਸਾਹਿਬ ਆ ਗਿਆ। ਗੁਰਜਸ ਭਲੇ ਭਾਗ ਸਮਝਾਇਓ, ਜਦੋਂ ਕੀਰਤਪੁਰ ਸਾਹਿਬ ਪਹੁੰਚੇ ਆਪਣੇ ਪਿਤਾ ਭਾਈ ਭਾਨੇ ਦੇ ਨਾਲ ਮਿਲਿਆ ਤਾਂ ਉਹਨੇ ਵੱਖ ਕਰਕੇ ਗੁਰੂ ਹਰਿ ਸਾਹਿਬ ਦਾ ਜਸ ਕਹਿ ਕੇ ਦੱਸਿਆ ਵੀ ਇਹ ਉੱਦਾਂ ਹੀ ਜਾਣਨਾ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਸਨ, ਉਹਨਾਂ ਵਰਗੇ ਹੀ ਸਮਰੱਥ ਨੇ ਗੁਰੂ ਹਰਿ ਸਾਹਿਬ। ਤੇ ਪੁੱਤਰ ਮੈਂ ਨਗਰ ਨੂੰ ਚਲੇ ਜਾਣਾ ਹੈ, ਮੇਰਾ ਸਰੀਰ ਦਾ ਸਮਾਂ ਆ ਗਿਆ, ਤੂੰ ਇੱਥੇ ਕੀਰਤਪੁਰ ਵਸ ਕੇ ਸੇਵਾ ਕਰ। ਬੜੀ ਭਲੇ ਪ੍ਰੇਮ ਪਿਆਰ ਦੇ ਨਾਲ ਬਹੁਤੇ
ਸਤਿਗੁਰੂ ਦੀ ਸ਼ਰਧਾ ਦੇ ਬਚਨ ਕਹਿ ਕਹਿ ਕੇ ਭਾਈ ਭਾਨੇ ਨੇ ਆਪਣੇ ਪੁੱਤਰ ਨੂੰ ਸਮਝਾਇਆ ਵੀ ਸੇਵਾਦਾਰ ਬਣ ਕੇ ਰਹਿਣਾ ਸੇ ਏ। ਹਰਿ ਰਾਏ ਬਾਹਾਂ ਪਕੜਾਈ। ਤੇ ਫਿਰ ਤੁਰਨ ਤੋਂ ਪਹਿਲਾਂ ਸ੍ਰੀ ਗੁਰੂ ਹਰਿਰਾਏ ਸਾਹਿਬ 7ਵੇਂ ਪਾਤਸ਼ਾਹ ਨੂੰ ਬਾਂਹ ਫੜਾਤੀ ਆਪਣੇ ਪੁੱਤਰ ਦੀ। ਮਹਾਰਾਜ ਆ ਫੜੋ ਬਾਂਹ, ਇਹ ਤੁਹਾਡੇ ਲੜ ਲਾਇਆ, ਇਹਨੂੰ ਸੇਵਾ ਵਿੱਚ ਰੱਖੋ। ਆਪਣੇ ਨਿਕਟ ਰੱਖੋ ਸੁਖਦਾਈ। ਤੇ ਇਹ ਸੁੱਖਾਂ ਦੇ ਦੇਣ ਵਾਲੇ ਸਤਿਗੁਰੂ ਸਦਾ ਇਹਨੂੰ ਆਪਣੀ ਚਰਨ ਸ਼ਰਨ ਰੱਖੋ ਹੁਣ। ਆਪ ਕਰੀ ਭਾਨੇ ਪਗ ਨਮੋ। ਤੇ ਇਸ ਤਰ੍ਹਾਂ ਆਪ ਮਹਾਰਾਜ ਕੋ ਆਗਿਆ ਲੈ ਕੇ ਭਾਈ ਭਾਨਾ ਜੀ ਨਗਰ ਨੂੰ ਜਾਣ ਵਾਸਤੇ ਗੁਰਾਂ ਨੂੰ ਮੱਥਾ ਟੇਕਿਆ। ਗੁਰ ਤੇ ਵਿਦਾ ਹੋਏ ਤੇ ਸਮੋ। ਤੇ ਪਾਤਸ਼ਾਹ ਜੀ ਨੂੰ ਮੱਥਾ ਟੇਕ ਕੇ ਸ੍ਰੀ ਕੀਰਤਪੁਰ ਸਾਹਿਬ ਤੋਂ ਵਿਦਿਆ ਹੋ ਗਏ। ਪਹੁੰਚਿਓ ਆਪਨ ਗ੍ਰਾਮ ਰਮਦਾਸ। ਰਮਦਾਸ ਨਗਰ ਵਿੱਚ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਦੀ ਬੰਸ ਵਸ ਰਹੀ ਹੈ, ਉੱਥੇ ਭਾਈ ਭਾਨਾ ਜੀ ਆਪਣੇ ਘਰੇ ਆਣ ਪਹੁੰਚੇ। ਕੇਤਕ ਸਮੋ ਸਦਨ ਮਹਿ ਬਾਸ। ਕੁਝ ਕੁ ਸਮਾਂ ਆਪਣੇ ਘਰ ਦੇ ਵਿੱਚ ਰਹਿੰਦੇ ਆ, ਬੱਚਿਆਂ ਦੇ ਵਿੱਚ ਪੋਤਰਿਆਂ ਦੇ ਵਿੱਚ ਸਮਾਂ ਬਤੀਤ ਕੀਤਾ। ਤਨ ਕੋ ਤਿਆਗ ਗੁਰੂ ਪੁਰ ਗਇਓ। ਤੇ ਫਿਰ ਜਦੋਂ ਸਰੀਰ ਦਾ ਅੰਤ ਸਮਾਂ ਆਇਆ, ਸਰੀਰ ਸਹਿਜੇ ਹੀ ਤਿਆਗ ਕਰਕੇ ਗੁਰਪੁਰੀ ਦੇ ਵਿੱਚ ਭਾਵ ਸੱਚਖੰਡ ਨੂੰ ਚਲੇ ਗਏ। ਬ੍ਰਹਮ ਗਿਆਨ ਕੋ ਜੇ ਸੁਖ ਪਾਇਓ। ਤੇ ਬ੍ਰਹਮ ਗਿਆਨ ਦਾ ਜਿਨ੍ਹਾਂ ਨੇ ਬਹੁਤ ਭਾਰੀ ਸੁਖ ਮਾਣਿਆ ਸੀ, ਗੁਰਾਂ ਦੀ ਸੰਗਤ ਵਿੱਚ ਰਹਿ ਕੇ ਬ੍ਰਹਮ ਗਿਆਨ ਹੋਣ ਕਰਕੇ ਬੜੇ ਸੁਖ ਮਾਣੇ, ਉਹ ਭਾਈ ਭਾਨਾ ਜੀ ਸੱਚਖੰਡ ਚਲੇ ਗਏ ਹਨ। ਕੀਰਤਪੁਰ ਮੈਂ ਸ੍ਰੀ ਹਰਿ ਰਾਏ। ਤੇ ਇਧਰ ਸ੍ਰੀ ਕੀਰਤਪੁਰ ਸਾਹਿਬ ਦੇ ਵਿੱਚ ਗੁਰੂ ਹਰਿਰਾਏ ਸਾਹਿਬ ਮਹਾਰਾਜ ਰਹੇ ਬਿਰਾਜਤ ਗੁਰਤਾ ਪਾਏ। ਮਹਾਰਾਜ ਬਿਰਾਜਤ ਤੋਂ ਹੁੰਦਾ ਵੀ ਪ੍ਰਕਾਸ਼ ਰਹੇ ਨੇ, ਸ਼ੋਭ ਰਹੇ ਹਨ ਗੁਰਤਾ ਗੱਦੀ ਦੇ ਸਿੰਘਾਸਣ ਤੇ। ਸੂਰਜ ਮਲ ਰਹੇ ਨਿਕਟ ਸਦੀਵਾ। ਤੇ ਫਿਰ ਵੇਖੋ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦਾ ਵੱਡਾ ਪੁੱਤਰ ਬਾਬਾ ਸੂਰਜਮਲ, ਇਹਨੇ ਸਿੱਖੀ ਮੰਗੀ ਸੀ ਨਾ, ਮਹਾਰਾਜ ਮੈਨੂੰ ਸਿੱਖੀ ਹੀ ਦੇ ਦਿਓ, ਮੈਂ ਗੁਰਿਆਈ ਨਹੀਂ ਮੰਗਦਾ। ਹੁਣ ਸਿੱਖ ਬਣ ਕੇ ਹਰ ਵੇਲੇ ਗੁਰੂ ਹਰਿਰਾਏ ਸਾਹਿਬ ਦੇ ਨੇੜੇ ਹੀ ਰਹਿੰਦਾ ਹੈ। ਕਹੇ ਪਿਤਾ ਕੇ ਕਰ ਮਨ ਨੀਵਾ। ਹਾਂ, ਮਨ ਨੀਵਾ ਰੱਖਿਆ, ਇਹ ਨਹੀਂ ਜਣਾਇਆ ਵੀ ਇਹ ਤੇ ਮੇਰਾ ਭਤੀਜਾ ਹੈ, ਰਿਸ਼ਤੇਦਾਰੀ 'ਚ ਮੇਰੇ ਤੋਂ ਛੋਟਾ ਏ, ਮੈਂ ਵੱਡਾ ਲੱਗਦਾ ਚਾਚਾ। ਇੱਦਾਂ ਦੀ ਭਾਵਨਾ ਸੂਰਜਮਲ ਵਿੱਚ ਨਹੀਂ ਕਦੀ ਆਈ। ਗੁਰੂ ਹਰਗੋਬਿੰਦ ਸਾਹਿਬ ਦੀ ਆਗਿਆ ਅਨੁਸਾਰ ਨੀਵਾਂ ਮਨ ਰੱਖ ਕੇ 7ਵੇਂ ਪਾਤਸ਼ਾਹ ਨੂੰ ਗੁਰੂ ਨਾਨਕ ਸਾਹਿਬ ਦਾ ਰੂਪ ਜਾਣ ਕੇ ਸੇਵਾ ਵਿੱਚ ਰਹਿੰਦੇ ਹਨ। ਕੇਤਕ ਮਾਸ ਬਤੀਤੇ ਜਬੈ। ਇਸ ਤਰ੍ਹਾਂ ਕਈ ਮਹੀਨਿਆਂ ਦਾ ਸਮਾਂ ਜਦੋਂ ਗੁਰਿਆਈ ਤੇ ਬਰਾਜਿਆਂ ਨੂੰ ਬਤੀਤ ਹੋਇਆ, ਮਰਵਾਹੀ ਤਨ ਤਿਆਗਿਓ ਤਬੈ। ਮਹਾਰਾਜ ਸਾਹਿਬ ਜੀ ਦੇ ਮਹਿਰ ਸ੍ਰੀ ਮਾਤਾ ਮਰਵਾਹੀ ਜੀ ਨੇ ਵੀ ਸਰੀਰ ਤਿਆਗਿਆ, ਇਹ ਵੀ ਗੁਰਪੁਰੀ ਚਲੇ ਗਏ। ਜਥਾ ਜੋਗ ਤੇ ਕੋ ਸੰਸਕਾਰ। ਮਾਤਾ ਮਰਵਾਹੀ ਜੀ ਜਦ ਸੱਚਖੰਡ ਗਏ ਹੈ ਤੇ ਉਹਨਾਂ ਦਾ ਜਥਾ ਜੋਗ ਜੋ ਵੀ ਅੰਤਮ ਸੰਸਕਾਰ ਦੀ ਮਰਿਆਦਾ ਸੀ, ਕਰਮ ਕਰਾਏ ਪੁੱਤਰ ਤਬ ਸਾਰਾ। ਹਾਂ, ਬਾਬਾ ਸੂਰਜਮਲ ਜੀ ਨੇ ਸਹਿਜੇ ਸਹਿਜੇ ਗੁਰੂ ਹਰਿਰਾਏ ਸਾਹਿਬ ਜੀ ਦੀ ਆਗਿਆ ਨਾਲ ਸਾਰੀ ਮਰਿਆਦਾ ਪੂਰੀ ਕੀਤੀ ਹੈ। ਦੇਨ ਸਦਾਨ ਅਧਿਕ ਤਿਸ ਕਾਲਾ। ਅਤੇ ਬਹੁਤ ਸਾਰਾ ਆਪਣੀ ਮਾਤਾ ਦੇ ਸੱਚਖੰਡ ਜਾਣ ਤੇ ਲੋੜਵੰਦਾਂ ਨੂੰ ਦਾਨ ਦਿੱਤਾ ਏ। ਸਾਧਤ ਜਨ ਤ੍ਰਿਪਤਾਵਤ ਜਾਲਾ। ਸਾਧੂ ਮਹਾਤਮਾ ਨਾਮ ਜਪਣ ਵਾਲੇ, ਕੋਈ ਗਰੀਬ ਗੁਰਬਾ, ਉਹਨਾਂ ਨੂੰ ਕਹਿੰਦੇ ਰਜਾ ਦਿੱਤਾ, ਤ੍ਰਿਪਤ ਕਰ ਦਿੱਤਾ, ਕਮੀ ਨਹੀਂ ਰਹਿਣ ਦੀ ਕੋਈ ਸੂਰਜਮਲ ਜੀ ਨੇ। ਜੋ ਨਹਿ ਆਏ ਸਿੱਖ ਮਸੰਦ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਸੱਚਖੰਡ ਗਏ ਸੀ, ਕਈ ਮਸੰਦ ਕਈ ਸਿੱਖ ਦੂਰ ਹੋਣ ਕਰਕੇ ਨਹੀਂ ਸੀ ਜਿਹੜੇ ਪਹੁੰਚੇ। ਸੁਧ ਸੁਨ ਸ੍ਰੀ ਹਰਿਗੋਬਿੰਦ। ਜਦੋਂ ਉਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੱਚਖੰਡ ਜਾਣ ਦੀ ਖਬਰ ਮਿਲੀ, ਉਹ ਵੀ ਕੀਰਤਪੁਰ ਸਾਹਿਬ ਆ ਗਏ। ਕੇਤਕ ਸੰਮਤ ਮਹਿ ਚਲੇ ਆਵਤ। ਕਿਉਂਕਿ ਕੋਈ ਸਿੱਖ ਮਸੰਦ ਸਾਲ ਦੇ ਵਿੱਚ ਇੱਕ ਵਾਰ ਗੁਰੂ ਦੀ ਸ਼ਰਨ ਆਉਂਦਾ ਸੀ, ਖਸ਼ਟ ਮਾਸ ਮਹਿ ਕੋ ਦਰਸਾਵ। ਤੇ ਕੋਈ 6 ਮਹੀਨੇ ਪਿਛੋਂ ਆ ਕੇ ਦਰਸ਼ਨ ਕਰਦਾ ਹੈ। ਉਦੋਂ ਕਿਉਂਕਿ ਬੜੀ ਦੂਰ ਦੂਰ ਪੈਂਡੇ ਤੈਅ ਕਰਨੇ ਪੈਂਦੇ, ਜਾਣਾ ਵੀ ਤੁਰ ਕੇ ਹੀ ਬਹੁਤਾ ਕਰਦਾ, ਕਿਸੇ ਵਿਰਲੇ ਕੋਲ ਰਥ ਘੋੜਾ ਹੁੰਦਾ ਸੀ, ਬਹੁਤੀ ਸੰਗਤ ਤੁਰ ਕੇ ਆਉਂਦੀ। ਇਸ ਕਰਕੇ ਕੋਈ ਸਾਲ ਪਿਛੋਂ ਕੋਈ 6 ਮਹੀਨੇ ਮਹਾਰਾਜ ਦੇ ਦਰਸ਼ਨ ਕਰਦਾ ਸੀ। ਉਹਨਾਂ ਵੀ ਆ ਕੇ ਗੁਰੂ ਹਰਿਰਾਏ ਸਾਹਿਬ ਜੀ ਦੇ ਦਰਸ਼ਨ ਕੀਤੇ ਸਤਿਗੁਰੂ ਦੇ ਸੱਚਖੰਡ ਜਾਣ ਤੋਂ ਬਾਅਦ। ਸੋ ਸਭ ਲਏ ਅਕੋਰਨ ਆਏ। ਸਾਰੇ ਹੀ ਭੇਟਾਵਾਂ ਲੈ ਲੈ ਕੇ ਕੀਰਤਪੁਰ ਸਾਹਿਬ ਪਹੁੰਚੇ ਨੇ। ਭਗਤੂ ਬਹਿਲੋ ਸਿੱਖ ਸਮੁਦਾਇ। ਤੇ ਭਾਈ ਭਗਤੂ, ਭਾਈ ਬਹਿਲੋ ਆਦਿਕ ਜਿਹੜੇ ਬ੍ਰਹਮ ਗਿਆਨੀ ਸਿੱਖ ਹਨ,
ਇਹ ਚਲੇ ਗਏ ਸਨ ਨਗਰਾਂ ਨੂੰ, ਪਰ ਫਿਰ ਦੁਬਾਰਾ ਆ ਗਏ। ਨਿਜ ਨਿਜ ਸੰਗਤ ਕੋ ਸੰਗ ਲਿਆਏ। ਤੇ ਜਿਹੜੇ ਆਪਣੇ ਇਲਾਕੇ ਜੋ ਆਉਂਦੇ ਨੇ, ਜਦੋਂ ਭਾਈ ਬਹਿਲੋ ਜੀ, ਭਾਈ ਭਗਤੂ ਜੀ ਨਾਲ ਬੇਅੰਤੀ ਸੰਗਤ ਵੀ ਗੁਰੂ ਦੇ ਦਰਸ਼ਨਾਂ ਲਈ ਲੈ ਕੇ ਆਉਂਦੇ ਹਨ। ਪੂਜੇ ਚਰਨ ਗੁਰੂ ਹਰਿ ਰਾਏ। ਤੇ ਗੁਰੂ ਹਰਿ ਸਾਹਿਬ ਦੇ ਚਰਨਾਂ ਦੀ ਬ੍ਰਹਮ ਗਿਆਨੀ ਸਿੱਖ ਆਪ ਪੂਜਾ ਕਰਦੇ ਆ, ਹੋਰ ਸੰਗਤਾਂ ਨੂੰ ਲਿਆ ਕੇ ਉਹਨਾਂ ਕੋ ਮਹਾਰਾਜ ਦੇ ਦਰ ਘਰ ਦੀ ਸੇਵਾ ਕਰਾਉਂਦੇ ਹਨ। ਵੈਸਾਖੀ ਅਰ ਦੀਪਕ ਮਾਲਾ। ਵਿਸਾਖੀ ਦਾ ਜੋੜ ਮੇਲਾ ਹੋਵੇ, ਦੀਪਮਾਲਾ ਦਾ ਜੋੜ ਮੇਲਾ ਹੋਵੇ, ਦੋਵੇਂ 6 ਮਹੀਨਿਆਂ ਦੇ ਫਰਕ ਨਾਲ ਹੀ ਆਉਂਦੇ ਨੇ ਤਕਰੀਬਨ। ਆਨ ਮਿਲੇ ਕੀਰਤਪੁਰ ਜਾਲਾ। ਇਹਨਾਂ ਸਮਿਆਂ ਤੇ ਇਹ ਗੁਰਸਿੱਖ ਭਾਈ ਭਗਤੂ ਆਦਿਕ, ਭਾਈ ਬਹਿਲੋ ਕੀਰਤਪੁਰ ਸਾਹਿਬ ਆਣ ਕੇ ਸੰਗਤ ਨੂੰ ਲਿਆ ਕੇ ਮਿਲਦੇ ਹਨ। ਮਨੋ ਕਾਮਨਾ ਚਾਹੈ ਸੁ ਭਾਵੈ। ਤੇ ਜੋ ਮਨ ਦੀ ਇੱਛਾ ਹੁੰਦੀ ਉਹੀ ਸਤਵੇਂ ਪਾਤਸ਼ਾਹ ਕੋਲ ਬੇਨਤੀ ਕਰਕੇ ਪਾ ਲੈਂਦੇ ਨੇ। ਕਰਾਮਾਤ ਕਾਮਲ ਦਰਸਾਵੈ। ਕਿਉਂਕਿ ਮਹਾਰਾਜ ਗੁਰੂ ਹਰਿ ਸਾਹਿਬ ਜੀ ਨੂੰ ਕਰਾਮਾਤ ਦੇ ਵਿੱਚ ਕਾਮਲ ਪੂਰਾ ਜਾਣਦੇ ਨੇ, ਵੀ ਸਤਿਗੁਰੂ ਜੀ ਕਰਾਮਾਤਾਂ ਵਿੱਚ ਪੂਰੇ ਨੇ। ਸੂਰਜ ਮਲ ਪ੍ਰਾਪਤ ਸੁਖ ਰਸਾ। ਤੇ ਬਾਬਾ ਸੂਰਜਮਲ ਵੀ ਸੁਖ ਪ੍ਰਾਪਤ ਕਰ ਰਿਹਾ ਸਤਵੇਂ ਪਾਤਸ਼ਾਹ ਜੀ ਦੀ ਸੇਵਾ ਵਿੱਚ। ਬੈਠੇ ਬਿਕਸ ਭਤੀਜੇ ਪਾਸਾ। ਸੰਸਾਰੀ ਰਿਸ਼ਤਾ ਜੋ ਚਾਚੇ ਭਤੀਜੇ ਦਾ ਹੈ, ਆਪਣੇ ਭਤੀਜੇ ਭਾਵ ਗੁਰੂ ਹਰਿ ਸਾਹਿਬ ਦੇ ਕੋਲ ਹੀ ਬੈਠਦਾ ਹਰ ਸਮੇਂ। ਚਾਹੇ ਸੁਪਾਵੈ ਵਸਤ ਮਹਾਨਾ। ਤੇ ਫਿਰ ਜੋ ਚਾਹੁੰਦੇ ਨੇ ਸੂਰਜਮਲ ਜੀ ਗੁਰੂ ਘਰ ਚੋਂ ਹਰ ਇੱਕ ਮਹਾਨ ਤੋਂ ਮਹਾਨ ਵਸਤੂ ਗੁਰੂ ਹਰਿ ਸਾਹਿਬ ਦਿੰਦੇ ਨੇ, ਆਦਰ ਕਰਦੇ ਨੇ ਪੂਰਾ। ਮਿਲਿਓ ਕਰਤਾ ਆਪਣੀ ਗੁਜ਼ਰਾਨਾ। ਐਵੇਂ ਮਹਾਰਾਜ ਨਾਲ ਮਿਲ ਕੇ ਹੀ ਆਪਣਾ ਗੁਜ਼ਾਰਾ ਕੀਤਾ ਸੂਰਜਮਲ ਨੇ। ਜਿਵ ਸ੍ਰੀ ਹਰਗੋਬਿੰਦ ਟਿਕਿਆ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਕੋਲ ਰੋਜ਼ ਆ ਕੇ ਬੈਠ ਜਾਂਦੇ ਸੀ ਨਾ ਸੂਰਜਮਲ ਜੀ, ਤਿਮ ਚਾਹੁ ਦਿਸ਼ ਤੇ ਸਿੱਖ ਉਮੜਾਵੈ। ਅਤੇ ਫਿਰ ਇਸੇ ਤਰ੍ਹਾਂ ਜਿਵੇਂ 4 ਦਿਸ਼ਾਵਾਂ ਦੀਆਂ ਸਿੱਖ ਸੰਗਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਆਉਂਦੀਆਂ ਸਨ, ਉਵੇਂ ਹੀ ਹੁਣ ਸਤਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਦੇ ਲਈ ਵੀ ਉਮੜ ਕੇ ਹੁੰਦਾ, ਵੀ ਜਿਵੇਂ ਬੱਦਲ ਆਉਂਦੇ ਨੇ ਨਾ ਉੱਡ ਉੱਡ ਕੇ, ਐਵੇਂ ਉੱਡ ਕੇ ਮਹਾਰਾਜ ਸਾਹਿਬ ਨੂੰ ਵੇਖਣ ਸਤਿਗੁਰਾਂ ਦੇ ਦਰਸ਼ਨ ਕਰਨ ਆਉਂਦੇ ਨੇ। ਕੇਤਕ ਚਿਤ ਮਹਿ ਚਿਤਵਤ ਬਾਤੀ। ਕਈ ਤਾਂ ਆਪਣੇ ਚਿੱਤ ਵਿੱਚ ਰਾਹ ਦੇ ਵਿੱਚ ਪਾਤਸ਼ਾਹ ਦੀ ਪਰਖ ਜੀ ਮਾਨੋ ਕਰਨ ਦੇ ਲਈ ਕਈ ਗੱਲਾਂ ਸੋਚ ਕੇ ਆਉਂਦੇ ਹਨ। ਪਰਖਨ ਹਿਤ ਅਜ਼ਮਤ ਬਖਿਆਤੀ। ਕਹਿੰਦੇ ਵੀ ਇਦਾਂ ਹੈ ਵੀ ਭਰੋਸਾ ਤੇ ਸਾਨੂੰ ਪੂਰਾ ਹੈ ਗੁਰੂ ਦੇ, ਪਰ ਫੇਰ ਵੀ ਥੋੜਾ ਜਿਹਾ ਮਹਾਰਾਜ ਦੀ ਕੋਈ ਮਨ ਵਿੱਚ ਫੁਰਨਾ ਜਿਹਾ ਕਰ ਲੈਂਦੇ, ਵੀ ਇਦਾਂ ਜੇ ਸਤਿਗੁਰੂ ਬੁੱਝ ਲੈਣ ਨਾ ਸਾਡੇ ਦਿਲ ਦੀ। ਜਿਵੇਂ ਮਨਸੁਖ ਸ਼ਾਹੂਕਾਰ ਜਦੋਂ ਆਇਆ ਸੀ ਲਾਹੌਰੋਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਰਸ਼ਨ ਕਰਨ ਭਾਈ ਭਗੀਰਥ ਦੇ ਨਾਲ, ਤੇ ਉਹਨੇ ਮਨ 'ਚ ਇਹੀ ਫੁਰਨਾ ਕੀਤਾ ਸੀ ਵੀ ਜੇ ਤਾਂ ਮੇਰੇ ਮਨ ਦੀ ਬੁੱਝ ਲੈਣ ਫੇਰ ਮੈਨੂੰ ਮੈਂ ਪੂਰੇ ਗੁਰੂ ਨੇ। ਇਸੇ ਤਰ੍ਹਾਂ ਸੰਗਤਾਂ ਆਉਂਦੀਆਂ ਰਸਤੇ ਵਿੱਚ ਕੋਈ ਮਨ ਦਾ ਫੁਰਨਾ ਜਿਹਾ ਉਠਾ ਲੈਂਦੇ, ਵੀ ਇਦਾਂ ਜੇ ਮਹਾਰਾਜ ਕਹਿ ਦੇਣ ਨਾ ਕਰਾਮਾਤ ਨਾਲ ਪ੍ਰਗਟ ਹੀ, ਤਾਂ ਫੇਰ ਸਾਡਾ ਭਰੋਸਾ ਵੱਧ ਜਾਵੇਗਾ। ਕਰਾਮਾਤ ਰਤਨਾਕਰ ਭਰਿਓ। ਤੇ ਮਹਾਰਾਜ ਜਿਹੋ ਜੀ ਕੋਈ ਇੱਛਾ ਰੱਖਦਾ ਉਹਦੀ ਉਹੋ ਜੀ ਇੱਛਾ ਹੀ ਗੁਰੂ ਹਰਿ ਸਾਹਿਬ ਪੂਰੀ ਕਰ ਦਿੰਦੇ, ਕਿਉਂਕਿ ਕਰਾਮਾਤਾਂ ਦੇ ਤਾਂ ਸਮੁੰਦਰ ਸਨ। ਜਿਵੇਂ ਸਮੁੰਦਰ ਦਾ ਅੰਤ ਨਹੀਂ, ਐਵੇਂ ਸਤਵੇਂ ਪਾਤਸ਼ਾਹ ਦੀਆਂ ਸ਼ਕਤੀਆਂ ਦਾ ਅੰਤ ਨਹੀਂ ਹੈ। ਕਿਮ ਸੋ ਦੁਰੇ ਤਰਨ ਜਨ ਤਰਿਓ। ਜਿਵੇਂ ਸੂਰਜ ਚੜਿਆ ਹੋਵੇ ਆਕਾਸ਼ ਵਿੱਚ, ਉਹ ਕਿਵੇਂ ਲੁਕ ਸਕਦਾ ਹੈ, ਸਾਰਿਆਂ ਨੂੰ ਦਿਖਦਾ ਹੈ ਨਾ। ਐਵੇਂ ਗੁਰੂ ਹਰਿ ਸਾਹਿਬ ਮਹਾਰਾਜ ਸ਼ਕਤੀਆਂ ਦੇ ਮਾਲਕ ਸੂਰਜ ਦੀ ਨਿਆਈ ਪ੍ਰਗਟ ਹੀ ਸਾਰਿਆਂ ਨੂੰ ਦਿਖਦੇ ਆ। ਜੋ ਜੋ ਭਾਵਨਾ ਕਰਕੇ ਸਿੱਖ ਆਉਂਦਾ ਉਹੀ ਮਹਾਰਾਜ ਪ੍ਰਗਟ ਕਰਕੇ ਵਿਖਾ ਦਿੰਦੇ ਨੇ। ਚੌਚਕਾਂ ਸੰਸੈ ਸੋ ਅੰਧੇਰਾ। ਏਦਾਂ ਮੰਨ ਲਓ ਵੀ ਜਿਹੜੇ 4 ਚੱਕਾਂ ਦੀ ਸੰਗਤ ਆਉਂਦੀ, ਜਿਨ੍ਹਾਂ 'ਚ ਸੰਸੇ ਰੂਪੀ ਭੁਲੇਖੇ ਰੂਪੀ ਥੋੜਾ ਜਿਹਾ ਹਨੇਰਾ ਆ ਜਾਂਦਾ ਏ। ਦੂਰ ਨਹਿ ਲਾਗੀ ਦੇਰਾ। ਮਹਾਰਾਜ ਜਿਵੇਂ ਸੂਰਜ ਚੜ੍ਹਨ ਨਾਲ ਰਾਤ ਦਾ ਹਨੇਰਾ ਉੱਡ ਜਾਂਦਾ ਏ, ਉਹਨਾਂ ਦੇ ਸੰਸੇ ਰੂਪੀ ਹਨੇਰੇ ਨੂੰ ਦੂਰ ਕਰਦੇ ਨੇ, ਦੇਰ ਨਹੀਂ ਲੱਗਦੀ ਫੇਰ। ਭਗਤੂ ਰਹਿ ਨਿਕਟ ਹਿਤ ਧਰੈ। ਭਾਈ ਭਗਤੂ ਜੀ ਬੜਾ ਪ੍ਰੇਮ ਕਰਕੇ ਮਹਾਰਾਜ ਸਤਵੇਂ ਪਾਤਸ਼ਾਹ ਦੇ ਕੋਲ ਹੀ ਰਹਿਣ ਲੱਗ ਪਏ ਕੀਰਤਪੁਰ ਸਾਹਿਬ। ਪ੍ਰੇਮ ਸਹਿਤ ਦਰਸ਼ਨ ਕੋ ਕਰੈ। ਬਹੁਤਾ ਪ੍ਰੇਮ ਹੈ ਦਿਲ ਵਿੱਚ, ਤੇ ਨੇਤੀ ਸਤਵੇਂ ਪਾਤਸ਼ਾਹ ਦੇ ਦਰਸ਼ਨ ਕਰਦੇ ਹਨ। ਬ੍ਰਿਧ ਭਇਓ ਬੋ ਬੈ ਸਦਹਾਈ। ਸਰੀਰ ਕਰਕੇ ਕਹਿੰਦੇ ਬਿਰਧ ਹੋ ਗਿਆ, ਬੜੀ ਉਮਰ ਗੁਰੂ ਘਰ ਦੀ ਸੇਵਾ ਕਰਦੇ ਆ ਭਾਈ ਭਗਤੂ ਨੇ ਬਤੀਤ ਕੀਤੀ ਹੈ। ਚਾਹੇ ਗੁਰੂ ਢਿਗ ਸੇਵ ਕਮਾਈ। ਪਰ ਫੇਰ ਵੀ ਬਿਰਧ ਵੀ ਹੋ ਗਿਆ, ਹਾਲਾਂ ਵੀ ਇਹੀ ਚਾਹੁੰਦਾ ਹੈ ਵੀ ਮੈਂ ਕੋਈ ਨਾ ਕੋਈ ਗੁਰੂ ਸਾਹਿਬ ਦੇ ਘਰ ਦੀ ਹੱਥੀਂ ਸੇਵਾ ਕਰਦਾ ਰਵਾਂ।
ਐਦਾਂ ਵਿਹਲਿਆਂ ਬਹਿ ਕੇ ਨਹੀਂ ਚੰਗੇ ਲੱਗਦਾ। ਬੀਤ ਗਇਓ ਕੇਤਿਕ ਜਬ ਸਮੋ, ਹਾਂ, ਕਈ ਦਿਨ ਇਸ ਤਰ੍ਹਾਂ ਜਦੋਂ ਬਤੀਤ ਹੋ ਗਏ ਮਹਾਰਾਜ ਦੇ ਦਰਸ਼ਨ ਕਰਦੇ ਆ, ਰਹੇ ਨਿਕਟ ਦਰਸ਼ਨ ਕਰ ਨਮੋ। ਤੇ ਮਹਾਰਾਜ ਦੇ ਦਰਸ਼ਨ ਕਰਕੇ ਭਾਈ ਭਗਤੂ ਮੱਥਾ ਟੇਕਦਾ ਹਰ ਵੇਲੇ। ਇੱਕ ਦਿਨ ਹੱਥ ਜੋੜ ਕਰ ਕਹੇ, ਹਾਂ, ਜੋ ਮਨ ਦਾ ਫੁਰਨਾ ਸੀ ਹੱਥ ਜੋੜ ਕੇ ਸਤਵੇਂ ਪਾਤਸ਼ਾਹ ਨੂੰ ਇੱਕ ਦਿਨ ਭਾਈ ਭਗਤੂ ਨੇ ਬੇਨਤੀ ਕਰ ਹੀ ਦਿੱਤੀ ਵੀ ਹੇ ਸੱਚੇ ਪਾਤਸ਼ਾਹ, ਸੇਵਾ ਬਖਸ਼ਿਓ ਮੈਂ ਚਿਤ ਚਹਿਓ। ਮਹਾਰਾਜ ਮੇਰਾ ਚਿੱਤ ਚਾਹੁੰਦਾ ਹੈ ਵੀ ਮੈਨੂੰ ਵੀ ਕੋਈ ਸੇਵਾ ਬਖਸ਼ੋ ਗੁਰੂ ਘਰ ਦੀ, ਮੈਨੂੰ ਵੀ ਗੁਰੂ ਘਰ ਦੀ ਕੋਈ ਜ਼ਿੰਮੇਵਾਰੀ ਲਾ ਦਿਓ ਵੀ ਜਿਹੜਾ ਮੈਂ ਤਨ ਦੇਹੀ ਦੇ ਨਾਲ ਨਿਭਾਵਾਂ ਹਰ ਸਮੇਂ। ਬਿਨ ਸੇਵਾ ਤੇ ਬੈਸਾ ਘਰ, ਕਿਉਂਕਿ ਬਿਨਾਂ ਸੇਵਾ ਕੀਤਿਆਂ ਜਿਹੜੀ ਉਮਰ ਲੰਘ ਰਹੀ ਹੈ ਉਹ ਤਾਂ ਬੇਅਰਥ ਹੀ ਹੈ। ਸੇਵਾ ਕੀਤੇ ਤੋਂ ਬਿਨਾਂ ਭਾਈ ਭਗਤੂ ਕਹਿੰਦਾ ਮਹਾਰਾਜ ਜ਼ਿੰਦਗੀ ਐਵੇਂ ਖਰਾਬ ਹੋ ਰਹੀ ਹੈ। ਵੇਖੋ ਸਿੱਖ ਦੀ ਭਾਵਨਾ ਹਾਲਾਂ ਬਿਰਧ ਹੋ ਗਿਆ ਸੇਵਾ ਕਰਦਿਆਂ, ਤੇ ਥੋੜੇ ਦਿਨ ਸੇਵਾ ਹੱਥੀ ਨਹੀਂ ਕੀਤੀ ਤੇ ਕਹਿੰਦਾ ਮਹਾਰਾਜ ਜੀਵਨ ਵਿਅਰਥ ਜਾ ਰਿਹਾ ਏ। ਮੈਂ ਨਾ ਬਿਤਾਵੋ ਕਰੋ ਸਕਾਰਥ, ਮਹਾਰਾਜ ਇਸ ਤਰ੍ਹਾਂ ਦੇ ਮੈਂ ਜ਼ਿੰਦਗੀ ਨਹੀਂ ਆਪਣੀ ਲੰਘਾਉਣੀ, ਮੈਂ ਤਾਂ ਆਪਣੀ ਜ਼ਿੰਦਗੀ ਸਖਾਰਤ ਸਫਲੀ ਕਰਨੀ ਹੈ। ਜੇ ਸਰੀਰ 'ਚ ਪ੍ਰਾਣ ਨੇ ਸਾਹ ਚੱਲਦੇ ਨੇ ਤੇ ਗੁਰੂ ਘਰ ਦੀ ਸੇਵਾ ਨਹੀਂ ਛੱਡਾਂਗਾ। ਜਿਸ ਦਿਨ ਬੈਠਿਓ ਭੀ ਬਿਤ ਜਾਵੇ, ਕਿਉਂਕਿ ਰਾਤ ਦਿਨ ਬੈਠੇ ਰਹਿਣ ਨਾਲ ਵੀ ਤੇ ਜੀਵਨ ਬਤੀਤ ਹੋ ਹੀ ਜਾਣਾ ਏ। ਤੇ ਇਸ ਕਰਕੇ ਉਹਦੇ ਨਾਲੋਂ ਚੰਗਾ ਹੈ ਵੀ ਸਫਲਾ ਕਰੋ, ਸੇਵਾ ਕਰਕੇ ਬਤੀਤ ਕਰੋ। ਸਫਲ ਤਿਨੋ ਗੁਰ ਸੇਵਕ ਮਾਵੈ, ਤੇ ਜਿਹੜਾ ਸਫਲਾ ਉਹਨਾਂ ਦਾ ਹੁੰਦਾ ਭਾਈ ਭਗਤੂ ਕਹਿੰਦਾ ਇਹ ਸਤਵੇਂ ਪਾਤਸ਼ਾਹ ਜਿਹੜੇ ਆਪ ਜੀ ਦੇ ਘਰ ਦੀ ਆਪ ਜੀ ਦੇ ਦਰ ਦੀ ਸੇਵਾ ਕਮਾਉਂਦੇ ਨੇ, ਜਨਮ ਉਹਨਾਂ ਦਾ ਸਫਲਾ ਹੁੰਦਾ ਏ। ਮਨ ਕੋ ਰਾਖਨ ਸਤਿਗੁਰ ਸਾਥ, ਹਾਂ, ਮਨ ਤੇ ਹਮੇਸ਼ਾ ਗੁਰੂ ਸਾਹਿਬ ਜੀ ਦੇ ਚਰਨ ਕਮਲਾਂ 'ਚ ਹੀ ਰੱਖਣਾ ਚਾਹੀਦਾ ਏ। ਗੁਰ ਸੇਵਾ ਮੈਂ ਪਗਰ ਹਾਥ, ਤੇ ਮਨ ਵੀ ਗੁਰੂ ਦੇ ਚਰਨਾਂ 'ਚ ਜੋੜ ਕੇ ਰੱਖੇ, ਫਿਰ ਗੁਰੂ ਸਾਹਿਬ ਦੀ ਸੇਵਾ ਵਿੱਚ ਹੀ ਆਪਣੇ ਪੈਰ ਲਾਵੇ। ਭਾਵ ਪੈਰਾਂ ਨਾਲ ਜਿੱਥੇ ਜਾਣਾ ਪਵੇ ਗੁਰੂ ਦੀ ਸੇਵਾ ਲਈ ਜਾਣਾ ਪਵੇ, ਹੱਥਾਂ ਨਾਲ ਜੋ ਵੀ ਕਰਨਾ ਹੈ ਉਹ ਵੀ ਗੁਰੂ ਦੀ ਸੇਵਾ ਹੀ ਕਰਨੀ ਪਵੇ। ਇਸ ਤਰ੍ਹਾਂ ਅੰਗ ਵੀ ਲੱਗਣ, ਮਨ ਵੀ ਜੁੜ ਜਾਵੇ। ਤਿਨ ਕੀ ਬੈ ਸਕਾਰਥੀ ਹੋਵੇ, ਤੇ ਭਾਈ ਭਗਤੂ ਹੱਥ ਜੋੜ ਕੇ ਕਹਿੰਦਾ ਹੈ ਸਤਵੇਂ ਪਾਤਸ਼ਾਹ ਉਹਨਾਂ ਦੀ ਉਮਰ ਸਫਲੀ ਹੁੰਦੀ ਹੈ ਨਾ ਜਿਹੜੇ ਮਨ ਗੁਰ ਚਰਨਾਂ ਨਾਲ ਲਾਉਂਦੇ ਆ, ਜਿਹੜੇ ਪੈਰਾਂ ਨਾਲ ਗੁਰੂ ਸਾਹਿਬ ਜੀ ਆਪ ਜੀ ਦੀ ਸੇਵਾ ਕਰਨ ਲਈ ਤੁਰ ਕੇ ਜਾਂਦੇ ਆ, ਜਿਹੜੇ ਹੱਥਾਂ ਨਾਲ ਗੁਰੂ ਘਰ ਦੀ ਸੇਵਾ ਕਰਦੇ ਆ, ਜੀਵਨ ਤੇ ਉਹਨਾਂ ਦਾ ਹੀ ਸਫਲ ਹੈ। ਜਨਮ ਜਨਮ ਕੀ ਮਲ ਕੋ ਧੋਵੈ, ਤੇ ਆਪ ਦੇ ਦਰ ਘਰ ਦੀ ਜਿਹੜੇ ਸਿੱਖ ਪ੍ਰੀਤਵਾਨ ਸੇਵਾ ਕਰਦੇ ਹੋ ਆਪਣੇ ਜਨਮਾਂ ਜਨਮਾਂਤਰਾਂ ਦੀ ਲੱਗੀ ਪਾਪਾਂ ਵਿਕਾਰਾਂ ਦੀ ਮੈਲ ਲਾ ਲੈਂਦੇ ਨੇ। ਛੇ ਹਰਿ ਰਾਏ ਬਿਰਦ ਕੋ ਦੇਖ, ਤੇ ਧੰਨ ਗੁਰੂ ਹਰਿ ਸਾਹਿਬ ਮਹਾਰਾਜ ਨੇ ਜਦੋਂ ਵੇਖਿਆ ਵੀ ਇਹ ਬਿਰਧ ਹੋ ਗਿਆ ਹੈ, ਭਾਈ ਭਗਤੂ ਸਾਰੀ ਉਮਰ ਸੇਵਾ ਕੀਤੀ ਹੈ ਤੇ ਹੁਣ ਸਰੀਰ ਦੀ ਵਡੇਰੀ ਉਮਰ ਹੈ, ਇਹ ਵੇਖ ਕਰਕੇ ਹਰਕਤ ਕਰੇ ਬਿਲਾਸ ਵਿਸ਼ੇ, ਮਹਾਰਾਜ ਨੇ ਖੁਸ਼ ਹੋ ਕੇ ਨਾ ਬਿਲਾਸ ਜਿਹਾ ਕੀਤਾ ਹੈ, ਕੌਤਕ ਜਿਹਾ ਕਰਨ ਵਾਸਤੇ ਗੁਰੂ ਹਰਿ ਸਾਹਿਬ ਕਹਿਣ ਲੱਗੇ, ਆਪ ਸਹੇਰ ਬੋ ਚਰਖਾ ਚਾਹੀਏ, ਕਹਿਣ ਲੱਗੇ ਭਾਈ ਭਗਤੂ ਹੁਣ ਹੋਰ ਕੀ ਕਰਨਾ ਹੈ, ਬਿਰਧ ਹੋ ਗਿਆ ਹੁਣ ਤੇ ਤੈਨੂੰ ਚਾਹੀਦਾ ਵੀ ਅਬ ਸਹੇਰ ਬੋ ਚਰਖਾ ਚਾਹੀਏ, ਵੀ ਹੁਣ ਚਰਖਾ ਸਹੇੜ ਲੈਣਾ ਚਾਹੀਦਾ ਏ। ਇਹ ਪੁਰਾਣੇ ਦਾ ਹਾਸੇ ਨਾਲ ਭਜਨ ਕਰਦੇ, ਭਾਵ ਕਿ ਤੇਰੀ ਹੁਣ ਕੋਈ ਸੇਵਾ ਕਰੇ, ਕੋਈ ਵਿਆਹ ਕਰਾ ਲਾ ਤੂੰ ਹੁਣ, ਜਿਸ ਤੇ ਬਿਰਦਾ ਪਨ ਨਿਰਭਈਆ, ਜਿਸ ਕਰਕੇ ਤੇਰੇ ਬੜੇਪੇ ਦਾ ਨਿਰਵਾਹ ਸੌਖਾ ਹੋ ਜਾਵੇ। ਮਹਾਰਾਜ ਸਾਹਿਬ ਜੀ ਕਹਿੰਦੇ ਵੀ ਹੁਣ ਤੂੰ ਬਿਰਧ ਹੋ ਗਿਆ, ਚਰਖਾ ਸਹੇੜ ਲੈ, ਕੋਈ ਆਨੰਦ ਕਾਰਜ ਕਰਾ ਲਾ, ਤੇਰੀ ਵੀ ਕੋਈ ਮਦਦ ਹੋ ਜੇ, ਤੇਰਾ ਵੀ ਕੋਈ ਸੇਵਾ ਕਰਕੇ ਹੱਥ ਪੱਲਾ ਵੰਡਾ ਦੇਵੇ। ਵਿਕਸਤ ਦੇਖ ਕਹਿ ਬੰਦ ਹਾਥ, ਮਹਾਰਾਜ ਸਾਹਿਬ ਦਾ ਬਚਨ ਸੁਣ ਕੇ ਭਾਈ ਭਗਤੂ ਹੱਸਣ ਲੱਗ ਪਿਆ ਤੇ ਦੋਵੇਂ ਹੱਥ ਜੋੜ ਕੇ ਸਤਿਗੁਰੂ ਸਾਹਿਬ ਵੱਲ ਕਹਿੰਦਾ ਵੇਖ ਕੇ, ਸਭ ਹੋਏ ਰਾਵਰ ਮਰਜੀ ਕਹਿੰਦਾ ਸਾਥ, ਮਹਾਰਾਜ ਤੁਹਾਡੀ ਮਰਜ਼ੀ ਹੋਵੇ, ਸਭ ਕੁਝ ਹੀ ਹੋ ਸਕਦਾ, ਜੋ ਤੁਸੀਂ ਚਾਹੋ ਵੀ ਹੋ ਜਾਵੇਗਾ। ਨਿਪਨ ਬਾਗ ਗੁਰੂ ਕੋ ਹੋਏ, ਕਿਉਂਕਿ ਆਪ ਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦਾ ਰੂਪ ਹੋ ਤੇ ਗੁਰੂ ਦਾ ਬਚਨ ਵਿਅਰਥ ਨਹੀਂ ਜਾਂਦਾ ਕਦੀ, ਇਹ ਮੈਨੂੰ ਭਰੋਸਾ ਹੈ। ਕਿਸੇ ਤਨਿਕ ਸੈ ਸਾਚੋ ਸੋਏ, ਤਾਂ ਜਿਸ ਹਿੱਤ ਵਾਸਤੇ ਵੀ ਤੁਹਾਡਾ ਬਚਨ ਨਿਕਲੇ, ਜੋ ਵੀ ਸਹਿਜ ਸੁਭਾਅ ਤੁਸੀਂ ਮੁਖੋਂ ਬੋਲੋ, ਮਹਾਰਾਜ ਉਹ ਸੱਚਾ ਹੋ ਕੇ ਹੀ ਰਹਿੰਦਾ ਹਰ ਹੈ। ਸੇਵਾ ਨਿਜ ਘਰ ਕੀ ਕੀਜੈ, ਪਰ ਫਿਰ ਵੀ ਮਹਾਰਾਜ ਮੇਰੀ ਬੇਨਤੀ ਇਹੀ ਹੈ ਵੀ ਆਪਣੇ ਘਰ ਦੀ ਮੈਨੂੰ ਸੇਵਾ ਬਖਸ਼ ਦਿਓ, ਮੈਂ ਸੇਵਾ ਕਰਾਂ। ਸਫਲ ਸਰੀਰ ਹਮਾਰੋ ਕੀਜੈ, ਤਾਂ ਸੇਵਾ ਕਰਕੇ ਹੀ ਦੇਹੀ ਸਫਲ ਹੋਵੇਗੀ। ਇਹ ਸਰੀਰ ਦਾ ਕਿਹੜਾ ਰੂਪ ਪਿੰਜਣਾ ਹੈ, ਸੇਵਾ ਕਰਕੇ ਹੀ ਜਨਮ ਸਫਲ ਹੋਵੇਗਾ। ਤਹਿ ਗੁਰੂ ਸੇਵਾ ਸਭ ਕਰੇ,
ਧਰੇ। ਧੰਨ ਗੁਰੂ ਹਰਿਰਾਏ ਸਾਹਿਬ ਫਿਰ ਕਹਿਣ ਲੱਗੇ ਵੀ ਭਾਈ ਭਗਤੂ ਤੂੰ ਸੇਵਾ ਤੇ ਸਾਰੀ ਕਰ ਲਈ ਆ, ਸਾਰੀ ਉਮਰ ਗੁਰੂ ਘਰ ਦੇ ਵਿੱਚ ਸੇਵਾ ਹੀ ਕਰਦਾ ਰਿਹਾ ਅਨਿਕ ਏ ਸਫਲਤਾ ਨਿਜ ਤਨ ਤੇ ਧਰੇ। ਤੂੰ ਆਪਣਾ ਮਨੁੱਖਾ ਜਨਮ ਨੂੰ ਚੰਗੀ ਤਰ੍ਹਾਂ ਸਫਲ ਕਰ ਲਿਆ, ਸੇਵਾ ਕਰਕੇ, ਸਿਮਰਨ ਕਰਕੇ। ਸਿੱਖਣ ਵਿਖੇ ਰੀਤ ਨਿਤ ਪਾਵਨ। ਇਹ ਤਾਂ ਇੱਕ ਤੇਰਾ ਜਿਹੜਾ ਹੈ ਨਾ ਗੁਰਮੁਖਾਂ ਵਾਲਾ ਬ੍ਰਹਮ ਗਿਆਨੀਆਂ ਵਾਲਾ ਸੁਭਾਅ ਹੈ ਵੀ ਬਿਰਧ ਵੀ ਹੋ ਗਿਆ ਤੇ ਫਿਰ ਸੇਵਾ ਕਰਦੇ ਹੀ ਬਿਰਧ ਹੋਇਆ ਏ। ਤੇ ਸਿੱਖਾਂ 'ਚ ਮਰਿਆਦਾ ਪਾਉਣ ਲਈ ਵੀ ਭਾਵੇਂ ਬੁੱਢੇ ਵੀ ਹੋ ਜਾਈਏ ਫਿਰ ਵੀ ਸੇਵਾ ਕਰਨੀ ਨਹੀਂ ਗੁਰੂ ਘਰ ਦੀ ਛੱਡਣੀ ਚਾਹੀਦੀ। ਭਾਵਨਾ ਇਹੋ ਹੋਵੇ ਵੀ ਮੇਰਾ ਜਨਮ ਸਫਲ ਹੋਵੇ, ਕਿਉਂਕਿ ਸਾਡੇ ਲੋਕਾਂ 'ਚ ਮਰਿਆਦਾ ਹੈ ਨਾ ਇਹੋ ਜਿਹੀ। ਕਈ ਕਹਿਣਗੇ ਮੈਂ ਤਾਂ ਬੜੀ ਸੇਵਾ ਕੀਤੀ ਪਹਿਲਾਂ, ਮੈਂ ਤਾਂ ਬੜਾ ਬਾਣੀ ਪੜ੍ਹਦਾ ਰਿਹਾ, ਮੈਂ ਬਹੁਤ ਯਾਤਰਾ ਕਰਦਾ ਰਿਹਾ। ਇਹ ਚੀਜ਼ਾਂ ਕੱਟਣ ਲਈ ਵੀ ਨਿਮਰਤਾ ਹੀ ਰਹੇ। ਗੁਰੂ ਹਰਿਰਾਏ ਸਾਹਿਬ ਕਹਿੰਦੇ ਭਾਈ ਭਗਤੂ ਇਹਦੇ ਬਹਾਨਾ ਹੀ ਹੈ ਵੀ ਤੂੰ ਸੇਵਾ ਮੰਗ ਰਿਹਾ, ਅਸਲ ਵਿੱਚ ਸੇਵਾ ਤਾਂ ਬਹੁਤ ਕੀਤੀ ਹੈ, ਪਰ ਜੇ ਹੁਣ ਵੀ ਸੇਵਾ ਕਰਨੀ ਚਾਹੁੰਦਾ ਇਹਦਾ ਭਾਵ ਹੈ ਵੀ ਸਿੱਖ ਸੰਗਤਾਂ 'ਚ ਇੱਕ ਚੰਗੀ ਵਧੀਆ ਜਿਹੜੀ ਰੀਤੀ ਪਾਉਣ ਲਈ, ਵਧੀਆ ਮਰਿਆਦਾ ਪਰਪੱਕ ਕਰਨ ਵਾਸਤੇ ਮਨੋਰਥ ਕਰੋ ਉਠਾਵਨ। ਆਏ ਆਪਣੇ ਹਿਰਦੇ 'ਚ ਸੇਵਾ ਕਰਨ ਵਾਲਾ ਮਨੋਰਥ ਤੂੰ ਖੜਾ ਕਰਦਾ ਹੈ, ਉਠਾਉਣਾ ਹੈ ਵੀ ਹਰ ਇੱਕ ਸਿੱਖ ਵੇਖ ਕਰਕੇ ਇਹੀ ਸੋਚੇ ਵੀ ਅਜੇ ਸਰੀਰ ਕਰਕੇ ਬਿਰਧ ਹੋ ਗਿਆ, ਇਹਦੀ ਸੇਵਾ ਕਰਨੋਂ ਹਟਦਾ ਤੇ ਮੈਂ ਚੰਗਾ ਭਲਾ ਨੌਜਵਾਨ ਸੇਵਾ ਵੱਲੋਂ ਮੂੰਹ ਕਿਉਂ ਮੋੜਾਂ। ਕ੍ਰਿਖੀ ਕਰਾਵਾਂ ਗੁਰ ਘਰ ਕੇਰੀ। ਤੇ ਇਸ ਵੇਲੇ ਕ੍ਰਿਖੀ ਕਰਾਵਾਂ ਗੁਰ ਘਰ ਕੇਰੀ ਕਹਿਣ ਲੱਗਾ ਮਹਾਰਾਜ, ਹਾਂ ਹਿਰਦੈ ਮਨੋਰਥ ਕਰੋ ਉਠਾਵਨ, ਕ੍ਰਿਖੀ ਕਰਾਵੋ ਗੁਰ ਘਰ ਕੇਰੀ। ਬਿੰਦੀ ਲੱਗਿਆ ਕਰਾਵੋ ਫਿਰ ਅਰਥ ਹੋ ਗਿਆ ਉਲਟਾ। ਮਹਾਰਾਜ ਸਾਹਿਬ ਕਹਿੰਦੇ ਵੀ ਫਿਰ ਜੇ ਭਾਈ ਤੇਰੀ ਇੱਛਾ ਹੈ ਹੀ ਆ ਨਾ ਵੀ ਸੇਵਾ ਕਰਨੀ, ਫਿਰ ਇਉਂ ਕਰ ਵੀ ਗੁਰੂ ਘਰ ਦੀ ਖੇਤੀਬਾੜੀ ਦਾ ਜਿਹੜਾ ਕੰਮ ਕਾਜ ਆ ਉਹ ਤੂੰ ਸਾਂਭ ਲੈ ਸਾਰਾ। ਕਾਮੇ ਰਾਖ ਸੇ ਕੇ ਸਬੇਰੀ। ਤੇ ਗੁਰਸਿੱਖ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਕਾਮੇ ਭਾਵ ਕੇ ਆਪਣੇ ਖੇਤੀ ਵਿੱਚ ਸਹਾਇਤਾ ਕਰਨ ਵਾਲੇ ਕੁਝ ਸਿੱਖ ਨਾਲ ਲਾ ਲੈ। ਅਪਰ ਸੇਵ ਲਾਇਕ ਨਹਿ ਤੇਰੇ। ਹੋਰ ਕੋਈ ਸੇਵਾ ਤੇਰੇ ਲਾਇਕ ਯੋਗ ਨਹੀਂ ਹੈ, ਤੂੰ ਗੁਰੂ ਘਰ ਦੀ ਖੇਤੀਬਾੜੀ ਦੀ ਕਿਰਤ ਕਰਿਆ ਕਰ। ਜ਼ਿਮੀਦਾਰ ਤੁਮ ਜਨਮ ਭਲੇ। ਕਿਉਂਕਿ ਜ਼ਿਮੀਦਾਰਾਂ ਦੇ ਘਰ ਦਾ ਤੇਰਾ ਜਨਮ ਹੈ, ਇਹੀ ਕੁਝ ਹਾਲੀ ਵਾਹੁੰਦੇ ਰਹੇ ਆ ਤੁਸੀਂ, ਤੇ ਇਹ ਕੰਮ ਮਹਾਰਾਜ ਕਹਿੰਦੇ ਤੈਨੂੰ ਸੌਖਾ ਆ ਜਾਵੇਗਾ। ਜਾਂ ਤੇ ਕ੍ਰਿਖ ਕੀ ਟਹਿਲ ਬਤਾਈ। ਇਸ ਕਰਕੇ ਜਾਂ ਤੇ ਕ੍ਰਿਖ ਕੀ ਟਹਿਲ ਬਤਾਈ। ਇਸੇ ਕਰਕੇ ਸਤਵੇਂ ਪਾਤਸ਼ਾਹ ਕਹਿੰਦੇ ਤੈਨੂੰ ਖੇਤੀ ਕਰਨ ਦੀ ਅਸੀਂ ਸੇਵਾ ਦੱਸਦੇ ਹਾਂ ਵੀ ਤੂੰ ਗੁਰੂ ਘਰ ਦੇ ਵਿੱਚ ਜੋ ਵੀ ਲੰਗਰ ਦੀਆਂ ਰਸਤਾਂ ਬਸਤਾਂ ਅੰਨ ਅਨਾਜ ਚਾਹੀਦਾ ਭੋਜਨ ਦੇ ਲਈ ਉਹ ਤੂੰ ਖੇਤੀਬਾੜੀ ਕੀਰਤਪੁਰ ਸਾਹਿਬ ਦੇ ਨੇੜੇ ਤੇੜੇ ਆ, ਇੱਥੇ ਆ ਕਿੰਨੇ ਪਹਾੜ ਜੇ ਆ ਪੱਧਰੇ ਕਰ ਕਰਕੇ ਇੱਥੇ ਕੋਈ ਖੇਤੀਬਾੜੀ ਦੀ ਕਿਰਤ ਆਰੰਭ ਕਰ ਦੇ। ਸਿੱਖ ਵਿਸਾਲ ਤੁਮ ਲਿਹੋ ਕਮਾਈ। ਅਬੇ ਸਿੱਖ ਵਿਸਾਲ ਤੁਮ ਲਿਹੋ ਕਮਾਈ। ਇਹ ਕਮਾ ਲਓਗੇ ਮਹਾਰਾਜ ਕਹਿੰਦੇ ਬਹੁਤੇ ਸਿੱਖ ਵੱਡੇ ਹੋ ਤੁਸੀਂ, ਬਹੁਤ ਗੁਰੂ ਪਾਤਸ਼ਾਹ ਦੀ ਕਿਰਪਾ ਇਹ ਵੀ ਇਹ ਖੇਤੀਬਾੜੀ ਦਾ ਜਿਹੜਾ ਕਾਰਜ ਹੈ ਤੁਸੀਂ ਹੀ ਕਮਾ ਸਕਦੇ ਹੋ। ਸਰ ਭਗਤੋ ਕੀਨੀ ਪਗ ਨਮ। ਜਦੋਂ ਸਤਵੇਂ ਪਾਤਸ਼ਾਹ ਨੇ ਹੁਕਮ ਕੀਤਾ ਵੀ ਜੇ ਫਿਰ ਕਰਨਾ ਹੀ ਹੈ ਕੁਝ ਤਾਂ ਕੁਝ ਸਿੱਖ ਸੇਵਾਦਾਰ ਨਾਲ ਲੈ ਲੈ। ਆ ਕੀਰਤਪੁਰ ਸਾਹਿਬ ਦੇ ਆਲੇ ਦੁਆਲੇ ਜਿੱਥੇ ਵੀ ਕੋਈ ਪੱਧਰਾ ਜਿਹਾ ਥਾਂ ਹੈ, ਥੋੜ੍ਹੇ ਬਹੁਤ ਪਹਾੜ ਜੇ ਪੱਧਰੇ ਕਰਕੇ ਇੱਥੇ ਖੇਤੀਬਾੜੀ ਦਾ ਕੰਮ ਆਰੰਭ ਕਰ ਦੇ। ਮਹਾਰਾਜ ਦਾ ਭਜਨ ਸੁਣ ਕੇ ਉਸੇ ਵੇਲੇ ਚਰਨਾਂ ਦੇ ਮੱਥਾ ਟੇਕਦਾ ਭਾਈ ਭਗਤੂ ਨੇ। ਉਦਮ ਕੋ ਧਾਰਿਓ ਤਿਹੁ ਸਮੋ। ਤੇ ਤੁਰੰਤ ਹੀ ਸਾਧ ਸੰਗਤ ਜੀ ਇਹ ਕਾਰਜ ਕਰਨ ਦੇ ਵਾਸਤੇ ਭਾਈ ਭਗਤੂ ਜੀ ਨੇ ਉਦਮ ਕੀਤਾ ਹੈ। ਬੇਗਮ ਸੁਕਾਮੇ ਕਰੇ ਤਿਆਰੀ। ਪਹਿਲਾਂ ਤਾਂ ਹਲ ਵਾਹੁਣ ਦੇ ਵਾਸਤੇ ਚੰਗੇ ਬਲਦਾਂ ਦੀਆਂ ਜੋੜੀਆਂ ਤਿਆਰ ਕਰ ਲਈਆਂ, ਹਲ ਤਿਆਰ ਕਰਾ ਲਿਆ। ਫਿਰ ਕੰਮ ਕਰਨ ਦੇ ਲਈ ਨਾਲ ਕਾਮੇ ਸਿੱਖ ਸੇਵਕ ਇਕੱਠੇ ਕਰ ਲਏ ਨੌਜਵਾਨ। ਨੀਕੇ ਆਪਣੀ ਜਾਇ ਸੁਧਾਰੀ। ਤੇ ਚੰਗੇ ਢੰਗ ਦੇ ਨਾਲ ਕੀਰਤਪੁਰ ਸਾਹਿਬ ਦੇ ਇਰਦ ਗਿਰਦ ਧਰਤੀ ਸੁਧਾਰੀ। ਜਿਹੜਾ ਕੋਈ ਉੱਚਾ ਜਿਹਾ ਥਾਂ ਹੁੰਦਾ ਉਹਨੂੰ ਨੀਵਾਂ ਕਰ ਲੈਂਦੇ ਆ, ਨੀਵੇਂ ਜਿਹੇ ਥਾਂ 'ਚ ਮਿੱਟੀ ਜੀ ਪਾ ਕੇ। ਇਸ ਤਰ੍ਹਾਂ ਪਹਾੜਾਂ 'ਚ ਜਾਓ ਨਾ, ਹੁਣ ਵੀ ਇੱਧਰ ਨੂੰ ਉੱਚੇ ਉੱਚੇ ਪਹਾੜਾਂ ਦੇ ਵਿੱਚ ਥੋੜ੍ਹੀਆਂ ਥੋੜ੍ਹੀਆਂ ਕਿਆਰੀਆਂ ਬਣਾ ਕੇ ਹੁਣ ਵੀ ਲੋਕ ਉੱਥੇ ਪਹਾੜਾਂ 'ਚ ਖੇਤੀ ਕਰੀ ਜਾਂਦੇ ਆ।
ਤੇ ਭਾਈ ਭਗਤੂ ਜੀ ਨੇ ਮਹਾਰਾਜ ਸਾਹਿਬ ਦਾ ਹੁਕਮ ਮੰਨ ਕੇ ਚੰਗੀ ਤਰ੍ਹਾਂ ਸੋਹਣੇ ਸਾਂ ਸੁਧਾਰ ਲਏ, ਪੱਧਰੇ ਕਰ ਲਏ ਫਸਲ ਬੀਜਣ ਵਾਸਤੇ। ਬੀਜਿਓ ਬੀਜ ਆਪਣੇ ਕਰਤੇ, ਆਪਣੇ ਹੱਥਾਂ ਦੇ ਨਾਲ ਜੋ ਵੀ ਰੁੱਤ ਆਉਂਦੀ ਹੈ, ਜੋ ਵੀ ਮੌਸਮ ਆਉਂਦਾ, ਉਹੀ ਬੀਜ ਬੀਜਦਾ ਹੈ। ਕੀ ਸਗਨ ਪੁਨ ਬਹੁ ਪ੍ਰਤਪਰਤੇ, ਆਪ ਸੇਵਾ ਭਾਵਨਾ ਨਾਲ ਕਰਦਾ ਸੀ, ਫਿਰ ਸਿਮਰਨ ਕਰਦਾ ਰਹਿੰਦਾ। ਜਦੋਂ ਬੀਜ ਬੀਜਤਾ ਧਰਤੀ ਦੇ ਵਿੱਚ ਬੜੇ ਸੰਘਣੇ ਬੀਜ ਹੋਏ, ਭਾਵ ਕਿ ਬਹੁਤਾ ਹੀ ਖੇਤੀ ਫਲੀ ਹੈ। ਵਾਰ ਕਰਨਾ ਰਤੈ ਬੋਵਾਰ, ਜਦੋਂ ਬੀਜ ਚੰਗੀ ਤਰ੍ਹਾਂ ਬੀਜਿਆ ਹੋਇਆ ਫਲ ਗਿਆ ਤੇ ਸਾਧ ਸੰਗਤ ਜੀ ਭਾਈ ਭਗਤੂ ਨੇ ਵੇਖਿਆ ਵੀ ਇੱਧਰ ਜਾਨਵਰ ਬੜੇ ਖੁੱਲੇ ਰਹਿੰਦੇ ਹਨ, ਕਿਉਂਕਿ ਗਾਵਾਂ ਆਦਿ ਹੋਰ ਵੀ ਕਈ ਜਾਨਵਰ ਪਹਾੜਾਂ ਦੇ ਵਿੱਚ ਬੜੇ ਖੁੱਲੇ ਹੀ ਤੁਰੇ ਫਿਰਦੇ ਨੇ ਵੀ ਉਜਾੜਾ ਨਾ ਕਰਨ। ਤੇ ਬੀਜੇ ਹੋਏ ਬੀਜ ਨੂੰ, ਖੇਤੀ ਨੂੰ ਬਚਾਉਣ ਲਈ ਆਪਣੇ ਹੱਥਾਂ ਦੇ ਨਾਲ ਸੁਧਾਰ ਕਰਕੇ ਉੱਗੀ ਸਗਨ, ਜਿਹੜੀ ਸੰਘਣੀ ਖੇਤੀ ਉੱਗੀ ਸੀ, ਪੁੰਨ ਬਹੁ ਪ੍ਰਤਪਰਤੇ, ਬਹੁਤ ਭਾਵਨਾ ਨਾਲ ਪਾਲਣਾ ਕਰਦਾ ਏ। ਵਾੜ ਆਲੇ ਦੁਆਲੇ ਦੇ ਦਿੱਤੀ ਹੈ, ਕੰਡੇ ਲਾ ਕੇ, ਕਿਤੇ ਮੋੜੀਆਂ ਲਾ ਕੇ ਵੀ ਕੋਈ ਪਸ਼ੂ ਅੰਦਰ ਵੜ ਕੇ ਨਾ ਫਸਲ ਖਰਾਬ ਕਰ ਦਵੇ। ਵਾਰ ਵਾਰ ਸਭ ਕਰਨ ਸੰਭਾਲ, ਇਵੇਂ ਵਾਰ-ਵਾਰ ਹਰ ਪ੍ਰਕਾਰ ਦੀ ਸੰਭਾਲ ਕਰਦਾ ਹੈ ਭਾਈ ਭਗਤੂ। ਬੈਠਿਓ ਨਿਸਬਾਸਰ ਰਖਵਾਰੀ, ਗੱਲ ਕੀ ਵੀ ਰਾਤ ਦਿਨ ਮਹਾਰਾਜ ਸਾਹਿਬ ਜੀ ਦੇ ਬੀਜੀ ਹੋਈ ਖੇਤੀ ਦੀ ਰਖਵਾਲੀ ਵਾਸਤੇ ਖੇਤਾਂ 'ਚ ਹੀ ਬੈਠਾ ਰਹਿੰਦਾ। ਕਦੀ ਕਦਾਈ ਆਉਂਦਾ ਹੈ ਅੰਦਰ ਨੂੰ ਨਗਰ ਦੇ ਵਿੱਚ। ਕਰੀ ਪਕਾਵਨ ਭਲੀ ਪ੍ਰਕਾਰੀ, ਸੋ ਇਸ ਤਰ੍ਹਾਂ ਪਹਿਲੀ ਵਾਰ ਬੀਜੀ ਹੋਈ ਫਸਲ ਜਿਹੜੀ ਸੀ ਉਹ ਪੱਕ ਗਈ, ਬਹੁਤ ਸੋਹਣਾ ਖੇਤ ਬਣਿਆ। ਹੁਣ ਕਾਮੇ ਬਾਢਣ ਕੋ ਲਾਏ, ਤੇ ਫਿਰ ਲਾਵੇ ਲਾ ਲਏ, ਭਾਵ ਕਿ ਖੇਤੀ ਜਿਹੜੀ ਹੋਈ ਹੈ ਜੋ ਫਸਲ, ਉਹਨੂੰ ਵੱਢਣ ਵਾਸਤੇ ਕਾਮੇ ਸਿੱਖ ਸੇਵਾਦਾਰ ਲਾਏ ਨੇ। ਭੋਜਨ ਲੈ ਤਿਨ ਕੇ ਟਿਕ ਜਾਏ, ਉਹ ਬਾਹਰ ਖੇਤ ਵੱਢਦੇ ਨੇ ਤੇ ਭਾਈ ਭਗਤੂ ਆਪ ਲੰਗਰ ਦੇ ਵਿੱਚੋਂ ਭੋਜਨ ਪ੍ਰਸ਼ਾਦਾ ਉਹਨਾਂ ਨੂੰ ਛਕਾਉਣ ਦੇ ਲਈ ਮਗਰ ਲੈ ਕੇ ਜਾਂਦਾ ਗੁਰ ਏ। ਕੀ ਦੇਖ ਬਿਖੈ ਤੇ ਲੈ, ਹਾਂ, ਗੁਰੂ ਘਰ ਦਾ ਜਿੱਥੇ ਕੀਰਤਪੁਰ ਸਾਹਿਬ ਲੰਗਰ ਹੈ, ਉੱਥੋਂ ਹੀ ਲੈ ਜਾਂਦਾ ਹੈ ਵੀ ਬਾਹਰ ਖੇਤ ਦੇ ਵਿੱਚ ਫਸਲ ਵੱਢ ਰਹੇ ਨੇ ਸਿੱਖ, ਵੀ ਲਾਂਗਰੀ ਨੂੰ ਕਹਿੰਦਾ ਵੀ ਰਸਤ ਬਸ ਦੇ ਦਿਓ, ਵੀ ਆਨਾ ਨਾਲ ਜੋ ਪੱਕਿਆ ਹੈਗਾ ਏ। ਤੇ ਉਹ ਜੋ ਵੀ ਬਣਿਆ ਹੁੰਦਾ ਗੁਰੂ ਕੇ ਲੰਗਰ ਦੇ ਵਿੱਚ ਭਾਈ ਭਗਤੂ ਲੈ ਕੇ ਜਾਂਦਾ। ਬਹਿ ਜਾਏ ਸਭਨ ਕੋ ਦੇ, ਤਾਂ ਜੋ ਵੀ, ਕਿਉਂਕਿ ਰੁੱਖਾ ਮਿੱਸਾ ਜਿਹਾ ਕਿਹੜੇ ਚੋਪੜੇ ਹੁੰਦੇ ਤੇ ਬਾਹਰ ਜਾ ਕਰਕੇ ਖੇਤ ਦੇ ਵਿੱਚ ਜਿਹੜੇ ਵੀ ਕੰਮ ਕਰਦੇ ਨੇ ਉਹਨਾਂ ਨੂੰ ਛਕਣ ਦੇ ਲਈ ਭਾਈ ਭਗਤੂ ਭੋਜਨ ਦਿੰਦਾ ਇੱਕ ਏ। ਦਿਨ ਲੈ ਕਰ ਆਪਹਾਰ, ਕਹਿੰਦੇ ਵੀ ਇੱਕ ਦਿਨ ਇਸ ਤਰ੍ਹਾਂ ਖੇਡ ਵਾਪਰੀ ਵੀ ਜਦੋਂ ਲੰਗਰ ਦੇ ਵਿੱਚੋਂ ਆਪ ਭੋਜਨ ਲੈ ਕਰਕੇ ਭਾਈ ਭਗਤੂ ਗਿਆ ਖੇਤਾਂ ਵਿੱਚ। ਗਇਓ ਕਰੇ ਕਾਮੇ ਜਹਕਾਰ, ਤੇ ਜਿੱਥੇ ਕਾਮੇ ਸੇਵਾਦਾਰ ਕੰਮ ਕਰ ਰਹੇ ਸੀ, ਫਸਲ ਵੱਢ ਰਹੇ ਸੀ, ਵਾਢੇ ਉਹਨਾਂ ਦੇ ਨੇੜੇ ਗਿਆ। ਖੇਤ ਡੋਰ ਪਰ ਸਰਬਹ ਕਾਰੇ, ਤੇ ਨੇੜੇ ਜਾ ਕਰਕੇ ਉਹਨਾਂ ਸਾਰਿਆਂ ਨੂੰ ਆਵਾਜ਼ ਮਾਰੀ ਵੀ ਆਓ ਭਾਈ ਫੇਰ ਕੰਮ ਕਰ ਲਿਓ, ਪਹਿਲਾਂ ਪ੍ਰਸ਼ਾਦਾ ਆਇਆ ਗੁਰੂ ਕੇ ਲੰਗਰ ਚੋਂ, ਪ੍ਰਸ਼ਾਦਾ ਛਕ ਲਵੋ। ਪਾਂਤ ਬਿਠਾਏ ਸੁਜਾ ਦੀਨ ਆਹਾਰੇ, ਤੇ ਉਸ ਵੇਲੇ ਭਾਈ ਭਗਤੂ ਜੀ ਨੇ ਕੀ ਕੀਤਾ ਵੀ ਸਭ ਨੂੰ ਖੇਤ ਡੋਰ ਪਰ, ਖੇਤ ਡੋਰ ਤੋਂ ਭਾਵੇਂ ਹੈ ਵੀ ਖੇਤ ਦੇ ਕੰਢੇ ਤੇ ਜਿੱਧਰਲੇ ਬੰਨੇ ਕੋਈ ਛਾਂ ਹੋਵੇ, ਕੋਈ ਸਾਫ ਸੁਥਰਾ ਜਿਹਾ ਥਾਂ, ਉੱਥੇ ਬੁਲਾ ਕਰਕੇ ਪੰਗਤ ਵਿੱਚ ਬਿਠਾ ਲਿਆ ਸਾਰਿਆਂ ਨੂੰ। ਤੇ ਬਿਠਾ ਕੇ ਜੋ ਵੀ ਰੁੱਖੇ ਮਿੱਸੇ ਦੇ ਪ੍ਰਸ਼ਾਦੇ ਸੀ ਉਹ ਸਾਰਿਆਂ ਨੂੰ ਵੰਡ ਦਿੱਤੇ। ਸਭ ਲੈ ਕਰ ਨਿਜ ਨਿਜ ਹੱਥ, ਉਹ ਸਾਰੇ ਸਿੱਖਾਂ ਨੇ ਆਪੋ ਆਪਣੇ ਹੱਥਾਂ ਦੇ ਵਿੱਚ ਭੋਜਨ ਲੈ ਕੇ, ਪ੍ਰਸ਼ਾਦੇ ਲੈ ਕਰਕੇ, ਏਤ ਬੋਲੇ ਭਗਤੂ ਸਾਥਾ, ਤੇ ਉਹ ਬਲਾਸ ਜਿਹਦਾ ਵਜਨ ਕਰਦਿਆਂ ਹੋਇਆਂ ਵੇਖ ਕੇ ਸੁੱਕੀਆਂ ਜੀਆਂ ਰੋਟੀਆਂ ਦੇ ਭਾਈ ਭਗਤੂ ਨੂੰ ਕਹਿਣ ਲੱਗੇ, ਭਾਈ ਸਾਹਿਬ ਕਰੋ ਵਿਚਾਰ, ਕਹਿਣ ਲੱਗੇ ਹੈ ਭਾਈ ਭਗਤੂ ਜੀ ਤੁਸੀਂ ਸਿਆਣੇ ਬਿਰਧ ਹੋ, ਵਿਚਾਰ ਕਰੋ, ਚੰਗੀ ਤਰ੍ਹਾਂ ਸੋਚਿਓ ਜੋ ਅਸੀਂ ਗੱਲ ਕਹਿਣ ਲੱਗੇ ਆ। ਤ੍ਰਿਤ ਅਧਿਕ ਬਿਨ ਆਨ ਆਹਾਰ, ਵੀ ਤੁਸੀਂ ਭੋਜਨ ਜਿਹੜਾ ਰੁੱਖਾ ਮਿੱਸਾ ਜਿਹਾ ਸੁੱਕੀਆਂ ਜੀਆਂ ਰੋਟੀਆਂ ਲੈ ਆਉਂਦੇ ਹੋ, ਦੇਸੀ ਘਿਓ ਤਾਂ ਕਦੀ ਲੈ ਕੇ ਨਹੀਂ ਆਏ, ਤੇ ਘਿਓ ਤੋਂ ਬਗੈਰ ਜਿਹੜਾ ਆਹਾਰ ਕਰਨਾ ਹੈ, ਭੋਜਨ ਛਕਣਾ ਏ। ਸਗਰੇ ਬਾਸਰਕਾਰ ਆ ਕਮਾ, ਵੇਖੋ ਤੁਹਾਡੇ ਸਾਹਮਣੇ ਹੀ ਹੈ, ਭਾਵੇਂ ਸੇਵਾ ਹੀ ਕਰਦੇ ਆ, ਸਾਰਾ ਦਿਨ ਹੀ ਲੱਗੇ ਰਹਿੰਦੇ ਆ, ਦਿਨ ਚੜ੍ਹਦੇ ਤੋਂ ਕੰਮ ਹੀ ਕਰੀ ਜਾਂਦੇ ਖੇਤਾਂ ਵਿੱਚ। ਬਿਨ ਖਾਏ ਅੰਦੇ ਹੋਏ ਜਾਵੇਂ, ਤੇ ਇਦਾਂ ਦੇ ਜੇ ਤੁਸੀਂ ਇਹ ਨਾ ਸਬਜ਼ੀ ਭਾਜੀ ਵਿੱਚ ਕੋਈ ਘਿਓ ਪਾਓ, ਨਾ ਪ੍ਰਸ਼ਾਦੇ ਦੇ ਘਿਓ ਪਾਓ, ਇਦਾਂ ਦੇ ਸੁੱਕੀਆਂ ਖਾ ਖਾ ਕੇ ਅਸੀਂ ਅੰਨੇ ਹੋ ਜਾਾਂਗੇ ਕੰਮ ਕਰ ਕਰ। ਇੱਕ ਇੱਕ ਪ੍ਰਤ ਪਾਈਆ ਕਿਰਤ ਹੋਏ, ਅੱਗੇ
ਕਹਿੰਦੇ ਵੀ ਇੱਕ ਇੱਕ ਸੇਵਾਦਾਰ ਦੇ ਤਾਈਂ ਪਾਈਆ ਪਾਈਆ ਘਿਓ ਤੇ ਚਾਹੀਦਾ ਹੀ ਹੈ ਨਾ ਛਕਣ ਵਾਸਤੇ, ਸਾਰਾ ਦਿਨ ਕੰਮ ਹੀ ਕਰਨਾ ਏ। ਕਰਤ ਕਿਰਤ ਮਹਿ ਬਲ ਦੇ ਸੋਏ। ਕਿਉਂਕਿ ਕਿਰਤ ਜਿਹੜੀ ਕਰੀਦੀ ਹੈ ਨਾ ਮਿਹਨਤ ਦੀ, ਜਦੋਂ ਘਿਓ ਖਾਧਾ ਹੋਵੇ ਫਿਰ ਸਰੀਰ ਵਿੱਚ ਬਲ ਪੈਂਦਾ ਹੈ ਤੇ ਮਨ ਚਾਹ ਦੇ ਨਾਲ ਕੰਮ ਕਰਦਾ ਏ। ਤਿਸ ਕਰੋਟ ਕਾ ਦੀਨਸ ਆਨ। ਪਰ ਆ ਤੁਸੀਂ ਵੇਖੋ ਵੀ ਐ ਅੱਗੇ ਕਰਕੇ ਨਾ ਭਾਈ ਭਗਤੂ ਦੇ ਕਹਿੰਦੇ ਆ ਸੁੱਕੀਆਂ ਰੋਟੀਆਂ ਲਿਆ ਕੇ ਤੁਸੀਂ ਦੇ ਰਹੇ ਹੋ, ਪਾਈਆ ਪਾਈਆ ਘਿਓ ਤੇ ਇੱਕ ਸੇਵਾਦਾਰ ਨੂੰ ਚਾਹੀਦਾ ਹੀ ਹੈ ਛਕਣ ਵਾਸਤੇ। ਕਹੋ ਭਾਈ ਕਿਮ ਕਰ ਹੈ ਖਾਨ। ਦੱਸੋ ਭਾਈ ਭਗਤੂ ਜੀ ਆ ਕਿਵੇਂ ਖਾਈਏ ਰੋਜ਼ ਤੁਹਾਡੀਆਂ ਸੁੱਕੀਆਂ ਰੋਟੀਆਂ। ਅਸਲ ਫੁਰਨਾ ਕੀ ਉੱਠਣਾ ਸੀ ਸਿੱਖ ਸਨ ਮਹਾਰਾਜ ਦੇ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਕੋਈ ਖੇਡ ਕਰਨੀ ਹੁੰਦੀ ਸੀ ਨਾ, ਜਦੋਂ ਉਹ ਭਾਈ ਮਰਦਾਨੇ ਨੂੰ ਭੁੱਖ ਲਾ ਦਿੰਦੇ ਸਨ। ਤੇ ਭਾਈ ਮਰਦਾਨਾ ਜੀ ਕੋਈ ਆਮ ਹਸਤੀ ਥੋੜ੍ਹਾ ਹੈ, ਉਹ ਸਤਿਗੁਰੂ ਹੀ ਅੰਦਰ ਫੁਰਨਾ ਜਿਹਾ ਉਠਾ ਦਿੰਦੇ। ਐਵੇਂ ਹੀ ਹੁਣ ਖੇਡ ਹੀ ਕਰਨੀ ਸੀ ਇੱਕ। ਭਾਈ ਭਗਤੂ ਵੀ ਗੁਰੂ ਦਾ ਬ੍ਰਹਮ ਗਿਆਨੀ ਸਿੱਖ ਹੈ, ਕਈਆਂ ਦਾ ਉਧਾਰ ਕਰਨਾ ਕਿਸੇ ਦੇ ਭਲੇ ਵਾਸਤੇ ਮਨੋਂ ਖੇਡ ਹੀ ਬਣਾਤੀ। ਉਹਨਾਂ ਦੇ ਮਨ 'ਚ ਹੀ ਫੁਰਨਾ ਉਠਾਦਾ, ਨਾ ਮੂੰਹੋਂ ਕਹਿਦਾ ਭਾਈ ਭਗਤੂ ਜੀ ਇਹ ਗੱਲ ਤਾਂ ਠੀਕ ਨਹੀਂ ਹੈ ਵੀ ਕੰਮ ਸਾਰਾ ਦਿਨ ਕਰੀਏ ਤੇ ਰੋਟੀਆਂ ਸੁੱਕੀਆਂ ਖਾਈਏ। ਘਿਓ ਵੀ ਨਾਲ ਦਿਆ ਕਰੋ, ਚੋਪੜ ਕੇ ਨਾਲ ਸਬਜ਼ੀ ਵਿੱਚ ਚੰਗਾ ਘਿਓ ਪਾਇਆ ਹੋਵੇ, ਪਾਈਆ ਪਾਈਆ ਛਕਿਆ ਹੋਵੇ, ਇਹਦੇ ਫਿਰ ਸਰੀਰ 'ਚ ਬਲ ਪੈਂਦਾ, ਕਿਵੇਂ ਕੰਮ ਨਹੀਂ ਹੁੰਦਾ। ਜਥਾਰਥ ਗਿਰਾ ਲਾਈ। ਤੇ ਜਦੋਂ ਮਹਾਰਾਜ ਭਾਈ ਭਗਤੂ ਜੀ ਨੇ ਉਹਨਾਂ ਸਿੱਖਾਂ ਦਾ ਕਾਮਿਆਂ ਦਾ ਬਚਨ ਸੁਣਿਆ ਤੇ ਉਹਨਾਂ ਨੂੰ ਇਹ ਨਹੀਂ ਕਹਿ ਕੇ ਚੁੱਪ ਕਰਾਦਾ ਵੀ ਤੁਸੀਂ ਲੰਗਰ ਦੀ ਨਿੰਦਿਆ ਕਰਦੇ। ਕਹਿੰਦੇ ਗੱਲ ਤਾਂ ਠੀਕ ਹੈ ਵੀ ਤੁਸੀਂ ਸਵੇਰ ਦੇ ਸਾਹ ਸਾਈ ਹੋਏ ਲੱਗੇ ਰਹਿੰਦੇ ਹੋ, ਜੋ ਗੱਲ ਤੁਸੀਂ ਕਹੀ ਹੈ ਉਹ ਤਾਂ ਬਿਲਕੁਲ ਠੀਕ ਹੈ ਵੀ ਸੁੱਕੀਆਂ ਖਾ ਕੇ ਨਹੀਂ ਕੰਮ ਹੁੰਦਾ। ਇਤ ਉਬ ਭਗਤੋ ਦ੍ਰਿਸ਼ਟ ਲਗਾਈ। ਤੇ ਭਾਈ ਭਗਤੂ ਜੀ ਕਹਿੰਦੇ ਵੀ ਤੁਹਾਡਾ ਵੀ ਕਰਦੇ ਆ ਕੋਈ ਹਿੱਲਾ ਵਸੀਲਾ, ਇੱਧਰ ਉੱਧਰ ਵੇਖਣ ਲੱਗ ਪਏ। ਕੀ ਵੇਖਿਆ ਵੀ ਨੇੜੇ ਜਿੱਥੇ ਖੇਤ ਵਿੱਚ ਫਸਲ ਵੱਢ ਰਹੇ ਸਨ, ਇੱਕ ਵਪਾਰੀ ਵਪਾਰ ਕਰਨ ਵਾਲਾ ਨੇੜਿਓਂ ਹੀ ਤੁਰਿਆ ਜਾ ਰਿਹਾ ਸੀ। ਵਪਾਰ ਕੀ ਕਰਨਾ ਹੁੰਦਾ ਸੀ ਵੀ ਲੂਣ ਚਾਹੀਦਾ ਹੁੰਦਾ ਸੀ ਘਰ ਦੇ ਵਿੱਚ, ਕੋਈ ਮਿਰਚਾਂ ਜਾਂ ਕੋਈ ਗੁੜ ਇਤਿਆਦਿਕ ਜਿੰਨੀਆਂ ਜ਼ਰੂਰੀ ਘਰ ਦੀਆਂ ਵਸਤੂਆਂ ਹੁੰਦੀਆਂ ਵੀ ਇਹੀ ਸੀ ਵੀ ਲੂਣ ਵੇਚਣ ਵਾਲੇ ਤੇ ਜਾਂ ਗੁੜ ਤੇਲ ਘਿਓ ਇਹੀ ਕੁਝ ਵੇਚਦੇ ਹੁੰਦੇ ਸਨ। ਵਪਾਰੀ ਇੱਕ ਲੂਣ ਮਿਰਚ ਗੁੜ ਆਦਿਕ ਨਾਲ ਆਪਣੇ ਸਿਰ ਤੇ ਰੱਖ ਕੇ ਤੁਰਿਆ ਜਾ ਰਿਹਾ ਏ। ਤੇ ਇੱਕ ਕੁੱਪੀ ਆਪਣੇ ਹੱਥ ਵਿੱਚ ਲਟਕਾਈ ਹੈ। ਕੁੱਪੀ ਪੁਰਾਣੀਆਂ ਮਾਈਆਂ ਬਜ਼ੁਰਗਾਂ ਨੂੰ ਤੇ ਪਤਾ ਹੀ ਹੈ ਵੀ ਉਹ ਥੱਲੇ ਚੌੜਾ ਜਿਹਾ ਹੁੰਦਾ ਹੈ ਬਰਤਨ, ਤੇ ਉੱਪਰੋਂ ਉਹਦਾ ਮੂੰਹ ਤੰਗ ਹੁੰਦਾ। ਜਿਵੇਂ ਹੁਣ ਉਹ ਟੀਨ ਜੀ ਦਾ ਬਣਿਆ ਹੁੰਦਾ ਹੈ ਤੇ ਪੁਰਾਣੇ ਸਮਿਆਂ ਜੋ ਚਮੜੇ ਦਾ ਬਣਾਇਆ ਹੁੰਦਾ ਸੀ, ਉਹ ਇੱਕ ਕੁੱਪੀ ਇਹਨੇ ਆਪਣੇ ਹੱਥ ਦੇ ਵਿੱਚ ਲਟਕਾਈ ਹੋਈ ਸੀ। ਜਿਹੜੀ ਉਸ ਵਪਾਰੀ ਨੇ ਕੁੱਪੀ ਆਪਣੇ ਹੱਥ ਵਿੱਚ ਲਟਕਾਈ ਆ ਉਹ ਸਾਰੀ ਦੇਸੀ ਘਿਓ ਦੇ ਨਾਲ ਭਰੀ ਹੋਈ ਹੈ। ਭਾਈ ਭਗਤੂ ਨੇ ਵਪਾਰੀ ਜਿਹਾ ਜਾਂਦਾ ਵੇਖ ਕੇ ਆਵਾਜ਼ ਮਾਰੀ, ਉਹ ਭਾਈ ਵਪਾਰੀਆ ਨੇੜੇ ਆ। ਜੇ ਤੂੰ ਕੋਈ ਵਪਾਰ ਕਰਨਾ ਹੈ, ਕੋਈ ਸੌਦਾ ਆਪਣਾ ਵੇਚਣਾ ਚਾਹੁੰਦਾ, ਸਾਡੇ ਨੇੜੇ ਆ। ਭਾਈ ਭਗਤੂ ਦੀ ਆਵਾਜ਼ ਸੁਣ ਕੇ ਵਪਾਰੀ ਚੱਲ ਕੇ ਉਸੇ ਵੇਲੇ ਹੀ ਨੇੜੇ ਆ ਗਿਆ। ਵੱਖਰ ਵਰਨਾ ਵੱਖਰ ਆਪਣਾ ਤਰੇ ਟਿਕਾਇਓ। ਤੇ ਜਿਹੜਾ ਸੌਦਾ ਸੀ ਨਾ ਆਪਣੇ ਸਿਰ ਤੇ ਰੱਖਿਆ ਹੈ, ਕੁਝ ਹੱਥ ਵਿੱਚ ਫੜਿਆ ਹੈ, ਕੋਈ ਮੋਢੇ ਤੇ ਟੰਗਿਆ ਹੈ, ਇੱਦਾਂ ਹੀ ਝੋਲੇ ਝਾਲੇ ਜੇ ਟੰਗ ਕੇ, ਕੋਈ ਸਿਰ ਤੇ ਰੱਖ ਕੇ, ਕੋਈ ਹੱਥ 'ਚ ਫੜ ਕੇ ਇੱਦਾਂ ਤੁਰੇ ਫਿਰਦੇ 2-3 ਨਗਰਾਂ 'ਚ ਵਪਾਰ ਕਰਨ ਦੇ ਸਨ। ਭਾਈ ਭਗਤੂ ਜੀ ਨੇ ਜਦੋਂ ਆਵਾਜ਼ ਮਾਰੀ ਤੇ ਨੇੜੇ ਆ ਕੇ ਆਪਣਾ ਸੌਦਾ ਹੇਠਾਂ ਰੱਖ ਲਿਆ। ਕਹਿੰਦੇ ਭਾਈ ਮੈਂ ਵਪਾਰ ਹੀ ਕਰਨਾ ਹੈ, ਜੋ ਤੁਹਾਨੂੰ ਚਾਹੀਦਾ ਦੱਸੋ, ਮੈਂ ਤਾਂ ਪੈਸੇ ਲੈਣੇ ਹੈ, ਜੋ ਲੈਣਾ ਹੈ ਤੁਸੀਂ ਲਓ, ਮੁੱਲ ਕਰੋ, ਮੇਰੇ ਨਾਲ ਕੀ ਚਾਹੁੰਦੇ ਹੋ। ਤੇ ਜੋ ਵੀ ਤੁਹਾਡੀ ਲੋੜ ਹੈ, ਜੋ ਤੁਹਾਡਾ ਕੰਮ ਹੈ, ਉਹ ਮੇਰੇ ਕੋਲ ਖਰੀਦ ਕੇ। ਭਾਈ ਭਗਤੂ ਨੂੰ ਵਪਾਰੀ ਕਹਿੰਦਾ ਵੀ ਆਪਣਾ ਕੰਮ ਚਲਾ ਲਵੋ। ਉਸ ਵੇਲੇ ਭਾਈ ਭਗਤੂ ਜੀ ਨੇ ਵਪਾਰੀ ਨੂੰ ਇਸ ਤਰ੍ਹਾਂ ਕਿਹਾ, ਭਾਈ ਸਾਨੂੰ ਤਾਂ ਇਹ ਵਸਤੂ ਚਾਹੀਦੀ ਹੈ ਵੀ ਆ ਜਿਹੜੇ ਵੇਖ ਗੁਰੂ ਮਹਾਰਾਜ ਦੀ ਖੇਤੀ ਹੈ ਤੇ ਆ ਜਿਹੜੇ ਕਾਮੇ ਸਿੱਖ ਸੇਵਾਦਾਰ ਇਹ ਖੇਤੀ ਸਵੇਰ ਦੀ ਵੱਢ ਰਹੇ ਨੇ ਤੇ ਹੁਣ ਆ ਜੋ ਬੈਠੇ ਹੋਏ ਵੱਟ ਤੇ ਭੋਜਨ ਛਕ ਰਹੇ ਨੇ, ਇਹ ਦੇਸੀ ਘਿਓ ਖਾਣਾ ਚਾਹੁੰਦੇ ਆ ਵੀ ਸਰੀਰ 'ਚ ਬਲ ਚੰਗਾ ਆ ਜਾਊਗਾ ਰੋਟੀ ਦੇ ਨਾਲ। ਤੇ ਇਸ ਕਰਕੇ ਭਾਈ ਭਗਤੂ ਜੀ ਕਹਿੰਦੇ ਦੇਹੋ ਇਨ ਕੋ ਧਨ ਕੀਜੈ ਲੈਬੇ, ਵੀ ਇਹ ਘਿਓ ਤੇਰੇ ਕੋਲ ਜੇ ਹੈਗਾ ਹੈ ਤਾਂ ਉਹ ਇਹਨਾਂ ਨੂੰ ਦੇ,
ਤੇ ਜਿੰਨਾ ਤੇਰਾ ਪੈਸਾ ਬਣੂਗਾ ਤੂੰ ਆਪਣਾ ਉਹਦਾ ਮੁੱਲ ਲੈ ਲਵੇਂ। ਤਬ ਕੁੱਪੀ ਧਰ ਦੀਨ ਅਗਾਰੀ। ਹੱਥ ਵਿੱਚ ਉਹਦੀ ਜੋ ਕੁੱਪੀ ਫੜੀ ਹੋਈ ਸੀ, ਉਹ ਵਪਾਰੀ ਨੇ ਭਾਈ ਭਗਤੂ ਨੇ ਜਦੋਂ ਕਿਹਾ ਵੀ ਇਹ ਘਿਓ ਖਾਣਾ ਚਾਹੁੰਦੇ ਆ ਤਾਂ ਉਹ ਅੱਗੇ ਰੱਖ ਦਿੱਤਾ ਕੁੱਪਾ ਜਿਹਾ। ਇੱਕ ਪਲੀ ਭਰੀ ਕਰ ਧਾਰੀ। ਤੇ ਉਹ ਕੁੱਪੀ ਚੋਂ ਕੱਢਣ ਵਾਲਾ ਜਿਹੜਾ ਬਰਤਨ ਜਿਹਾ ਹੁੰਦਾ ਨਾ ਉਹਨੂੰ ਪਲੀ ਕਹਿੰਦੇ ਨੇ। ਤੇ ਇੱਕ ਇੱਕ ਪਲੀ ਜਿਹੜੀ ਇੱਕ ਇੱਕ ਪਲੀ ਭਰੀ ਕਰ ਧਾਰੀ, ਕਹਿੰਦੇ ਵੀ ਇੱਕ ਇੱਕ ਪਲੀ ਭਰ ਕਰਕੇ ਤਾਂ ਜਿਹੜੇ ਭੋਜਨ ਸਿੱਖ ਸਕ ਰਹੇ ਸਨ ਉਹਨਾਂ ਦੇ ਬਰਤਨਾਂ ਵਿੱਚ ਪਾ ਦਿੱਤੀ ਸਬਜ਼ੀ ਭਾਜੀ ਵਾਲੇ। ਸਭ ਕੇ ਦਈ ਖਾਏ ਹਰ ਖਾਏ। ਹਾਂ, ਇੱਕ ਇੱਕ ਪਲੀ ਪਾ ਦਿੱਤੀ ਸਬਜ਼ੀ ਦੀ। ਸਾਰਿਆਂ ਨੇ ਕਹਿੰਦੇ ਖੁਸ਼ ਹੋ ਕੇ ਫਿਰ ਛਕਿਆ ਘਿਓ ਦੇਸੀ। ਲੈ ਲੈ ਕ੍ਰਿਤ ਅਧਿਕ ਤ੍ਰਿਪਤਾਏ। ਘਿਓ ਲੈ ਲੈ ਕੇ ਪੁਰਾਣੇ ਲੋਕ ਤਾਂ ਝੀਕ ਲਾ ਕੇ ਘਿਓ ਪਾਈਆ ਪਾਈਆ ਡਕਾਰ ਜਾਂਦੇ ਸਨ, ਐਨੇ ਉਹਨਾਂ ਦੇ ਸਰੀਰ ਕਾਇਮ ਸਨ। ਤੇ ਇਸੇ ਤਰ੍ਹਾਂ ਉਹ ਤਾਂ ਕੰਮ ਕਰਨ ਵਾਲੇ ਪਲੀ ਭਰ ਭਰ ਕੇ ਇਹ ਘਿਓ ਵਾਲਾ ਵਪਾਰੀ ਪਾਈ ਜਾਂਦਾ ਹੈ ਤੇ ਉਹਨਾਂ ਨੇ ਸਬਜ਼ੀ ਭਾਜੀ ਦੇ ਨਾਲ ਗੱਫੇ ਪਾਣੀ ਨਾਲ ਰਲਾ ਮਿਲਾ ਕੇ ਕੁਝ ਉਹ ਡੀਕ ਜੀ ਲਾ ਕਰਕੇ ਤੇ ਇਸ ਤਰ੍ਹਾਂ ਰੱਜ ਕੇ ਖੁਸ਼ ਹੋ ਕੇ ਛਕਿਆ ਭੋਜਨ। ਕੁੱਪੀ ਵਿਖੇ ਕੁਛ ਕਰਹਿ ਗਇਓ। ਜਿਹੜੀ ਕੁੱਪੀ ਸੀ ਉਹ ਭਰੀ ਹੋਈ ਲੈ ਕੇ ਆਇਆ ਵਪਾਰੀ। ਇੰਨਾ ਕੁ ਘਿਓ ਵੰਡਤਾ ਵੀ ਥੋੜਾ ਜਿਹਾ ਥੱਲਾ ਜਿਹਾ ਹੀ ਬਸ ਉਹਦਾ ਢੱਕਿਆ ਰਹਿ ਗਿਆ, ਬਾਕੀ ਬਾਹਰ ਵਪਾਰੀ ਗਮਨਤ ਪਾਇਓ। ਇਸ ਤਰ੍ਹਾਂ ਘਿਓ ਦੇ ਕਰਕੇ ਭਾਈ ਭਗਤੂ ਦੇ ਕਹਿਣ ਤੇ ਵਪਾਰੀ ਫਿਰ ਅੱਗੇ ਕਿਸੇ ਨਗਰ ਵਿੱਚ ਚਲਾ ਗਿਆ। ਸੌਦਾ ਅੱਜ ਵੇਚ ਮੈਂ ਆਉਂ। ਹਾਂ, ਕਹਿਣ ਲੱਗਾ ਵੀ ਅੱਜ ਤਾਂ ਮੈਂ ਸੌਦਾ ਜਿਹੜਾ ਬਚ ਗਿਆ ਇਹ ਕਿਸੇ ਨਾ ਕਿਸੇ ਪਿੰਡ ਨਗਰ ਵਿੱਚ ਵੇਚ ਕੇ ਆਵਾਂ। ਅਗਲੇ ਦਿਵਸ ਮੋਲ ਮੈਂ ਪਾਉਂ। ਤੇ ਆਪਣਾ ਜਿਹੜਾ ਮੇਰਾ ਮੁੱਲ ਬਣਦਾ ਨਾ ਘਿਓ ਦੇ ਜਿਹੜੇ ਪੈਸੇ ਬਣਦੇ ਆ ਮੈਂ ਅਗਲੇ ਦਿਨ ਲੈ ਲਵਾਂਗਾ। ਸੰਧਿਆ ਲਗ ਫਿਰ ਕੇ ਘਰ ਗਇਓ। ਸੋ ਇਸ ਤਰ੍ਹਾਂ ਵਪਾਰੀ ਘਿਓ ਦੇ ਕਰਕੇ ਉਹਨਾਂ ਸਿੱਖਾਂ ਨੂੰ ਕਾਮਿਆਂ ਨੂੰ ਤੇ ਸੰਧਿਆ ਤੀਕਰ ਕਹਿੰਦੇ ਵੀ ਸੂਰਜ ਛਿਪਦੇ ਤੀਕਰ ਇੱਧਰ ਉੱਧਰ ਨਗਰਾਂ ਦੇ ਵਿੱਚ ਫਿਰ ਕੇ ਵਪਾਰ ਕਰਦਾ ਵਾਪਸ ਘਰੇ ਚਲਾ ਗਿਆ। ਕਿਰਕ ਭੀਤ ਮੈਂ 100 ਲੱਖ ਲਾਇਓ। ਤੇ ਇੱਕ ਕੰਧ ਦੇ ਵਿੱਚ ਕਿੱਲੀ ਜੀ ਲੱਗੀ ਹੋਈ ਸੀ ਲੱਕੜ ਦੀ। ਆਮ ਪੁਰਾਣੇ ਲੋਕ ਕੰਧਾਂ 'ਚ ਕਿੱਲੀਆਂ ਰੱਖਦੇ ਤੇ ਉੱਥੇ ਝੋਲਾ ਟੰਗ ਦੇਣਾ, ਉੱਥੇ ਹੀ ਕੋਈ ਨਾ ਕੋਈ ਖਾਣ ਪੀਣ ਵਾਲਾ ਪਦਾਰਥ ਟੰਗਦੇ ਹੁੰਦੇ ਸਨ ਹਵਾ ਦੇ ਵਿੱਚ ਉਚੇਤ ਸਨ। ਤੇ ਵਪਾਰੀ ਨੇ ਵੀ ਕੀਤਾ ਵੀ ਰਾਤ ਜਦੋਂ ਵਾਪਸ ਘਰੇ ਗਿਆ ਸੌਣ ਤੋਂ ਪਹਿਲਾਂ ਕਿੱਲੀ ਦੇ ਨਾਲ ਸਾਰਾ ਆਪਣਾ ਸਾਜੋ ਸਮਾਨ ਉਹ ਜਿਹੜੀ ਕੁੱਪੀ ਘਿਓ ਵਾਲੀ ਸੀ ਉਹ ਵੀ ਟੰਗ ਦਿੱਤੀ। ਕੁੱਪੀ ਤਾਹੇ ਸਾਥ ਲਰਕਾਈ। ਕਿੱਲੀ ਵੇਖ ਕਰਕੇ ਘਿਓ ਵਾਲੀ ਕੁੱਪੀ ਜਿਹ ਥੋੜਾ ਜਿਹਾ ਘਿਓ ਬਾਕੀ ਬਚਿਆ ਰਹਿ ਗਿਆ ਉਹ ਕਿੱਲੀ ਦੇ ਨਾਲ ਲਮਕਾ ਦਿੱਤੀ। ਚਿਤ ਮੈਂ ਵਿਚਾਰ ਠਹਿਰਾਈ। ਕਿਉਂਕਿ ਚਿੱਤ ਵਿੱਚ ਇਸ ਤਰ੍ਹਾਂ ਵਿਚਾਰ ਕਰਕੇ ਨਿਰਣਾ ਕਰਕੇ ਗੱਲ ਪੱਕੀ ਕਰ ਲਈ ਸੀ ਵਪਾਰੀ ਨੇ ਤੋਂ ਪ੍ਰਥਮ ਕਿਰਤ ਮੇਰਾ। ਵੀ ਇਹ ਮੈਂ ਘਿਓ ਜਦੋਂ ਸਵੇਰੇ ਗਿਆ ਹਾਂ ਇਹ ਤੋਲ ਕੇ ਖੜਿਆ ਸੀ ਵੀ ਇਹਦਾ ਕਿੰਨਾ ਵਜਨ ਹੈ। ਜੋ ਗੁਰੂ ਦੇ ਸਿੱਖ ਭਾਈ ਭਗਤੂ ਨੇ ਜਿੰਨਾ ਘਿਓ ਅੱਜ ਲੈ ਕੇ ਆਪਣੇ ਕਾਮਿਆਂ ਨੂੰ ਸੇਵਕਾਂ ਨੂੰ ਖਵਾਇਆ ਪਿਆਇਆ ਏ ਪ੍ਰਭਾਤ ਕੋ ਤੋਲਣ ਕਰਕੇ। ਹਾਂ, ਉਹਦਾ ਪਤਾ ਸਵੇਰੇ ਲੱਗ ਜੂ ਕਿਉਂਕਿ ਅੱਜ ਤਾਂ ਮੈਂ ਤੋਲਿਆ ਸੀ ਤੇ ਸਵੇਰੇ ਉੱਠ ਕਰਕੇ ਫਿਰ ਆਪਣੀ ਕੁੱਪੀ ਜਿਹੜੀ ਹੈ ਘਿਓ ਜਿਹੜਾ ਹੈ ਮੈਂ ਤੋਲ ਲਾਂਗਾ ਤੇ ਜਿੰਨਾ ਵਜਨ ਦੇ ਵਿੱਚ ਘਟੇਗਾ ਉਹਨੇ ਜਾ ਕੇ ਮੈਂ ਪੈਸੇ ਲੈ ਲਵਾਂਗਾ। ਜਿਤੋਂ ਲਿਓ ਸੋ ਲਿਓ ਵਿਚਰ ਕੇ। ਹਾਂ, ਜਿੰਨਾ ਕੁ ਉਹਨਾਂ ਨੇ ਵਰਤਿਆ ਹੋਇਆ ਹੋਊਗਾ ਲਿਆ ਖਰਚਿਆ ਹੋਊ ਉਹਨਾਂ ਵਿਚਾਰ ਕੇ ਦੱਸ ਦੂੰ ਵੀ ਇੰਨੇ ਪੈਸੇ ਬਣਦੇ ਨੇ ਤੁਹਾਡੇ। ਗਿਣ ਮਨ ਮੈਂ ਸੁਖਤਿਓ ਰਾਤੀ। ਇਸ ਤਰ੍ਹਾਂ ਮਨ ਵਿੱਚ ਗਿਣਤੀ ਵਿਚਾਰ ਕਰਕੇ ਵੀ ਸਵੇਰੇ ਹੁਣ ਤੋਲਾਂਗੇ ਘਿਓ ਵੀ ਕਿੰਨਾ ਉਹਨਾਂ ਨੇ ਲਿਆ ਹੈ ਮੇਰੇ ਤੇ ਰਾਤ ਦੇ ਸਮੇਂ ਵਪਾਰੀ ਸੌਂ ਗਿਆ। ਉਠਤ ਭਇਓ ਜਬ ਹੋਈ ਪ੍ਰਾਤੀ। ਹਾਂ, ਜਦੋਂ ਪ੍ਰਭਾਤ ਸਵੇਰ ਦਾ ਸਮਾਂ ਹੋਇਆ ਤਾਂ ਉੱਠਿਆ ਹੈ ਉਦਮ ਕਰਕੇ ਵਪਾਰੀ। ਕੁੱਪੀ ਤੋਲਣ ਹੇਤੁ ਉਤਾਰੀ। ਉਹ ਕਿੱਲੀ ਦੇ ਟੰਗੇ ਹੋਈ ਕੁੱਪੀ ਘਿਓ ਦੀ ਤੋਲਣ ਵਾਸਤੇ ਹੇਠਾਂ ਲਾਈ ਵੀ ਘਿਓ ਤੋਲ ਲਵਾਂ ਫਿਰ ਤੋਲਣ ਤੋਂ ਬਾਅਦ ਫਿਰ ਭਰ ਲਵਾਂਗਾ ਫਿਰ ਵਪਾਰ ਕਰਨ ਜਾਣਾ ਹੈ। ਤੇ ਉਹ ਕਿੱਲੀ ਦੇ ਟੰਗੀ ਹੋਈ ਕੁੱਪੀ ਜਿਹੜੀ ਹੈ ਉਹਦਾ ਵਜਨ ਕਰਨ ਦੇ ਲਈ ਤੱਕੜੀ 'ਚ ਰੱਖ ਕੇ ਹੇਠਾਂ ਕੀਤੀ। ਤੇ ਮੁਖ ਖੋਲਿਓ ਜਬ ਨਿਹਾਰੀ। ਤੇ ਜਦੋਂ ਥੱਲੇ ਲਾ ਕਰਕੇ ਵਪਾਰੀ ਨੇ ਕੁੱਪੀ ਦਾ ਮੂੰਹ ਖੋਲਿਆ ਤੇ ਮੁਖ ਖੋਲ ਕੇ ਜਦੋਂ ਵਿੱਚ ਵੇਖਿਆ ਕਹਿੰਦੇ ਵੀ ਉਸ ਵੇਲੇ ਐਸੀ ਖੇਡ ਵਰਤੀ ਵੀ ਭਰੀ ਹੁਤੀ ਜੇਤਕ ਤਬ ਦੀਨੋ ਵੀ ਜਦੋਂ ਅੱਜ ਪਿਛਲੇ ਦਿਨ ਲੈ ਕੇ ਗਿਆ ਸੀ ਤੇ ਜਿੰਨਾ ਕੁ ਭਰੇ ਹੋਏ ਦੇ ਵਿੱਚੋਂ ਭਰ ਭਰ ਕੇ ਘਿਓ ਸਿੱਖ ਕਾਮਿਆਂ ਨੂੰ ਭਾਈ ਭਗਤੂ ਦੇ ਕਹਿਣ ਤੇ ਛਕਾਇਆ ਓਨਾ ਹੀ ਵਜਨ ਹੈ। ਉੱਥੋਂ ਤੀਕਰ ਹੀ ਕੁੱਪੀ ਫੇਰ ਭਰੀ ਹੋਈ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ।
ਜਦੋਂ ਮੂੰਹ ਖੋਲਿਆ ਵਪਾਰੀ ਨੇ, ਵੇਖਦਾ ਕੀ ਹੈ ਵੀ ਕਹਿੰਦਾ ਤੋਲਾ ਇਹਦਾ ਕੀ ਹੈ, ਤਾਂ ਫੇਰ ਕੱਲ ਜਿੰਨਾ ਉਦਾਂ ਹੀ ਨੱਕੋ ਨੱਕ ਭਰਿਆ ਹੋਇਆ ਹੈ ਬਰਤਨ। ਗੁਰ ਕੇ ਸਿੱਖਣ ਖਾਏ ਸੋ ਲੀਨੋ, ਕਹਿੰਦਾ ਵੀ ਗੁਰੂ ਦੇ ਸਿੱਖਾਂ ਨੇ ਦੇ ਪਲੀਆਂ ਭਰ ਭਰ ਕੇ ਮੰਗ ਮੰਗ ਕੇ ਬਹੁਤਾ ਹੀ ਘਿਓ ਕੱਲ ਖਾ ਲਿਆ ਮੇਰੇ ਕੋਲੋਂ। ਤਿਤਕ ਭਰੀ ਮੁਖ ਲੋ ਤਿਨ ਹੇਰੀ, ਹੁਣ ਤੇ ਮੈਂ ਤੋਲਣਾ ਚਾਹੁੰਦਾ ਸੀ ਵੀ ਜਾ ਕੇ ਆਪਣੇ ਪੈਸੇ ਲਵਾਂਗਾ, ਪਰ ਪੈਸੇ ਲਵਾਂ ਕਿਹਦੇ, ਜਿੰਨਾ ਕੁ ਕੱਲ ਮੈਂ ਉੱਥੇ ਦੇਣ ਤੋਂ ਪਹਿਲਾਂ ਘਿਓ ਲੈ ਕੇ ਗਿਆ ਏ ਉਹਨਾਂ ਕੋ। ਵਪਾਰੀ ਸੋਚਣ ਲੱਗ ਪਿਆ ਵੀ ਹੁਣ ਫੇਰ ਕੁੱਪੀ ਵਿੱਚ ਭਰਿਆ ਪਿਆ ਏ। ਰਹੀ ਬੁੱਧ ਬਿਸਮਾਏ ਬਡੇਰੀ, ਇਸ ਤਰ੍ਹਾਂ ਇਹ ਤਾਂ ਹੈਰਾਨ ਹੋ ਗਿਆ, ਵਪਾਰੀ ਦੀ ਬੁੱਧ ਵਿਸਮਾਦ ਵਿੱਚ ਚਲੇਗੀ, ਕੋਈ ਵੀ ਸੁੱਧ ਬੁੱਧ ਨਾ ਰਹੀ ਵੀ ਸੋਚਾਂ ਕੀ, ਵਿਚਾਰਾਂ ਕੀ ਵੀ ਮੈਂ ਆਪਣੇ ਹੱਥੀਂ ਕੱਲ ਘਿਓ ਜਿਹੜਾ ਦਿੱਤਾ ਏ ਤੇ ਅੱਜ ਫਿਰ ਕੁੱਪਾ ਭਰਿਆ ਏ। ਤੇਜਾ ਭਇਓ ਨ ਜਾਣਿਓ ਜਾਏ, ਇਹ ਕੀ ਹੋਇਆ ਸਮਝ ਨਹੀਂ ਆਈ। ਬੜਾ ਦਿਮਾਗ ਤੇ ਜ਼ੋਰ ਪਾਇਆ, ਬੜਾ ਸੋਚਦਾ ਰਿਹਾ, ਬਹੁਤ ਚਿਤਵਨੀਆਂ ਕੀਤੀਆਂ ਵਪਾਰੀ ਨੇ। ਤਾਂ ਕ੍ਰਿਤ ਲੀਨੋ ਤਿਨ ਖਾਏ, ਹਾਂ ਕਹਿੰਦਾ ਵੀ ਉੱਥੇ ਮੇਰੇ ਹੱਥੀਂ ਮੈਂ ਘਿਓ ਦਿੱਤਾ ਏ, ਮੇਰੇ ਸਾਹਮਣੇ ਉਹਨਾਂ ਨੇ ਲੈ ਲੈ ਕੇ ਖਾਧਾ ਏ, ਪਰ ਇਹ ਘਿਓ ਨਾ ਫਿਰ ਬਰਤਨ ਕਿਵੇਂ ਭਰ ਗਿਆ ਏ। ਤੋਲ ਕਹੀ ਸੋ ਮੈਂ ਆਨੇ, ਹਾਂ ਮੈਂ ਆਪਣੇ ਹੱਥ ਖੋਲ ਕੇ ਚੰਗੀ ਤਰ੍ਹਾਂ ਵੇਖਿਆ ਵੀ ਥੋੜਾ ਜਿਹਾ ਰਹਿ ਗਿਆ ਸੀ, ਥੱਲਾ ਜਿਹਾ ਢਕਿਆ ਸੀ ਬਸ। ਭਇਓ ਤੇ ਤੋ ਕੁਛ ਜਾਏ ਨ ਜਾਣੇ, ਹਾਂ ਇਹ ਪਤਾ ਨਹੀਂ ਕੀ ਖੇਡ ਵਰਤ ਗਈ ਹੈ, ਕੁਝ ਜਾਣਿਆ ਨਹੀਂ ਜਾਂਦਾ, ਮੇਰੀ ਸਮਝ ਵਿੱਚ ਨਹੀਂ ਆਉਂਦਾ। ਰਹਿਓ ਵਿਚਾਰਤ ਕੇਤਕ ਸਮੋ, ਇਸ ਤਰ੍ਹਾਂ ਵਪਾਰੀ ਕਿੰਨਾ ਹੀ ਸਮਾਂ ਵਿਚਾਰ ਕਰਦਾ ਸੋਚਦਾ ਰਿਹਾ। ਲਗਿਓ ਪ੍ਰਤਾਪ ਕਰਤ ਭਾਨਮ, ਅਖੀਰ ਉਹਦੇ ਮਨ ਵਿੱਚ ਇਹੀ ਖਿਆਲ ਉੱਠਿਆ ਵੀ ਉਹ ਗੁਰੂ ਨਾਨਕ ਦੇਵ ਮਹਾਰਾਜ ਗੁਰੂ ਹਰਿ ਸਾਹਿਬ ਦੇ ਖੇਤਾਂ ਦੀ ਸਿੱਖ ਸੇਵਾ ਕਰ ਰਹੇ ਨੇ, ਤੇ ਉਹ ਬਿਰਧ ਬਾਬਾ ਜਿਹੜਾ ਹੈ ਉਹ ਕੋਈ ਚੰਗਾ ਵੱਡਾ ਭਾਈ ਭਗਤੂ ਸੇਵਾਦਾਰ ਲੱਗਦਾ ਏ, ਇਹ ਕਦੇ ਉਹਨਾਂ ਦੀ ਵੀ ਕਲਾ ਵਰਤੀ ਹੈ। ਇਸ ਤਰ੍ਹਾਂ ਇਹ ਅਨੇਕਾਂ ਵਿਚਾਰਾਂ ਤੋਂ ਬਾਅਦ ਇਸ ਵਪਾਰੀ ਦੇ ਮਨ ਦੇ ਵਿੱਚ ਇਹ ਭਰੋਸਾ ਵੱਜ ਗਿਆ, ਇਸ ਦੇ ਮਨ ਦੇ ਵਿੱਚ ਇਹ ਫੁਰਨਾ ਆਇਆ ਵੀ ਉਹ ਗੁਰੂ ਕਾ ਸਿੱਖ ਕੋਈ ਕਰਾਮਾਤੀ ਸ਼ਕਤੀਆਂ ਵਾਲਾ ਏ। ਭਗਤੋ ਨਿਕਟ ਗਇਓ ਤਤਕਾਲਾ, ਉਸੇ ਵੇਲੇ ਹੀ ਇਹ ਚੱਲ ਕਰਕੇ ਆਪਣੇ ਘਰ ਤੋਂ ਜਿੱਥੇ ਘਿਓ ਦਿੱਤਾ ਸੀ ਬਾਹਰ ਖੇਤਾਂ ਵਿੱਚ ਭਾਈ ਭਗਤੂ ਦੇ ਕੋਲ ਪਹੁੰਚ ਗਿਆ। ਕਹੇ ਚਰਨ ਕਹਿ ਬਿਨੈ ਵਿਸਾਲਾ, ਜਾਂਦਿਆਂ ਹੀ ਪੈਰ ਫੜ ਲਏ ਭਾਈ ਭਗਤੂ ਦੇ ਵਪਾਰੀ ਨੇ ਤੇ ਦੋਵੇਂ ਹੱਥ ਜੋੜ ਕੇ ਬੇਨਤੀਆਂ ਕਰਨ ਲੱਗਾ ਏ। ਮੈਰਾਵਰ ਕੀ ਸਰਣ ਪਹੁੰਚਾ, ਕਹਿਣ ਲੱਗਾ ਮੈਂ ਤਾਂ ਬਸ ਹੁਣ ਤੁਹਾਡੀ ਸ਼ਰਨ ਪੈ ਗਿਆ ਏ, ਤੁਹਾਡੇ ਚਰਨਾਂ ਦਾ ਹੀ ਓਟ ਆਸਰਾ ਲੈ ਲਿਆ ਏ। ਤੁਮ ਗਹੀ ਰਾਸ਼ੇ ਮਤ ਉੱਚਾ, ਕਿਉਂਕਿ ਤੁਸੀਂ ਬੜੇ ਗਹੀਰ ਕਰਨੀ ਵਾਲੇ ਹੋ, ਮੈਂ ਤਾਂ ਪਰਤਾ ਕੇ ਵੇਖ ਲਿਆ, ਹੱਥ ਦੇ ਸਰੋਂ ਜਮਾਉਣ ਵਾਂਗ ਮੇਰੇ ਦੇ ਸਾਹਮਣੇ ਖੇਡ ਵਰਤ ਗਈ ਹੈ, ਤੁਹਾਡੀ ਮੱਤ ਬੜੀ ਉੱਚੀ ਹੈ, ਤੁਹਾਡੇ ਅੰਦਰ ਬੜੀ ਗਹੀਰਤਾ ਏ। ਅਨੁਰਾਗਿਓ ਮੈਂ ਤਿਆਗਿਓ ਨਾਹੀ, ਅਨੁਰਾਗਿਓ ਮੈਂ ਤਿਆਗਿਓ ਨਾਹੀ, ਮੈਂ ਹੁਣ ਤੁਹਾਡੇ ਪ੍ਰੇਮ ਦੇ ਵਿੱਚ ਬੱਝਾ ਹਾਂ, ਤੁਹਾਡੇ ਚਰਨਾਂ ਦਾ ਵੈਰਾਗ ਪ੍ਰੇਮ ਮੇਰੇ ਅੰਦਰ ਆ ਗਿਆ। ਮੈਨੂੰ ਉਹ ਵਪਾਰੀ ਕਹਿਣ ਲੱਗਾ ਤਿਆਗਿਓ ਨਾ, ਦੁਰਕਾਰਿਓ ਨਾ, ਕਰੋ ਸਿੱਖ ਰਾਖੋ ਨਿਜ ਪਾਹੀ, ਮੈਨੂੰ ਆਪਣਾ ਸਿੱਖ ਬਣਾ ਕੇ ਆਪਣੇ ਚਰਨਾਂ ਵਿੱਚ ਹੀ ਰੱਖ ਲਓ ਅੱਜ ਤੋਂ ਬਾਅਦ। ਸੁਣ ਕਰ ਭਗਤੂ ਬਾਕ ਉਚਾਰਾ, ਹਾਂ ਸੁਣ ਕਰਕੇ ਭਾਈ ਭਗਤੂ ਜੀ ਨੇ ਉਸ ਵਪਾਰੀ ਦੇ ਤਾਈਂ ਬਚਨ ਕੀਤਾ। ਸ੍ਰੀ ਸਤਿਗੁਰ ਹੈ ਪੁਰਖ ਉਦਾਰਾ, ਉਹ ਕਹਿਣ ਲੱਗੇ ਭਾਈ ਮੇਰੇ ਤਾਂ ਆਪ ਸ੍ਰੀ ਸਤਿਗੁਰੂ ਹਰਿ ਸਾਹਿਬ ਜੀ ਪੂਰਨ ਪੁਰਖ ਜੋ ਪ੍ਰਗਟ ਹਨ, ਮੈਂ ਤਾਂ ਆਪ ਉਹਨਾਂ ਦਾ ਸੇਵਕ ਹਾਂ। ਮਹਾਰਾਜ ਰਾਜਨ ਕੇ ਰਾਜਾ, ਹਾਂ ਜਿੰਨੇ ਵੀ ਦੁਨੀਆ 'ਚ ਰਾਜੇ ਨੇ ਉਹਨਾਂ ਰਾਜਿਆਂ ਦੇ ਵੀ ਜਿਹੜੇ ਵੱਡੇ ਵੱਡੇ ਰਾਜਨ ਹਨ, ਉਹਨਾਂ ਰਾਜਾਨਾਂ ਦਾ ਵੀ ਜਿਹੜਾ ਮਹਾਰਾਜ ਹੈ ਉਹਦਾ ਸਰੂਪ ਨੇ ਗੁਰੂ ਹਰਿ ਸਾਹਿਬ। ਰਾਜਤ ਤੀਨ ਲੋਕ ਸਿਰ ਤਾਜਾ, ਹਾਂ ਜੋ ਤਿੰਨਾਂ ਲੋਕਾਂ ਦੇ ਸਿਰ ਤੇ ਤਾਜ ਦੀ ਨੇ ਆਈ ਬਰਾਜਦੇ ਨੇ, ਭਾਵ ਸਭ ਦੇ ਉੱਤੇ ਗੁਰੂ ਹਰਿ ਸਾਹਿਬ ਦਾ ਹੀ ਹੁਕਮ ਚੱਲਦਾ ਏ। ਤਿਨਕੇ ਹਮ ਸਮਾਨ ਪ੍ਰਧਾਨ, ਇਸ ਕਰਕੇ ਅਸੀਂ ਤਾਂ ਉਹਨਾਂ ਦੇ ਪ੍ਰਧਾਨ ਦੇ ਸਮਾਨ ਆ, ਵੀ ਜਿਵੇਂ ਕਿਸੇ ਕੋਈ ਰਾਜੇ ਦਾ ਕੋਈ ਮੰਤਰੀ ਪ੍ਰਧਾਨ ਹੁੰਦਾ ਹੈ ਨਾ, ਐਵੇਂ ਸਾਡੇ ਮਹਾਰਾਜਾ ਤਾਂ ਗੁਰੂ ਹਰਿ ਸਾਹਿਬ ਨੇ, ਤੇ ਭਾਈ ਭਗਤੂ ਕਹਿੰਦਾ ਸੀ ਉਹਨਾਂ ਦੇ ਮੰਤਰੀਆਂ ਵਰਗੇ ਹਾਂ। ਸਨ ਸੈਨਪ ਕੇ ਸੁਭਟ ਮਹਾਨ, ਤੇ ਸਨ ਸੈਨਪ ਕੇ ਸੁਭਟ ਮਹਾਨ, ਜਿਵੇਂ ਰਾਜੇ ਦੀ ਸੈਨਾ ਹੁੰਦੀ ਹੈ ਤੇ ਇੱਕ ਸੈਨਾਪਤੀ ਹੁੰਦਾ ਏ, ਅਸੀਂ ਮਹਾਰਾਜ ਸਾਹਿਬ ਦੀ ਸੈਨਾਪਤੀ ਦੀ ਨਿਆਈ ਹਾਂ। ਸਤਿਗੁਰ ਅਸ਼ਟਨਵਿਤ ਹਮਾਰੇ, ਇਸ ਕਰਕੇ ਇਹ ਭਾਈ ਵਪਾਰੀਆ ਜੇ ਸਿੱਖ ਬਣਨਾ ਚਾਹੁੰਦਾ ਹੈ ਤਾਂ ਗੁਰੂ ਦਾ ਬਣ, ਕਿਉਂਕਿ ਗੁਰੂ ਸਾਹਿਬ ਜੀ ਦੇ ਹੁੰਦੇ ਆ
ਅਸੀਂ ਆਪਣੇ ਸਿੱਖ ਬਣਾਉਣ ਲੱਗ ਪਈਏ, ਸਾਨੂੰ ਚੰਗਾ ਨਹੀਂ ਹੈ। ਸਿੱਖ ਬਣਾਏ ਤੋਹਿ ਕਰੇ ਉਧਾਰ। ਹਾਂ, ਉਹੀ ਤੈਨੂੰ ਆਪਣਾ ਸਿੱਖ ਬਣਾ ਕੇ ਤੇਰਾ ਉਧਾਰ ਕਰਨਗੇ, ਤੇਰੀਆਂ ਕੁਲਾ ਤਾਰ ਦੇਣਗੇ। ਜਾਉ ਸ਼ਰਨ ਆਪ ਸ੍ਰੀ ਹਰਿ ਰਾਇ। ਜਾ ਜੇ ਸਿੱਖ ਬਣਨਾ ਕੀਰਤਪੁਰ ਸਾਹਿਬ ਨਗਰ 'ਚ ਚਲੇ ਜਾ, ਗੁਰੂ ਹਰਿ ਸਾਹਿਬ ਜੀ ਦੇ ਕੋਲ। ਕਰੇ ਮੋਖ ਨਿਜ ਦਾਸ ਬਣਾਏ। ਸਤਵੇਂ ਪਾਤਸ਼ਾਹ ਤੈਨੂੰ ਆਪਣਾ ਸੇਵਕ ਬਣਾ ਕੇ ਤੇਰੀ ਮੁਕਤੀ ਕਰ ਦੇਣਗੇ। ਸੁਣ ਕਰ ਜੋਰ ਤਬਾ ਕਬ ਖਾਨਾ। ਵਪਾਰੀ ਜਿਹੜਾ ਸੀ ਉਹਨੇ ਦੋਵੇਂ ਹੱਥ ਜੋੜ ਕੇ ਫਿਰ ਭਾਈ ਭਗਤ ਨੂੰ ਕਿਹਾ, ਬੇਨਤੀ ਕੀਤੀ ਵੀ ਹੈ ਮਹਾਰਾਜ, ਮੈਂ ਆਵੇ ਕਰਾਵਰ ਕੋ ਜਾਣਾ। ਕਹਿੰਦਾ ਮੈਨੂੰ ਨਹੀਂ ਪਤਾ ਹੋਰ ਕਿਸੇ ਬਾਰੇ, ਮੈਂ ਤਾਂ ਇੱਕ ਤੁਹਾਨੂੰ ਜਾਣਦਾ, ਕਿਉਂਕਿ ਕੱਲ ਘਿਓ ਇੱਥੇ ਤੁਹਾਡੇ ਕਹਿਣ ਤੇ ਦੇ ਕੇ ਗਿਆ ਸੀ, ਅੱਜ ਸਵੇਰੇ ਤੋਲਣ ਲੱਗਾ, ਉਹ ਘਿਓ ਦਾ ਕੁੱਪਾ ਫੇਰ ਉਸੇ ਤਰ੍ਹਾਂ ਭਰਿਆ ਹੈ ਤੇ ਮੈਂ ਕਈ ਕੁਝ ਸੋਚ ਕੇ ਅਖੀਰ ਤੁਹਾਡੀ ਸ਼ਰਨ ਪਿਆ, ਮੈਂ ਤਾਂ ਤੁਹਾਡੀ ਸ਼ਕਤੀ ਵੇਖੀ ਹੈ। ਸਤਿਗੁਰ ਨਿਕਟ ਚਲੋ ਲੈ ਸਾਥ। ਤੇ ਜੇ ਤੁਸੀਂ ਕਿਰਪਾ ਕਰਨੀ ਹੈ, ਕਹਿੰਦੇ ਹੋ ਵੀ ਤੁਹਾਡੇ ਤੋਂ ਵੱਡੇ ਤੁਹਾਡੇ ਸਤਿਗੁਰੂ ਨੇ, ਉਹਨਾਂ ਦੇ ਚਰਨ ਸ਼ਰਨ ਪਾਉਣ ਲਈ ਤੁਸੀਂ ਵਿਚੋਲੇ ਬਣ ਕੇ ਸਾਨੂੰ ਨਾਲ ਲੈ ਚੱਲੋ। ਧਰਮ ਚਰਨ ਕਮਲਨ ਪਰਮਾਤ। ਤੇ ਉੱਥੇ ਜਾ ਕੇ ਮੈਨੂੰ ਮਹਾਰਾਜ ਦੇ ਚਰਨ ਕਮਲਾਂ ਦੇ ਲੜ ਲਾ ਕੇ ਸਤਿਗੁਰੂ ਦੀ ਸ਼ਰਨ ਪਾ ਕੇ ਮੇਰਾ ਮੱਥਾ ਟਿਕਾ ਦਿਓ। ਕਹਿ ਕਰ ਤਿਨ ਕੋ ਸਿੱਖ ਬਣਾਵੋ। ਤੇ ਤੁਸੀਂ ਕਹਿ ਕਰਕੇ ਵੀ ਇਹ ਮਹਾਰਾਜ ਤੁਹਾਡੀ ਸ਼ਰਨ ਆਇਆ ਏ ਭਾਈ ਭਗਤੂ ਜੀ, ਮੈਨੂੰ ਗੁਰੂ ਹਰਿ ਸਾਹਿਬ ਦਾ ਸਿੱਖ ਬਣਵਾ ਦੇਵੋ। ਜਨਮ ਜਨਮ ਕੋ ਕਸ਼ਟ ਮਿਟਾਵੋ। ਜਨਮਾਂ ਜਨਮਾਂ ਦੇ ਜਿਹੜੇ ਦੁੱਖ ਦਲਿੱਦਰ ਨੇ, ਕਸ਼ਟ ਨੇ, ਉਹ ਦੂਰ ਹੋ ਜਾਣ, ਜਿਸ ਕਰਕੇ ਦਿਆਲ ਭਗਤੋ ਤਿਸ ਕਾਲ। ਭਾਈ ਭਗਤੂ ਖੁਸ਼ ਹੋ ਗਿਆ ਉਸ ਵੇਲੇ ਉਸ ਵਪਾਰੀ ਦੀ ਭਾਵਨਾ ਵੇਖ ਕੇ। ਕਰ ਚਲਿਓ ਆਪਣੇ ਨਾਲ। ਉਸ ਵੇਲੇ ਖੇਤਾਂ ਦੇ ਵਿੱਚੋਂ ਕਾਮਿਆਂ ਨੂੰ ਕਹਿੰਦਾ ਤੁਸੀਂ ਠਹਿਰੋ, ਮੈਂ ਆਉਣਾ ਹੈ, ਤੇ ਕੀਰਤਪੁਰ ਸਾਹਿਬ ਨੂੰ ਨਾਲ ਲੈ ਤੁਰਿਆ। ਜਹਾਂ ਵਿਰਾਜਨ ਸ੍ਰੀ ਹਰਿ ਰਾਇ। ਜਿੱਥੇ ਗੁਰੂ ਹਰਿ ਸਾਹਿਬ ਮਹਾਰਾਜ ਬਿਰਾਜਮਾਨ ਹੋ ਰਹੇ ਸਨ। ਪਹੁੰਚੇ ਬੈਠੇ ਸੀਸ ਨਿਵਾਏ। ਗੁਰੂ ਹਰਿ ਸਾਹਿਬ ਮਹਾਰਾਜ ਦੇ ਨੇੜੇ ਜਾ ਕਰਕੇ ਪਹੁੰਚ ਗਏ, ਸਤਿਗੁਰਾਂ ਨੂੰ ਸੀਸ ਨਵਾਇਆ। ਬੇਹਸ ਬਦਨ ਤੇ ਗੁਰੂ ਉਚਾਰੀ। ਤੇ ਜਦੋਂ ਆਇਆ ਵੇਖਿਆ ਨਾ ਭਾਈ ਭਗਤੂ ਜੀ ਨੂੰ ਦੇ ਨਾਲ ਉਹ ਵਪਾਰੀ ਨੂੰ, ਬੇਹਸ ਬਦਨ ਤੇ ਗੁਰੂ ਉਚਾਰੀ। ਗੁਰੂ ਹਰਿ ਸਾਹਿਬ ਜੀ ਖੁਸ਼ ਹੋ ਕਰਕੇ ਕਹਿਣ ਲੱਗੇ, ਆਓ ਭਾਈ ਪਰ ਉਪਕਾਰੀ। ਆਓ ਭਾਈ ਪਰਉਪਕਾਰੀ ਭਗਤੂ ਜੀ, ਆਓ ਜੀ ਆਇਆਂ ਨੂੰ। ਆਨਿਓ ਕੌਣ ਆਪਣੇ ਸੰਗ। ਇਹ ਕੌਣ ਲੈ ਕੇ ਆਇਓ ਵੀ ਆਪਣੇ ਨਾਲ, ਕਿਉਂਕਿ ਤੁਸੀਂ ਬੜੇ ਪਰਉਪਕਾਰੀ ਹੋ, ਜਿਹਨੂੰ ਨਾਲ ਲਿਆਂਦਾ ਇਹ ਕੌਣ ਹੈ। ਕਿਉਂ ਨਾ ਜਾਏ ਬਰੰਗਿਓ ਰੰਗ। ਤੇ ਜੇ ਮਹਾਰਾਜ ਸਾਹਿਬ ਕਹਿਣ ਲੱਗੇ ਤੁਹਾਡੇ ਨਾਲ ਆਇਆ ਹੈ, ਤਾਂ ਇਹਨੂੰ ਅਜਬ ਅਜਾਇਬ ਫਿਰ ਪ੍ਰੇਮ ਦੇ ਰੰਗ ਵਿੱਚ ਕਿਉਂ ਨਹੀਂ ਰੰਗਿਆ। ਅੰਤਰਜਾਮੀ ਸਭ ਕੁਝ ਜਾਣਦੇ ਸਨ, ਤੇ ਗੁਰੂ ਹਰਿ ਸਾਹਿਬ ਕਹਿੰਦੇ ਵੀ ਇਹਨੂੰ ਆਪਣੇ ਪ੍ਰੇਮ ਰੰਗ ਵਿੱਚ ਕਾਹਤੋਂ ਨਹੀਂ ਰੰਗਿਆ ਫਿਰ ਭਾਈ ਭਗਤੂ। ਤਬ ਭਗਤੋ ਕਰ ਬੰਦ ਬਖਾਨਾ। ਭਾਈ ਭਗਤੂ ਸੁਣ ਕੇ ਦੋਵੇਂ ਹੱਥ ਜੋੜ ਕੇ ਕਹਿਣ ਲੱਗੇ, ਜਹਾਂ ਵਿਰਾਜਤ ਚੰਦ ਮਹਾਨ। ਮਹਾਰਾਜ ਜਿੱਥੇ ਪੂਰਨਮਾਸ਼ੀ ਦਾ ਚੰਦਰਮਾ ਰਾਤ ਦੇ ਸਮੇਂ ਵਿਰਾਜਦਾ, ਪ੍ਰਕਾਸ਼ ਦਾ ਸੋਹਣਾ ਲੱਗਦਾ ਹੈ, ਕਹਾਂ ਸ਼ਕਤ ਪ੍ਰਕਾਸ਼ੇ ਤਾਰਾ। ਉੱਥੇ ਤਾਰਿਆਂ ਦੀ ਕੀ ਸ਼ਕਤੀ ਹੈ ਵੀ ਪੂਰਨਮਾਸ਼ੀ ਦੇ ਚੰਦਰਮਾ ਦੇ ਸਾਹਮਣੇ ਚਾਨਣ ਵਿਖਾਉਣ। ਭਾਵ ਕਿ ਤੁਹਾਡੇ ਹੁੰਦਿਆਂ ਅਸੀਂ ਮਹਾਰਾਜ ਕਿਵੇਂ ਇਹ ਖੇਡ ਕਰ ਸਕਦੇ ਆ, ਇਹ ਸਿੱਖ ਬਣਾ ਸਕਦੇ ਆ। ਏਵ ਜਥੋ ਚਿਤ ਹਿਰਦੈ ਵਿਚਾਰਾ। ਹਾਂ, ਏਵ ਜਥੋ ਚਿਤ ਹਿਰਦੈ ਵਿਚਾਰਾ। ਐਵੇਂ ਮਹਾਰਾਜ ਮੈਂ ਆਪਣੇ ਚਿੱਤ ਵਿੱਚ ਵਿਚਾਰ ਕੀਤੀ ਹੈ ਵੀ ਅਸੀਂ ਤਾਰੇ ਆ, ਤੁਸੀਂ ਚੰਦਰਮਾ ਹੋ। ਦੇਵ ਚਰਨਾ ਅੰਮ੍ਰਿਤ ਸਿੱਖ ਕਰੀਜੈ। ਗੁਰੂ ਹਰਿ ਸਾਹਿਬ ਜੀ ਨੂੰ ਬੇਨਤੀ ਕੀਤੀ, ਭਾਈ ਭਗਤੂ ਨੇ ਮਹਾਰਾਜ ਕਿਰਪਾ ਕਰਕੇ ਇਹਨੂੰ ਚਰਨਾ ਅੰਮ੍ਰਿਤ ਦੇ ਕੇ ਅੰਮ੍ਰਿਤ ਛਕਾ ਕੇ ਸਿੱਖ ਬਣਾ ਲਵੋ। ਗੁਰਮਤਿ ਉਪਦੇਸ਼ੋ ਸੁਖ ਦੀਜੈ। ਤੇ ਮਹਾਰਾਜ ਜੀ ਉਹ ਆਪਣਾ ਸਿੱਖ ਬਣਾ ਕਰਕੇ ਗੁਰਮਤਿ ਦਾ ਉਪਦੇਸ਼ ਦੇ ਕੇ ਸੁਖੀ ਕਰੋ ਇਸ ਵਪਾਰੀ ਨੂੰ। ਚੱਲ ਆਇਓ ਹਵ ਕੈ ਸ਼ਰਧਾਲੂ। ਮਹਾਰਾਜ ਸ਼ਰਧਾ ਦੇ ਸਹਿਤ, ਭਾਵਨਾ ਦੇ ਸਹਿਤ ਤੁਹਾਡੇ ਦਰ ਤੇ ਚੱਲ ਕੇ ਆਇਆ ਏ। ਤੁਮ ਕਿਰਪਾਲ ਕਰ ਦੇਹ ਨਹਾਲੂ। ਮਹਾਰਾਜ ਹੁਣ ਕਿਰਪਾ ਕਰਕੇ ਇਸ ਵਪਾਰੀ ਨੂੰ ਨਿਹਾਲ ਕਰ ਦਿਓ। ਤਬ ਸਤਿਗੁਰ ਅਨਵਾਏ ਸੋ ਜਲ। ਭਾਈ ਭਗਤੂ ਦੀ ਬੇਨਤੀ ਸੁਣ ਕੇ ਉਹ ਵਪਾਰੀ ਨੂੰ ਨਿਹਾਲ ਕਰਨ ਦੇ ਲਈ ਗੁਰੂ ਹਰਿ ਸਾਹਿਬ ਜੀ ਨੇ ਜਲ ਮੰਗਵਾਇਆ।
ਮੰਗਵਾਇਆ ਕਰੇ ਏ। ਪਖਾਰਨ ਚਰਨ ਕਮਲ ਕੋ। ਤੇ ਉਸ ਜਲ ਦੇ ਨਾਲ ਮਹਾਰਾਜ ਨੇ ਆਪਣੇ ਚਰਨ ਕਮਲ ਧੋਤੇ ਹਨ। ਕਿਰਪਾ ਸਹਿਤ ਹੋਏ ਪਾਹਲ ਦੀਨ। ਤੇ ਬਹੁਤੀ ਕਿਰਪਾ ਦੇ ਵਿੱਚ ਆ ਕੇ ਬਹੁਤੀ ਮਹਾਰਾਜ ਨੇ ਰਹਿਮਤ ਕਰਕੇ ਉਹ ਵਪਾਰੀ ਨੂੰ ਚਰਨ ਪਹੁਲ ਦਿੱਤੀ, ਅੰਮ੍ਰਿਤ ਛਕਾਇਆ। ਕਹਾ ਨਾਮ ਤੋਹਿ ਬੂਝਨ ਕੀ। ਤੇ ਅੰਮ੍ਰਿਤ ਛਕਾ ਕੇ ਗੁਰੂ ਹਰਿ ਸਾਹਿਬ ਕਹਿੰਦੇ ਭਾਈ ਤੂੰ ਆਪਣਾ ਨਾਮ ਦੱਸ, ਤੇਰਾ ਨਾਮ ਕੀ ਹੈ? ਬੋਲਿਓ ਸੁਣੀਐ ਕਰੁਣਾ ਧਾਮ। ਹਾਂ ਕਹਾ ਨਾਮ ਤੋਹੇ ਬੂਝਨ ਕੀਨ। ਮਹਾਰਾਜ ਨੇ ਜਦੋਂ ਪੁੱਛਿਆ ਵੀ ਤੇਰਾ ਨਾਮ ਕੀ ਹੈ ਤਾਂ ਵਪਾਰੀ ਹੱਥ ਜੋੜ ਕੇ ਕਹਿੰਦਾ ਹੈ ਕਿਰਪਾ ਦੇ ਘਰ ਗੁਰੂ ਹਰਿ ਸਾਹਿਬ ਸੁਣਨਾ ਕਰੋ। ਇਕ ਰਾਖਿਓ ਮਮ ਸੰਗਤ ਨਾਮ। ਹਾਂ ਇੱਕ ਰਾਖਿਓ ਮਮ ਸੰਗਤ ਨਾਮ, ਵੀ ਇੱਕ ਰਾਖਿਓ ਮੇਰਾ ਨਾਮ ਮਹਾਰਾਜ ਸਾਹਿਬ ਜੀ ਸੰਗਤ ਹੈ, ਮੇਰੇ ਮਾਤਾ ਪਿਤਾ ਨੇ ਜੋ ਰੱਖਿਆ ਨਵਨ ਏ। ਪਿਤਾ ਦੇ ਉਠਾਵਨ ਕਰੋ। ਤੇ ਇਹ ਵੀ ਦੱਸਿਆ ਵੀ ਮੈਂ ਲੂਣ ਆਦਿਕ ਘਿਓ ਆਦਿਕ ਚੁੱਕ ਕੇ ਆਪਣੇ ਸਿਰ ਤੇ ਮੋਢਿਆਂ ਇਕ ਤੇ ਦੁਰ ਗ੍ਰਾਮਨ ਫੇਰਾ ਫਿਰੋ। ਤੇ ਰੋਜ਼ ਹੀ ਇੱਕ ਦੋ ਪਿੰਡਾਂ ਦੇ ਵਿੱਚ ਫੇਰਾ ਫਿਰਦਾ ਹਾਂ, ਭਾਵ ਫੇਰੀ ਮਾਰ ਕੇ ਇੱਕ ਦੋ ਪਿੰਡਾਂ 'ਚ ਵਪਾਰ ਕਰਦਾ ਹਾਂ। ਐ ਫਿਰਤੇ ਮਮ ਜੀਵਾ ਹੋਏ। ਏਦਾਂ ਫਿਰਦਿਆਂ ਤੁਰਦਿਆਂ ਮਹਾਰਾਜ ਮੇਰੇ ਜੀਵਨ ਦਾ ਨਿਰਵਾਹ ਹੋ ਰਿਹਾ। ਨਾਮ ਮੇਰਾ ਸੰਗਤ ਹੈ ਤੇ ਫੇਰਾ ਫੇਰਦਾ ਹੋਇਆ ਇੱਕ ਦੋ ਪਿੰਡਾਂ ਵਿੱਚ ਰੋਜ਼ ਹੀ ਜਾਣਾ ਹਾਂ। ਵਿਦਿਆਰ ਬਲ ਪੂਰਬ ਆ ਜੋਏ। ਜਿਹੜੀ ਮੇਰੀ ਅੱਜ ਤੋਂ ਪਹਿਲੀ ਉਮਰ ਹੈ ਨਾ, ਉਹਦੇ ਨਗਰਾਂ ਥਾਵਾਂ 'ਚ ਫੇਰੇ ਫੇਰਦੇ ਹੀ ਲੰਘ ਗਈ। ਲੋਕ ਫੇਰੇ ਵਾਲਾ ਵੀ ਕਹਿ ਦਿੰਦੇ ਨੇ। ਸੁਣ ਬੋਲੇ ਸਤਿਗੁਰ ਹਰਿ ਰਾਏ। ਸੁਣ ਕੇ ਗੁਰੂ ਹਰਿ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਆਪਤੇ ਹੋਏ ਫੇਰੂ ਤੋ ਨਾਏ। ਕਹਿੰਦੇ ਭਾਈ ਅੱਜ ਤੋਂ ਨਾਮ ਤੇਰਾ ਸੰਗਤ ਕਰਕੇ ਨਹੀਂ ਕੋਈ ਜਾਣੂਗਾ, ਤੈਨੂੰ ਫੇਰੂ ਕਰਕੇ ਜਾਣਨਗੇ। ਮਹਾਰਾਜ ਸਾਹਿਬ ਕਹਿੰਦੇ ਅੱਜ ਤੋਂ ਤੂੰ ਭਾਈ ਫੇਰੂ ਹੋਇਆ ਗੁਰੂ ਘਰ ਤੇਰਾ ਦਾ। ਕਰਤ ਮਿਲਿਓ ਹਰ ਜਨ ਕੋ। ਤੇ ਕਿਉਂਕਿ ਤੂੰ ਪਹਿਲਾਂ ਤਾਂ ਸੌਦੇ ਪੱਤੇ ਵੇਚਣ ਲਈ ਫੇਰੇ ਫੇਰਦਾ ਸਾਂ, ਹੁਣ ਫੇਰਾ ਕਰਤ ਮਿਲਿਓ ਹਰ ਜਨ ਕੋ। ਆ ਕਹਿੰਦੇ ਫੇਰਾ ਕਰਦੇ ਆਂ, ਸੌਦਾ ਵਪਾਰ ਕਰਦੇ ਆਂ, ਤੂੰ ਹਰੀ ਦੇ ਜਨ ਜਿਹੜੇ ਨੇ ਭਾਈ ਭਗਤੂ ਮਹਾਂਪੁਰਖ ਇਹਨਾਂ ਨਾਲ ਤੇਰਾ ਮੇਲ ਮਿਲਾਪ ਹੋਇਆ ਏ। ਸ਼ਰਨ ਕਰ ਸੂਦਾ ਮਨ ਕੋ। ਤੇ ਸਿੱਧਾ ਮਨ ਕਰਕੇ ਤੂੰ ਇਹ ਹਰੀ ਦੇ ਜਨਾਂ ਦੀ ਸ਼ਰਨ ਵਿੱਚ ਆਣ ਕੇ ਪੈ ਗਿਆ। ਫੇਰ ਅਬ ਸਭ ਤਜ ਕਰ ਦੇਗ ਚਲਾਵਾ। ਫਿਰ ਇਸ ਕਰਕੇ ਤੇਰਾ ਨਾਮ ਅੱਜ ਤੋਂ ਭਾਈ ਫੇਰੂ ਹੋਇਆ। ਤੇ ਜਿਹੜੇ ਤੂੰ ਗੇੜੇ ਜੇ ਮਾਰਨੇ ਪਿੰਡਾਂ ਦੇ ਵਪਾਰ ਕਰਨਾ ਸਭ ਕੁਝ ਛੱਡ ਦੇ ਤੇ ਗੁਰੂ ਨਾਨਕ ਦੇ ਘਰ ਦੀ ਲੰਗਰ ਦੀ ਮਰਿਆਦਾ ਦੀ ਸੇਵਾ ਕਰ। ਤੂੰ ਲੰਗਰ ਲਾ ਦੇ ਲੋੜਵੰਦਾਂ ਵਾਸਤੇ। ਸਤਨਾਮ ਸਿਮਰੋ ਗੁਣ ਗਾਵੋ। ਤੇ ਸੇਵਾ ਕਰਦੇ ਹਾਂ ਸਤਨਾਮ ਸਿਮਰਨਾ ਏ, ਵਾਹਿਗੁਰੂ ਦੇ ਸਦਾ ਗੁਣ ਗਾਉਣੇ ਹਨ। ਤੇ ਪਰ ਭਗਤੂ ਕੋ ਉਪਕਾਰ। ਤੋ ਪਰ ਤੇਰੇ ਉੱਤੇ ਗੁਰੂ ਹਰਿ ਸਾਹਿਬ ਕਹਿੰਦੇ ਹੈ ਭਾਈ ਫੇਰੂ, ਭਾਈ ਭਗਤੂ ਦਾ ਪਰ ਉਪਕਾਰ ਹੈ ਜਿਹੜਾ ਤੈਨੂੰ ਇਹ ਲੈ ਕੇ ਆਇਆ ਏ। ਇਨਕੇ ਪਗ ਸਿਰ, ਇਨਕੇ ਪਗ ਪਰ ਸਿਰ ਕੋ ਧਾਰ। ਇਸ ਕਰਕੇ ਤੂੰ ਇਹਦੇ ਚਰਨਾਂ ਦੇ ਵੀ ਆਪਣਾ ਸਿਰ ਰੱਖ ਕੇ ਮੱਥਾ ਟੇਕ। ਅਦਬਕਾਰੇ ਦਾ ਇਹਨੇ ਤੈਨੂੰ ਮਹਾਰਾਜ ਗੁਰੂ ਨਾਨਕ ਦੇ ਘਰ ਦਾ ਸਿੱਖ ਬਣਾਇਆ ਏ। ਜੋ ਚੇਲੇ ਤੁਮ ਬਨੇ ਵਿਸ਼ੇਸ਼। ਤੇ ਜਿਹੜੇ ਵੀ ਅੱਗੇ ਤੇਰੇ ਸਿੱਖ ਸੇਵਕ ਬਣਨਗੇ ਤੇਰੇ ਨਾਲ ਲੰਗਰ ਦੀ ਸੇਵਾ ਕਰਨਗੇ, ਸੋ ਮਾਨੇ ਇਸ ਬੰਸ ਹਮੇਸ਼। ਉਹ ਸਦਾ ਹੀ ਇਹ ਭਾਈ ਭਗਤੂ ਦੀ ਬੰਸ ਦਾ ਮਾਣ ਸਨਮਾਨ ਕਰਨਗੇ। ਇਦਾਂ ਦੀ ਤੇਰੇ ਮਨ ਦੀ ਭਾਵਨਾ ਹੋਵੇ, ਤੂੰ ਆਪਣੇ ਸਿੱਖ ਸੇਵਕਾਂ ਨੂੰ ਇਹ ਸਿੱਖਿਆ ਦੇਵੀ। ਸੁਣ ਸਤਿਗੁਰ ਤੇ ਭਇਓ ਨਿਹਾਲ। ਇਹ ਤਾਂ ਭਾਈ ਫੇਰੂ ਆਪਣਾ ਨਾਮ ਸੁਣ ਕੇ ਗੁਰੂ ਹਰਿ ਸਾਹਿਬ ਜੀ ਦੀਆਂ ਬਖਸ਼ਾਂ ਲੈ ਕੇ ਨਿਹਾਲ ਦੁੱਖਾਂ ਤੋਂ ਰਹਿਤ ਹੋ ਗਿਆ। ਕਦਮ ਪਦਮ ਸਮ ਧਰ ਕਰ ਭਾਰ। ਤੇ ਗੁਰੂ ਹਰਿ ਸਾਹਿਬ ਜੀ ਦੇ ਕਮਲ ਵਰਗੇ ਚਰਨਾਂ ਤੇ ਮੱਥਾ ਟੇਕਿਆ ਉਸ ਵੇਲੇ। ਹੁਣ ਭਗਤੋ ਪਦ ਬੰਧਨ ਕੀ। ਫਿਰ ਗੁਰੂ ਹਰਿ ਸਾਹਿਬ ਦੀ ਆਗਿਆ ਦੇ ਨਾਲ ਭਾਈ ਭਗਤੂ ਦੇ ਵੀ ਚਰਨਾਂ ਤੇ ਬੰਦਨਾ ਕਰ ਦਿੱਤੀ। ਭਇਓ ਨਾਮ ਫੇਰੂ ਜਗ ਚੀਨ। ਤੇ ਉਸ ਦਿਨ ਤੋਂ ਉਸ ਵਪਾਰੀ ਸੰਗਤ ਦਾ ਨਾਮ ਭਾਈ ਫੇਰੂ ਜਗਤ ਦੇ ਵਿੱਚ ਪ੍ਰਗਟ ਹੋ ਗਿਆ। ਸਾਰੇ ਭਾਈ ਫੇਰੂ ਕਰਕੇ ਜਾਣਦੇ ਨੇ। ਕਾਰ ਦੇਗ ਕੀ ਲਈ ਸੰਭਾਲ। ਮਹਾਰਾਜ ਦੀ ਆਗਿਆ ਨਾਲ ਲੰਗਰ ਦੇਗ ਦੀ ਸੇਵਾ ਕਰਨ ਦੀ ਉਸੇ ਵੇਲੇ ਕਾਰ ਸਾਰੀ ਸੰਭਾਲ ਲਈ ਭਾਈ ਫੇਰੂ ਨੇ। ਕਰਵੇ ਲਗਿਓ ਆਹਾਰ ਵਿਸਾਰ। ਕਹਿੰਦੇ ਬਹੁਤਾ ਹੀ ਭੋਜਨ ਲੰਗਰ ਵਿੱਚ ਸੰਗਤਾਂ ਵਾਸਤੇ ਤਿਆਰ ਕਰਨ ਲੱਗ ਪਿਆ ਉਸੇ ਦਿਨ ਤੋਂ। ਅਧਿਕ ਭਾਵ ਤੇ ਸਭ ਕੋ ਦੇ।
ਬੜੀ ਪ੍ਰੇਮ ਭਾਵਨਾ ਨਾਲ ਜਿਹੜਾ ਵੀ ਕੋਈ ਆਉਂਦਾ ਹੈ ਉਹਨੂੰ ਪੰਗਤ ਵਿੱਚ ਬਿਠਾ ਕੇ ਲੰਗਰ ਛਕਾਉਂਦਾ ਏ ਤ੍ਰਿਪਤਾ ਬਹੁ ਖੁਸ਼ੀਆਂ ਲੈ ਤੇ ਲੋੜਵੰਦਾਂ ਨੂੰ ਸਿੱਖਾਂ ਨੂੰ ਰਜਾ ਕੇ ਬੜੀਆਂ ਖੁਸ਼ੀਆਂ ਅਸੀਸਾਂ ਲੈਂਦਾ ਹੈ ਹਰ ਇੱਕ ਦੀਆਂ। ਅਬਲਗ ਜਹਨ ਸਮਾਧ ਤਿਸ ਕੇ ਹੁਣ ਤੀਕਰ ਵੀ ਭਾਈ ਸੰਤੋਖ ਸਿੰਘ ਜੀ ਜਦੋਂ ਕਥਾ ਲਿਖ ਰਹੇ ਸੀ ਉਸ ਵੇਲੇ ਦੇ ਹਿਸਾਬ ਨਾਲ ਕਹਿੰਦੇ ਵੀ ਹੁਣ ਤੀਕਰ ਵੀ ਜਿੱਥੇ ਇਹਨਾਂ ਦੀ ਸਮਾਧ ਹੈ ਨਾ, ਚੂਣੀਆਂ ਨਗਰ ਹੈ, ਲਾਹੌਰ ਜ਼ਿਲ੍ਹਾ ਹੈ, ਉਹਦੇ ਨੇੜੇ ਹੀ ਇੱਕ ਨਗਰ ਹੈ, ਉੱਥੇ ਭਾਈ ਫੇਰੂ ਦੀ ਸਮਾਧ ਬਣੀ ਹੋਈ ਹੈ। ਉਹ ਡੇਰਾ ਹੀ ਭਾਈ ਫੇਰੂ ਦਾ ਪੈ ਗਿਆ ਉਹਦਾ ਨਾਮ। ਦੇਗ ਚਲੇ ਦਿਨ ਰਹਿਣ ਬਡੇਰੀ ਉੱਥੇ ਵੀ ਕਵੀ ਸੰਤੋਖ ਸਿੰਘ ਜੀ ਕਹਿੰਦੇ ਰਾਤ ਦਿਨ ਬਹੁਤ ਵੱਡਾ ਦੇਗ ਲੰਗਰ ਦਾ ਪ੍ਰਬੰਧ ਚੱਲਦਾ ਚੇਲੇ ਏ। ਅਣਗਿਣ ਤਿਸ ਕੇ ਭਾਏ ਅਣਗਿਣਤੀ ਚੇਲੇ ਸਿੱਖ ਸੇਵਕ ਭਾਈ ਫੇਰੂ ਦੇ ਹੋਏ ਹਨ ਅਨੇਕ ਥਾਨ ਮੈਂ ਬੈਲ ਤਪਾਏ ਤੇ ਅਨੇਕਾਂ ਹੀ ਥਾਵਾਂ ਦੇ ਸੰਸਾਰ ਵਿੱਚ ਫੈਲ ਕੇ ਇੱਧਰ ਉੱਧਰ ਸੇਵਾ ਕਰਦੇ ਨੇ। ਦਸਵੇਂ ਪਾਤਸ਼ਾਹ ਲਗ ਜੀਵਾ ਤੇ ਕਵੀ ਜੀ ਕਹਿੰਦੇ ਜੋ 7ਵੇਂ ਪਾਤਸ਼ਾਹ ਦੀ ਕਿਰਪਾ ਨਾਲ ਸਿੱਖ ਬਣੇ ਆ ਭਾਈ ਫੇਰੂ, ਇਹ 10ਵੇਂ ਪਾਤਸ਼ਾਹ ਤੀਕਰ ਜਿਉਂਦਾ ਰਿਹਾ। ਫੇਰ ਤਨੀ ਵਿਸਾਲ ਦੇਗ ਕੋ ਥੀ ਦੇਗ ਲੰਗਰ ਚਲਾਉਣ ਦਾ ਬਹੁਤਾ ਹੀ ਇਹ ਧਨੀ ਹੋਇਆ। ਇਹਦੇ ਹੱਥ ਵਿੱਚ ਬੜੀ ਬਰਕਤ ਸੀ ਵੀ ਹਰ ਵੇਲੇ ਵੰਡਦਾ ਹੀ ਰਹਿੰਦਾ ਲੰਗਰ। ਕੁਛ ਪ੍ਰਸੰਗ ਅੱਗੇ ਇਸ ਕਾਹੋ ਤੇ ਕੁਝ ਜਿਹੜਾ ਕਵੀ ਜੀ ਕਹਿੰਦੇ ਭਾਈ ਫੇਰੂ ਦੇ ਜੀਵਨ ਦਾ ਪ੍ਰਸੰਗ ਹੈ ਉਹ ਅੱਗੇ 10ਵੇਂ ਪਾਤਸ਼ਾਹ ਦੀ ਕਥਾ ਵਿੱਚ ਕਹਾਂਗਾ। ਜਿਸ ਦੇ ਸੁਨ ਸੰਤਨ ਤੇ ਲਾਹੋ ਜਿਸ ਢੰਗ ਦੇ ਨਾਲ ਮੈਂ ਸੰਤਾਂ ਮਹਾਂਪੁਰਖਾਂ ਗੁਰਮੁਖਾਂ ਕੋ ਸੁਣਾਂਗਾ ਉਹ ਕਥਾ ਮੈਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਾਂਗਾ। ਸਿੱਖਨ ਕੋ ਦੀਨੋ ਉਪਦੇਸ਼ ਇਸ ਤਰ੍ਹਾਂ ਖਸਟਮ ਗੁਰ ਜੋ ਕੀਨ ਚਲਿੱਤਰ ਜਿਹੜੇ 6ਵੇਂ ਪਾਤਸ਼ਾਹ ਨੇ ਕਵੀ ਜੀ ਕਹਿੰਦੇ ਕੌਤਕ ਕੀਤੇ ਸਨ। ਸੋ ਲਿਖ ਦੀਨੇ ਕਵੀ ਬਚਿੱਤਰ ਉਹ ਬਚਿੱਤਰ ਕੌਤਕ ਮੈਂ ਕਵੀ ਸੰਤੋਖ ਸਿੰਘ ਨੇ ਗੁਰੂ ਸਾਹਿਬ ਜੀ ਦੀ ਕਥਾ ਦੇ ਰੂਪ ਵਿੱਚ ਲਿਖ ਦਿੱਤੇ ਨੇ। ਚਾਰ ਜੁਗ ਕੀਨੇ ਬੜ ਭਾਰੇ ਵੱਡੇ ਭਾਰੇ 4 ਜੰਗ 6ਵੇਂ ਪਾਤਸ਼ਾਹ ਨੇ ਕੀਤੇ। ਦੁਸ਼ਟ ਮਾਰ ਲਿਓ ਸੰਤੋ ਬਾਰੀ ਜਿਨ੍ਹਾਂ ਦੁਸ਼ਟਾਂ ਨੂੰ ਮਾਰ ਕੇ ਸੰਤਾਂ ਦਾ ਉਭਾਰ ਕੀਤਾ। ਸਿੱਖਨ ਕੋ ਦੀਨੋ ਉਪਦੇਸ਼ ਤੇ ਸਭ ਸਿੱਖਾਂ ਨੂੰ 6ਵੇਂ ਪਾਤਸ਼ਾਹ ਨੇ ਬ੍ਰਹਮ ਗਿਆਨ ਦਾ ਉਪਦੇਸ਼ ਬਖਸ਼ਿਆ ਏ। ਜਨਮ ਮਰਨ ਕੇ ਕਟੇ ਕਲੇਸ਼ ਜੰਮਣ ਮਰਨ ਦੇ ਸਿੱਖਾਂ ਦੇ ਕਲੇਸ਼ ਨਾਸ਼ ਕਰ ਦਿੱਤੇ। ਪੰਚਮ ਗੁਰ ਲਗ ਪੀਰੀ ਰਹੀ ਇਸ ਤਰ੍ਹਾਂ 5ਵੇਂ ਗੁਰਾਂ ਤੀਕਰ ਤੇ ਸੰਤ ਪੁਣਾ ਕਰਾਮਾਤਾਂ ਰਹੀਆਂ। ਅਸ਼ਟਮ ਮੇਰੀ ਪੀਰੀ ਤੇ 6ਵੇਂ ਲਹੀ ਗੁਰਾਂ ਨੇ ਮੀਰੀ ਵੀ ਤੇ ਪੀਰੀ ਦੋਵੇਂ ਇਕੱਠੀਆਂ ਪ੍ਰਾਪਤ ਕੀਤੀਆਂ ਸਨ। ਇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਹਿਮਾ ਕਰਦਾ 8ਵੀਂ ਰਾਸ ਦੀ ਸੰਪੂਰਨਤਾ ਤੇ 60ਵੇਂ ਪ੍ਰਸੰਗ ਦੀ ਸਮਾਪਤੀ ਕਵੀ ਜੀ ਨੇ ਕੀਤੀ ਹੈ। ਤਾਈਓ ਥੋੜਾ ਸਮਾਂ ਉੱਪਰ ਲਿਆਏ ਕਿਉਂਕਿ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦੀ ਚੱਲੀ ਹੋਈ ਕਥਾ ਸਮਾਪਤ ਹੁੰਦੀ ਏ। 8ਵੀਂ ਰਾਸ ਵੀ ਸਮਾਪਤ ਹੋਈ ਏ। 12 ਰਾਸਾਂ ਲਿਖੀਆਂ ਨੇ ਤੇ ਇਹ ਜਿਵੇਂ 6 ਰੁੱਤਾਂ ਦੇ 2 ਐਨ, 6 ਰੁੱਤਾਂ 2 ਐਨ ਤੇ 4 ਰਾਸਾਂ ਦੀ ਕਥਾ ਅੱਗੇ ਹੋਰ ਆਵੇਗੀ। 8ਵੀਂ ਰਾਸ ਤੋਂ ਬਾਅਦ 9ਵੀਂ ਰਾਸ ਆਰੰਭ ਹੋਣੀ ਹੈ ਕੱਲ, ਜਿਹਦੇ ਵਿੱਚ ਸੰਪੂਰਨ ਗੁਰੂ ਹਰਿ ਸਾਹਿਬ ਜੀ ਦੇ ਪਾਵਨ ਜੀਵਨ ਦਾ ਇਤਿਹਾਸ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰਸੰਗ ਪਿਛਲੇ ਸਮਿਆਂ 'ਚ ਕਹਿੰਦੇ ਹਾਂ। ਗੁਰੂ ਹਰਿ ਸਾਹਿਬ ਜੀ ਦੀ ਪਵਿੱਤਰ ਵਡਿਆਈ ਦੀ ਕਥਾ ਦੇ ਆਰੰਭ ਦੇ ਪ੍ਰਸੰਗ ਵਿੱਚ ਮਹਾਰਾਜ ਦਾ ਜਸ ਕਰਦਿਆਂ ਅਨੇਕਾਂ ਹੀ ਭੁੱਲਾਂ ਗਲਤੀਆਂ ਹੋਈਆਂ। ਗੁਰੂ ਸਾਹਿਬ ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਸੋ ਫਤਿਹ ਦੀ ਸਾਂਝ ਪਾਈਏ। ਇੱਥੇ ਹੀ ਸਮਾਪਤੀ ਹੈ ਜੀ। ਸਿੱਖਨ ਕੋ ਦੀਨੋ ਉਪਦੇਸ਼ ਜਨਮ ਮਰਨ ਕੇ ਕਟੇ ਕਲੇਸ਼ ਪੰਚਮ ਗੁਰ ਲਗ ਪੀਰੀ ਰਹੇ ਖਸਟਮ ਮੇਰੀ ਪੀਰੀ ਰਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।